ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਉਹੀ ਜੀ ਪ੍ਰਾਈਮ ਫੋਕਸ। ਅਸੀਂ ਆਪਣੇ ਸਮੇਂ ਮੁਤਾਬਕ ਰੋਜ਼ ਪਹੁੰਚ ਜਾਈਦਾ। ਅੱਜ ਵੀ ਹਾਜ਼ਰ ਹਾਂ ਤੇ ਇਸ ਵਕਤ ਜੋ ਗੱਲਾਂ ਬਾਤਾਂ ਆਪ ਜੀ ਦੇ ਲਈ ਕਰਨੀਆਂ ਨੇ, ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਚਾਹ ਦਾ ਕੱਪ ਪੀਤਾ, ਮੌਜਾਂ। ਨਹੀਂ, ਪੂਰੀ ਅਗਲੀ ਚੀਜ਼ ਵੀ ਨਾਲ ਦੱਸੋ ਜਿਹੜੀ ਖਾਧੀ। ਦੇਖੋ 3 ਰਸਗੁੱਲੇ ਭਰਾ ਨੇ ਖਰੀਦੇ, 1 ਦਿੱਤਾ, 2 ਖਾਧੇ ਤੁਸੀਂ। ਨਹੀਂ, ਇੱਕ ਤੇ ਹੋਰ ਵੀ ਕਿਸੇ ਨੂੰ ਦਿੱਤਾ। ਦੇਖੋ ਕਾਰਨ ਹੈ ਵੰਡ ਕੇ ਖਾਧਾ ਸੀ, ਇੱਦਾਂ ਨਹੀਂ ਵੀ ਨਹੀਂ ਖਾਧਾ। ਪਰ ਕਾਰਨ ਆ ਵੀ ਜਿਹੜੀ ਚੀਜ਼ ਦਾ। ਮੇਰੀ ਇੱਕ ਬੇਨਤੀ ਸੁਣੋ, ਤੁਸੀਂ ਇਹ ਸ਼ਬਦ ਨਾ ਕਰਿਓ ਅਸੀਂ ਖਾਧਾ। ਉਹ ਲੋਕਾਂ ਨੂੰ ਉਹੀ ਲੱਗਣਾ ਕਿਉਂਕਿ ਲੀਡਰ ਬੰਦੇ ਲੋਕ ਕਹਿੰਦੇ ਖਾ ਗਿਆ ਯਾਰ, ਉਹਨਾਂ ਨੇ ਖਾ ਲਿਆ ਹੀ ਸਭ ਕੁਝ। ਰਸਗੁੱਲਾ ਤਾਂ ਖਾਣ ਵਾਲੀ ਚੀਜ਼ ਹੀ ਹੈ। ਵੇਖੋ ਹੈਰਾਨੀ ਉਸ ਚੀਜ਼ ਤੇ ਹੋਣੀ ਚਾਹੀਦੀ ਜਿਹੜੀ ਖਾਣ ਵਾਲੀ ਨਾ ਹੋਵੇ। ਵੀ ਮਤਲਬ ਯਾਰ ਸੜਕ ਖਾ ਗਏ ਕੋਈ ਬੰਦਾ, ਪੁਲ ਖਾ ਗਏ ਕੋਈ ਬੰਦਾ, ਹੈ ਨਾ। ਹੋਰ ਕੁਝ ਨਹੀਂ ਕਹਿੰਦੇ ਵੀ ਕਣਕ ਖਾ ਗਏ ਕੋਈ, ਉੱਥੋਂ ਬੋਰੀਆਂ ਦੀਆਂ ਬੋਰੀਆਂ, ਹੈ ਨਾ। ਦੂਜੀ ਨਹੀਂ, ਪਿਆ ਕੇ ਨਹੀਂ, ਹੈ ਨਾ। ਪਰ ਮਤਲਬ ਇਹ ਰਸਗੁੱਲਾ ਤਾਂ ਖਾਣ ਵਾਲੀ ਸ਼ੈ ਹੈ। ਇੱਕ ਬੇਨਤੀ ਕਰਨੀ ਸੀ। ਦੋ ਕਰੋ। ਤੁਸੀਂ ਇੱਕ ਸ਼ਬਦ ਵਰਤਿਆ ਤੇ ਮੈਂ ਵੀ ਸਾਰੀ ਉਮਰ ਉਹੀ ਸ਼ਬਦ ਵਰਤਿਆ ਜਿੰਨੀ ਕੁ ਹੋ ਗਈ ਆ, ਪਿਆ ਕੇ। ਜਾਣੀ ਕਣਕ ਦਾ ਆਟਾ ਅੱਗੇ ਬੀਬੀਆਂ ਨੇ ਪੀਣ ਕਰ ਦੇਣਾ। ਕਣਕ ਕਈ ਵਾਰੀ ਜੇ ਬਹੁਤੀ ਮਿੱਟੀ ਵਾਲੀ ਹੋਣੀ, ਪਹਿਲਾਂ ਕਣਕ ਧੋਣੀ, ਫਿਰ ਸੁਕਾਉਣੀ, ਫਿਰ ਸਾਫ਼ ਸੁਥਰੀ ਕਰਕੇ ਬੋਰੇ 'ਚ ਪਾਉਣੀ, ਫਿਰ ਕਹਿਣਾ ਪਿਆ ਲਿਆ। ਹੁਣ ਮੈਂ ਸੋਚਦਾ ਸੀ ਕਿ ਪਿਸਾ ਲਿਆ, ਪਰ ਜਿਹੜੀ ਗੱਲ ਪਿਆ ਲਿਆ 'ਚ ਬਣਦੀ ਹੈ ਨਾ, ਪਿਸਾ ਲਿਆ 'ਚ ਨਹੀਂ ਬਣਦੀ। ਆਓ ਨਾ, ਉਹ ਵੀ ਆਟਾ ਵਾਲਾ ਮਤਲਬ ਉਹ ਅਜੀਬ ਜਿਹਾ ਆਟਾ ਲੱਗਦਾ, ਉਹ ਥੋੜਾ ਸਾ ਪਿਸਾਇਆ ਥਾ। ਦੇਖੋ ਕਾਰਨ ਹੈ ਇਹਦੇ 'ਚ ਇੱਕ ਗੱਲ ਤਾਂ ਹੈਗੀ। ਚਲੋ ਜੇ ਇਸ ਪਾਸੇ ਗੱਲ ਤੁਰੀ ਮਾੜੀ ਜੀ, ਜਿਹੜੀ ਤੇ ਹੈ ਨਾ ਗੂਗਲ ਟਰਾਂਸਲੇਸ਼ਨ। ਕੋਈ ਮੰਨੇ ਨਾ ਮੰਨੇ, ਆਪਣੇ ਵਾਲਾ ਜਿਹੜਾ ਮਹਿਕਮਾ, ਖਬਰਾਂ ਵਾਲਾ ਮਹਿਕਮਾ ਜੀ, ਇਹਦੇ ਨਵੇਂ ਪੂਰਦਾ ਦੇ ਬੇੜਾ ਗਰਕ ਕਰਤਾ ਇਹਨਾਂ ਨੇ। ਫੁੱਲ ਫਲੈਜ ਜਾਣੀਆਂ ਮਤਲਬ ਉੱਥੇ ਤੁਸੀਂ ਦੇਖੋ ਵੀ, ਮੰਨ ਲਓ ਹੁਣ ਮਹਾਰਾਣੀ ਗੁਜਰੀ, ਅੰਗਰੇਜ਼ੀ ਵਾਲੀਆਂ ਜਿਉਂ ਉੱਥੋਂ ਖਬਰਾਂ ਜਿਹੜੀ ਵੀ ਸਾਈਟ ਤੋਂ ਚੱਕੀ, ਉਹਨੂੰ ਗੂਗਲ ਵਾਲੀ ਟਰਾਂਸਲੇਟ 'ਚ ਮਾਰਿਆ, ਉਹਨੇ ਪੰਜਾਬੀ ਕਰਕੇ ਦੇ ਦੇਣੀ। ਹੁਣ ਜਿੰਨੀ ਕੁ ਪੰਜਾਬੀ ਗੂਗਲ ਵਾਲੇ ਜਾਣਦੇ ਆ, ਉਨੀ ਕੁ ਉਹਨਾਂ ਗਾਂਹ ਦੇ ਦੇਣੀ ਆ ਪੰਜਾਬੀ। ਉਹ ਆਪਾਂ ਛਾਪ ਦੇਣੀ, ਉਹ ਆਪਾਂ ਚਲਾ ਦੇਣੀ। ਇਹ ਗੱਲ ਮਾੜੀ ਨਹੀਂ, ਬਹੁਤ ਜ਼ਿਆਦਾ ਮਾੜੀ ਆ। ਮੈਨੂੰ ਤਾਂ ਸੰਧਾਵਾਲੀਆ ਸਾਹਿਬ ਇਹ ਵੀ ਲੱਗਦਾ ਹੁੰਦਾ ਕਿ ਜੇ ਤੁਸੀਂ ਖਬਰ ਟਰਾਂਸਲੇਟ ਵੀ ਕਰ ਲਈ ਹੈ, ਉਹਨੂੰ ਇੱਕ ਵਾਰੀ ਪਹਿਲਾਂ ਇੱਕ ਵਾਰੀ ਤਾਂ ਪੜ੍ਹ ਲਓ। ਮਾੜਾ ਮੋਟਾ 2 ਸ਼ਬਦ ਤਾਂ ਆਪਣੇ ਵਿੱਚ ਪਾ ਦਿਓ, ਥੋੜ੍ਹਾ ਜਿਹਾ ਤਾਂ ਪਰਿਵਰਤਨ ਨੂੰ ਤਬਦੀਲੀ 'ਚ ਬਦਲ ਲਓ। ਵੈਸੇ ਗੱਲ ਹੀ ਆ, ਹੈ ਨਾ। ਜੇ ਹੁਣ ਆਪਾਂ ਪਰਿਵਰਤਨ ਹਿਰਦੇ ਪਰਿਵਰਤਨ, ਹੁਣ ਪੰਜਾਬੀ ਦੇ ਵਿੱਚ ਹਿਰਦੇ ਪਰਿਵਰਤਨ ਕਿੱਥੋਂ ਕਰਾ ਲਈਏ ਤੁਹਾਡਾ? ਉਹ ਚੱਕਰ ਹੈ ਨਾ ਵੀ ਹਿੰਦੀ ਤੋਂ ਚੱਕ ਲੈਂਦੇ। ਉਹ ਕਹਿੰਦੇ ਸੰਯਮ ਰੱਖੇ, ਉਹਨਾਂ ਨੇ ਕਿਹਾ ਸੰਜਮ ਰੱਖੋ। ਸੰਜਮ ਕਿਉਂ ਨਾ, ਸਬਰ ਰੱਖ ਲਓ। ਸਬਰ ਰੱਖ। ਗੱਲ ਤਾਂ ਉਹੀ ਹੈ ਵੀ ਇੰਨਾ ਕੁ ਜਿਹੜਾ ਚੇਂਜ ਹੋ ਸਕਦਾ। ਦੇਖੋ ਕਾਰਨ ਹੈ ਵੀ ਸਾਨੂੰ ਨਿੱਕੇ ਵੱਡੇ ਭੈਣ ਭਰਾ ਸਾਡੇ ਸਾਰੇ ਦੇਖਦੇ ਜਿਹੜੇ ਇਸ ਮਹਿਕਮੇ 'ਚ ਨੇ, ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ। ਗੱਲ ਹੈ ਵੀ ਇਹ ਆਪਣੀ ਬੋਲੀ ਹੈ, ਜੇ ਆਪਾਂ ਨਹੀਂ ਇਹਦੇ ਸ਼ਬਦ ਸਾਂਭਾਂਗੇ ਫਿਰ ਕੌਣ ਸਾਂਭੂਗਾ? ਇਹ ਵੀ ਗੱਲ ਨਹੀਂ ਕਿ ਅਸੀਂ ਕਹਿੰਦੇ ਦੂਸਰੀ ਭਾਸ਼ਾ ਦੇ ਸ਼ਬਦ ਨਾ ਆਉਣ, ਜੰਮ ਆਉਣ, ਲੱਖਾਂ ਕਰੋੜਾਂ ਆਉਣ, ਕੋਈ ਗੱਲ ਹੀ ਨਹੀਂ। ਉਹਨਾਂ ਦੀ ਭਾਸ਼ਾ ਦੇ ਵਿੱਚ ਖਬਰਾਂ ਪੜ੍ਹੋ। ਵੱਧ ਤੋਂ ਵੱਧ ਲੋਕਾਂ ਦਾ ਰੌਲਾ ਦੇ ਨਾ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਤੁਹਾਡੇ ਵਿਚਾਰਾਂ ਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ। ਉਹਦੇ ਲਈ ਉਹ ਭਾਸ਼ਾ ਵਰਤ ਲਓ, ਪਰ ਜਿਹੜੀ ਭਾਸ਼ਾ ਵਰਤੇ ਆ ਉਹਦੀ ਸ਼ੁੱਧਤਾ ਦਾ ਖਿਆਲ ਰੱਖੋ ਬਸ। ਹਾਂ, ਬਸ ਗੱਲ ਇੰਨੀ ਕਿਹਾ। ਚਲੋ ਇਹ ਅਸੀਂ ਆਪਣੇ ਵੱਲੋਂ ਬੇਨਤੀ ਕਰਤੀ ਸਿਰਫ ਮਾਣ ਸਤਿਕਾਰ ਨਾਲ। ਮਾਣ ਸਤਿਕਾਰ ਦਾ ਮਤਲਬ ਇਹ ਵੀ ਮਾਣ ਮੰਨਿਆ ਵੀ ਹਾਂਜੀ ਸ਼ਾਇਦ ਮੰਨ ਲਿਆ ਜਾਵੇ। 20 ਸਾਲ ਪਹਿਲਾਂ, ਜੇ ਮੈਂ ਗਲਤ ਨਾ ਹੋਵਾਂ, ਹੋ ਸਕਦਾ ਕਿ ਕੁਝ ਸੱਜਣ ਟਿੱਪਣੀ ਕਰਨ, ਇੱਕ ਹਿੰਦੀ ਦੇ ਵਿੱਚ ਧਾਰਾਵਾਹਿਕ ਆਉਂਦਾ ਹੁੰਦਾ ਸੀ ਨਾਟਕ। ਉਹਦਾ ਦੁਪਹਿਰੇ ਆਉਣਾ 3:30 ਵਜੇ, 3:20 ਤੇ ਮੇਰੇ ਹਿਸਾਬ ਨਾਲ ਯੁੱਗ ਬਦਲ ਗਿਆ। ਹੁਣ ਯੁੱਗ ਬਦਲ ਗਿਆ ਆਉਣਾ ਤੇ 3 ਵਜੇ ਸਕੂਲੋਂ ਛੁੱਟੀ ਹੋਣੀ। ਜਿਉਂ ਜਾਣੀ ਖੜੇ ਹੋ ਪੈਂਡਲ ਮਾਰਨੇ, ਜਾਣੀ ਵੀ 3:20 ਤੱਕ ਪਹੁੰਚਣਾ ਹੀ। ਤੇ ਜੇ ਤਾਂ ਰਾਹ ਦੇ ਵਿੱਚ ਕੋਈ ਦਿੱਕਤ ਨਾ ਆਉਣੀ, ਫਿਰ ਤਾਂ ਕਈ ਵਾਰੀ ਉਹ ਜਿਹੜੀ ਮੂਹਰਲੀ ਉਹਦੀ ਨੰਬਰੀ ਜੀ ਚੱਲਦੀ ਹੁੰਦੀ ਹੈ, ਉਦੋਂ ਤੱਕ ਪਹੁੰਚ ਜਾਣਾ। ਹੁਣ ਯੁੱਗ ਬਦਲ ਗਿਆ ਸੰਧਾਵਾਲੀਆ ਸਾਹਿਬ। ਪਤਾ ਕਿਉਂ? ਅੱਗੇ ਲੋਕ ਕਹਿੰਦੇ ਹੁੰਦੇ ਸੀ ਜੀ ਲੀਡਰ ਖਾ ਗਿਆ, ਲੀਡਰਾਂ ਨੇ ਆਹ ਕਰ ਦਿੱਤਾ। ਹੁਣ ਆ ਜਲਾਲਾਬਾਦ ਤੋਂ MLA ਨੇ, ਗੋਲਡੀ ਕੰਬੋਜ ਨੇ, ਆਮ ਆਦਮੀ ਪਾਰਟੀ ਦੇ ਨੇ। ਪਹਿਲਾਂ ਕਾਂਗਰਸ 'ਚ ਰਹੇ, ਫਿਰ ਕਾਂਗਰਸ ਤੋਂ ਗੁੱਸੇ ਹੋ ਗਏ, ਫਿਰ ਆਮ ਆਦਮੀ ਪਾਰਟੀ 'ਚ ਆ ਗਏ, ਨਾ ਟਿਕਟ ਦੇਤੀ, ਜਿੱਤ ਗਏ, ਹਰਾਇਆ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ। ਆਂਵਲਾ ਸਾਹਿਬ ਨਾਲ ਮੁਕਾਬਲਾ ਹੋ ਸਕਦਾ ਸੀ, ਉਹਨਾਂ ਇਲੈਕਸ਼ਨ ਨਹੀਂ ਲੜੀ। ਸਭ ਤੋਂ ਅਮੀਰ ਸਿਆਸਤਦਾਨ ਨੇ ਪੰਜਾਬ ਦੇ। ਉਹ ਇੱਕ ਪਿੰਡ 'ਚ ਗਏ, ਮੈਂ ਪਿੰਡ ਦਾ ਨਾਂ ਨਹੀਂ ਲੈਣਾ, ਸਵੇਰ ਵਾਲੇ ਪ੍ਰੋਗਰਾਮ 'ਚ ਮੈਂ ਐਵੇਂ ਲੈ ਲਿਆ। ਉੱਥੇ ਜਾ ਕੇ ਵੀਡੀਓ ਹੈ ਸਾਰੀ ਚੀਜ਼ ਦੀ। ਉਹ ਜਾ ਕੇ ਅਫਸਰ ਵੀ ਨਾਲ ਹੀ, ਪਿੰਡ ਵਾਲੇ ਵੀ ਨਾਲ ਹੀ। ਉਹ ਕਹਿੰਦੇ ਜੀ ਵੀ ਮੇਰੇ ਕਾਗਜ਼ਾਂ ਦੇ ਵਿੱਚ ਕਾਗਜ਼ ਫੜਿਆ ਉਹਨਾਂ ਨੇ ਕੋਲ, ਵੀ ਇਸ ਪਿੰਡ 'ਚੋਂ ਮੈਨੂੰ ਸ਼ਿਕਾਇਤਾਂ ਆਈਆਂ ਕਿ ਸਰਕਾਰੀ ਪੈਸੇ ਬੜੇ ਆਏ ਪਰ ਲੱਗੇ ਨਹੀਂ। 6,81,000 ਰੁਪਈਆ ਕਹਿੰਦੇ ਜਿਮ ਲਈ ਆਇਆ। ਮੂਹਰੇ ਖੜੇ ਸਾਰੇ ਸੱਜਣ ਕਹਿੰਦੇ ਦੱਸੋ ਜਿਮ ਦੇ ਪੈਸੇ ਕਿੱਥੇ ਗਏ? ਉਹ ਕਿੰਨੇ ਖਰਚੇ? 2-4 ਕਹਿੰਦੇ ਨਹੀਂ, 4 ਖਰਚਿਆ। ਕਿੱਥੇ ਆ? ਆਹ ਜੀ ਜਿਮ, ਜਾਣੀ ਓਪਨ ਹੀ, ਓਪਨ ਮੁਕਾਬਲੇ। ਅੱਛਾ ਕਹਿੰਦੇ 1 2 3 ਕਹਿੰਦੇ 6 ਮਸ਼ੀਨਾਂ ਦਾ 6 ਲੱਖ ਗਿਆ ਸੀ ਯਾਰ। ਕਹਿੰਦੇ ਕੋਈ ਗੱਲ ਨਹੀਂ, ਕਰਾਓ ਜਾਂਚ ਇਹਨਾਂ ਦੀ। ਜਾਣੀ ਉਹ ਲੱਖ ਰੁਪਈਏ ਦਾ ਸੌਦਾ ਲੱਗਦਾ ਸੀ ਸਾਰਾ। ਫਿਰ ਉਹ ਕਹਿੰਦੇ ਜੀ
ਸਟੇਡੀਅਮ ਦੇ ਵੀ ਪੈਸੇ ਆਏ ਆ। ਸਟੇਡੀਅਮ ਕਿੱਥੇ ਆ? ਉੱਪਰ ਨੂੰ ਦੇਖਿਆ, ਥੱਲੇ ਨੂੰ ਦੇਖਿਆ, ਖੱਬੇ ਦੇਖਿਆ, ਸੱਜੇ ਦੇਖਿਆ, ਸਟੇਡੀਅਮ ਹੈ ਹੀ ਨਾ। ਪੈਸੇ ਆ ਗਏ, ਘੁੱਗੀਆਂ ਮਾਰ ਲਈਆਂ। ਫਿਰ ਉਹ ਕਹਿੰਦੇ ਜੀ ਕਿੰਨੀ ਜ਼ਮੀਨ ਆ ਪੰਚਾਇਤ ਦੀ? ਕਹਿੰਦੇ ਜੀ ਇੰਨੇ ਏਕੜ, 21-22 ਏਕੜ ਦੱਸਿਆ ਹੋਣਾ ਕਿਤੇ। ਉਹ ਕਹਿੰਦੇ ਜੀ ਕੌਣ ਬਾਉਂਦਾ? ਇੱਕ ਬਜ਼ੁਰਗ ਸੀ, ਕਹਿੰਦੇ ਜੀ ਮੈਂ ਬਾਉਣਾ। ਕਹਿੰਦੇ ਬਾਪੂ ਜੀ ਕਿੰਨੇ ਪੈਸੇ ਦੇਣੇ? ਉਹ ਕਹਿੰਦੇ 60,000 ਰੁਪਇਆ ਠੇਕਾ। ਕਹਿੰਦੇ ਅੱਛਾ ਇੱਥੇ 40। ਜਾਣੀ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਕਿ ਇੱਕ ਹੁੰਦਾ ਕਿ ਜੇ ਕਿਸੇ ਚੀਜ਼ ਦੇ ਵਿੱਚੋਂ ਚੁੰਡੀ ਭਰੋ ਪਤਾ ਨਹੀਂ ਲੱਗਦਾ, ਜਦੋਂ ਬੰਦਾ ਰੁੱਗ ਭਰਨ ਲੱਗ ਪੈਂਦਾ ਫੜਿਆ ਜਾਂਦਾ ਜੀ। ਇਹ ਗੱਲ ਦੇਖੋ, ਕਾਰਨ ਹੈ ਵੀ ਇਹ ਹੁੰਦਾ ਤੇ ਪਹਿਲਾਂ ਵੀ ਹੋਊ ਤੇ ਹੁਣ ਵੀ ਹੁੰਦਾ ਤੇ ਅਗਲੇ ਫੜ ਲੈਂਦੇ। ਜਦੋਂ ਆਪਾਂ ਅਜੇ ਕੱਲ ਗੱਲ ਕਰਦੇ ਸੀ ਵੀ 2-2 ਮੰਤਰੀ ਇੱਕ ਸੇਵਾ ਕੇਂਦਰ 'ਚ ਜਾ ਕੇ ਛਾਪਾ ਮਾਰਨ ਦੀ ਲੋੜ ਪੈਂਦੀ ਹੈ, ਇਹਦੋਂ ਪਹਿਲਾਂ ਆਪਾਂ ਦੇਖਿਆ ਵੀ ਵੱਖ-ਵੱਖ ਥਾਵਾਂ 'ਤੇ ਜਾ ਕੇ ਛਾਪਾ ਮੁਹਿੰਮ ਚੱਲਦੀ ਹੈ। ਇਹਦੀ ਲੋੜ ਹੁਣ ਪਈ। ਜੇ ਅਗਲਾ ਆਖੇ ਨਾ ਵੀ ਇਹ ਨੰਬਰ ਬਣਾਉਂਦੇ ਨੇ, ਹੁਣ ਵਾਲੇ ਨੰਬਰ ਬਣਾਉਂਦੇ ਨਹੀਂ, ਨੰਬਰ ਬਹੁਤ ਵਧੀਆ ਬਣ ਜਾਂਦੇ ਆ। ਹੁਣ ਮੰਨ ਲਓ ਕਾਗਜ਼ ਅਗਲੇ ਨੇ ਸਰਕਾਰੀ ਲਿਆ, ਉਹਨੂੰ ਜਾਪਿਆ ਵੀ ਇੱਥੇ ਨੁਕਸ ਹੈ, ਨਾਲ ਬੰਦੇ ਜਿਹੜੇ ਪ੍ਰਸ਼ਾਸਨ ਵਾਲੇ ਲੈ ਗਏ, ਪਿੰਡ ਵਾਲਿਆਂ ਨੂੰ ਸਾਹਮਣੇ ਪੁੱਛ ਲਿਆ, ਮੀਡੀਆ ਵਾਲੇ ਨੇ ਫੋਟੋਆਂ ਖਿੱਚਣੇ, ਨੰਬਰ ਤੇ ਆਪੇ ਬਣ ਗਏ। ਲੈ ਵੀ ਇੰਨਾ ਹੀ ਕੰਮ ਸੀ। ਜੇ ਇਹੀ ਕੰਮ ਉਦੋਂ ਪਿਛਲੇ ਵਾਲਿਆਂ ਨੇ ਕੀਤਾ ਹੁੰਦਾ, ਆਹ ਜਿਹੜੇ 92 ਜਿਤਾ ਕੇ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਸਰਕਾਰ ਬਣਾ ਲਈ, ਸ਼ਾਇਦ ਨਾ ਬਣਦੀ। ਗੱਲ ਤੇ ਇੰਨੀ ਕੀ ਸੀ, ਉਦੋਂ ਤਾਂ ਕੱਲੀ ਟਾਹਲੀ ਤੇ ਲਿਖਿਆ ਸੀ ਨਾ ਵੀ ਇੰਨੇ ਮੁਲਾਜ਼ਮ ਪੱਕੇ ਵੀਰ ਜੀ। ਤੇ ਮੁਲਾਜ਼ਮ ਤੁਸੀਂ ਆਪ ਸੋਚੋ, ਆਪਾਂ ਕਿਸੇ ਵੇਲੇ ਇਹ ਹੁੰਦਾ ਨਾ ਵੀ ਆਮ ਬੰਦਾ ਸ਼ਾਇਦ ਉਹ ਨਾ ਮਹਿਸੂਸ ਕਰ ਸਕੇ। ਤੁਸੀਂ ਇਹ ਦੇਖੋ ਵੀ ਜਿਹੜਾ ਵਿਚਾਰਾ ਖੁਦ ਉਸ ਗਿਣਤੀ 'ਚ ਆਉਂਦਾ ਹੋਊਗਾ, ਵੀ ਮੰਨ ਲਓ ਮੈਂ ਕੱਚਾ ਮੁਲਾਜ਼ਮ ਹਾਂ ਬੜੀ ਦੇਰ ਤੋਂ, ਹੁਣ ਮੇਰੇ ਸਾਹਮਣੇ ਜਾਂਦੀ ਬੱਸ ਦੇ ਪਿੱਛੇ ਲਿਖਿਆ ਵੀ 36,000 ਮੁਲਾਜ਼ਮ ਪੱਕੇ, ਤੇ ਜਿੰਨੀ ਦੇਰ ਤੱਕ ਬੱਸ ਮੇਰੇ ਅੱਗੇ ਜਾਊਗੀ ਉਨੀ ਦੇਰ ਮੂੰਹ ਚੋਂ ਗਾਲਾਂ ਨਿਕਲਣੀਆਂ ਵੀ ਯਾਰ ਵੀਰ ਮੇਰਾ, ਮੈਂ ਤਾਂ ਜੇ ਕੱਚਾ ਆਖੀ ਜਾਂਦੇ ਪੱਕਾ ਕਰਦਾ, ਪਤਾ ਨਹੀਂ ਕਿਹੜਾ ਕਰਤਾ। ਦੇਖੋ ਸੰਧਾਲੀਆ ਸਾਹਿਬ, ਕੱਚੇ ਮੁਲਾਜ਼ਮਾਂ ਦੇ ਮੁੱਦੇ ਤੇ ਨਾ ਇਲੈਕਸ਼ਨ ਤੋਂ ਬਾਅਦ ਕਈ ਲੀਡਰ ਕੱਚੇ ਜਿਹੇ ਹੋਈ ਜਾਂਦੇ ਹੁਣ। ਕਿਉਂਕਿ ਇੱਕ ਤਾਂ ਉਹ ਕੱਚਾ ਹੁੰਦਾ ਤੇ ਇੱਕ ਹੀ ਕੱਚਾ ਹੋਣਾ ਹੁੰਦਾ। ਉਹਨਾਂ ਨੂੰ ਹਰ ਚੌਥੇ 5ਵੇਂ ਦਿਨ ਕੋਈ ਨਾ ਕੋਈ ਕੱਚਾ ਕਰ ਜਾਂਦਾ। ਹਜਾ ਤੁਸੀਂ ਤਾਂ ਫਿਰ ਬੋਰਡ ਵੀ ਲਾਤੇ ਸੀ, ਤੁਸੀਂ ਤਾਂ ਅਖਬਾਰਾਂ 'ਚ ਇਸ਼ਤਿਹਾਰ ਵੀ ਬਹੁਤ ਦਿੱਤੇ ਸੀ। ਇੱਕ ਇੱਥੇ ਹੋਰ ਜਿਹੜਾ ਜ਼ਿਕਰ ਭੋਰਾ ਕਰਨਾ ਜ਼ਰੂਰੀ ਹੈ, ਉਹ ਗੋਲਡੀ ਕੰਬੋਜ ਹੋਰਾਂ ਨੇ ਕਿਹਾ, ਕਿਤੇ ਸ਼ਿਕਾਇਤ ਕੀਤੀ ਹੋਣੀ ਪਿੰਡ ਵਾਲੇ ਨੇ ਕਿ ਭਾਈ ਇਹ ਰੇਤਾ ਵੀ ਬੜੀ ਕੱਢੀ, ਇੱਥੋਂ ਨਜਾਇਜ਼ ਮਾਈਨਿੰਗ ਬੜੀ ਹੋਈ ਹੈ। ਮੀਂਹ ਪੈ ਗਿਆ, ਜਦੋਂ ਐਮਐਲਏ ਸਾਹਿਬ ਨੇ ਦੇਖਣ ਜਾਣਾ ਸੀ ਤਾਂ ਪਾਣੀ ਨਾ ਭਰ ਗਿਆ ਹੋਊਗਾ ਉਹ ਥਾਂ ਜਿੱਥੇ ਡੂੰਘਾ ਕਰ ਦਿੱਤਾ ਰੇਤਾ ਪੱਟ ਕੇ। ਉਹ ਕਹਿੰਦੇ ਇੱਥੇ, ਉਹ ਕਹਿੰਦੇ ਜੀ ਛੱਪੜਿਆ ਇੱਥੇ, ਜਾਨੀ ਟੋਆ ਨਜਾਇਜ਼ ਰੇਤਾ ਕੱਢਣ ਨਾ ਹੋਇਆ, ਪਾਣੀ ਭਰ ਗਿਆ। ਕਹਿੰਦੇ ਜੀ ਛੱਪੜੋ। ਕਹਿੰਦੇ ਯਾਰ ਮੈਨੂੰ ਤਾਂ ਕਿਤੇ ਦੀਦਾ ਨਹੀਂ ਨਕਸ਼ੇ 'ਚ। ਚਲੋ ਗੱਲ ਇਹ ਆ ਵੀ ਇਹ ਚੰਗਾ ਕੰਮ ਕਰ ਲੈਣ, ਇੱਕ ਗੱਲ ਤੇ ਹੈਗੀ ਆ, ਕਰਦੇ ਰਹਿਣ ਵੀ। ਨਹੀਂ ਮੈਂ ਉਹੀ ਕਹਿ ਰਿਹਾ ਵੀ ਕਰ ਲੈਣ ਤੇ ਗਾਂ ਦੀ ਕੰਟੀਨਿਊਟੀ ਬਣਾਈ ਰੱਖਣ, ਕਿਉਂਕਿ ਇਹ ਨਾ ਹੋਵੇ ਵੀ 2-4 ਇਲੈਕਸ਼ਨਾਂ ਜਿਹੀਆਂ ਲੰਘ ਜਾਣ, ਉਹਨੇ ਜਿਹਨੂੰ ਲੋਕਾਂ ਦਾ ਧਿਆਨ ਹਟ ਜੇ, ਆਪ ਹੀ ਕਹਿਣ ਚੱਲ ਕੋਈ ਗੱਲ ਨਹੀਂ ਯਾਰ ਹੁਣ ਪੈਰ ਥੱਲੇ 2-4 ਹੋਰ ਸਟੇਟਾਂ 'ਚ ਬਟੇਰਾ ਆ ਗਿਆ ਵੀ ਕੋਈ ਫਰਕ ਨਹੀਂ ਪੈਂਦਾ। ਇਹ ਦੇਖਣ ਵੀ ਪੰਜਾਬ ਵਾਲਿਆਂ ਨੇ 27 ਤੱਕ ਯਾਦ ਰੱਖਣਾ। ਇੱਕ ਹੁੰਦਾ ਨਾ ਵੀ ਜਵਾਕ ਅੱਜ ਮੰਨ ਲਓ ਆਪਾਂ ਦਾਖਲਾ ਸਕੂਲੇ ਕਰਾਇਆ, ਲੈ ਪੁੱਤ ਐਤਕੀ ਕਹਿੰਦਾ 10ਵੀਂ ਬੋਰਡ ਦੀ, ਹੁਣ 10ਵੀਂ ਬੋਰਡ ਦੀ, ਤੇ ਜੇ ਮੰਨ ਲਓ 10ਵੀਂ ਬੋਰਡ ਦੀ ਦੇ ਪੇਪਰ ਤੇ ਗਾਂ ਅਗਲੇ ਸਾਲ ਜਾ ਕੇ ਹੋਣੇ, ਤੇ ਜੇ ਜਵਾਕ ਆਖੇ ਵੀ ਮੈਂ 2 ਟੈਸਟਾਂ 'ਚ ਮੇਰੇ 10 'ਚ 9 ਆਏ, ਪਾਪਾ ਬੱਲੇ ਸ਼ੇਰ ਦੇ, ਲਿਆਓ ਫਿਰ ਗੁਲਾਬ ਜਾਮਨ ਨੂੰ। ਉਹ 2 ਵਾਰਾਂ ਮੁੜ ਕੇ ਪਾਪਾ ਵੀ ਪੁੱਛਣੋਂ ਹਟ ਜੇ, ਤੇ ਜਵਾਕ ਨੂੰ ਲੱਗੇ ਵੀ ਕਿਹੜਾ ਕੋਈ ਪੁੱਛਦਾ ਹੀ, ਤੇ ਉਹ ਪਤਾ ਅਗਲੇ ਸਾਲ ਬੋਰਡ ਦੀਆਂ ਪ੍ਰੀਖਿਆਵਾਂ 'ਚ ਲੱਗ ਜਾਣਾ। ਉੱਦਾਂ ਹੀ ਉਹ 27 ਨੂੰ ਜਾ ਕੇ ਪਤਾ ਲੱਗ ਜਾਣਾ ਵੀ ਕੀ ਬਣਿਆ। ਇਹ ਨਾ ਹੋਵੇ ਵੀ ਹੁਣ ਤੋਂ ਰੇਸ ਤੋਂ ਪੈਰ ਚੁੱਕ ਲੈਣਾ। ਮੈਨੂੰ ਲੱਗਦਾ ਕਿ ਤੁਸੀਂ ਬੜੇ ਚੰਗੇ ਵਿਦਿਆਰਥੀ ਰਹੇ ਹੋਣਗੇ, ਕਹਿੰਦੇ ਅਗਲੀ ਪ੍ਰੀਖਿਆ 'ਚ ਜਾ ਕੇ ਪਤਾ ਲੱਗ ਜਾਣਾ। ਪ੍ਰੀਖਿਆ ਹੁੰਦੀ ਨਹੀਂ ਹੁੰਦੀ ਤਾਂ ਪ੍ਰੀਖਿਆ, ਪਰ ਆਮ ਤੌਰ ਤੇ ਆਪਾਂ ਸ਼ਬਦ ਘੱਟ ਬੋਲੀ ਦਾ। ਸਾਲਾਨਾ ਪ੍ਰੀਖਿਆ, ਛਮਾਹੀ ਪ੍ਰੀਖਿਆ, ਤਾਂ ਇਹ ਲਿਖਿਆ ਵੀ ਆਪਾਂ ਐਗਜ਼ਾਮ ਤੇ ਆ ਗਏ ਨਾ। ਤਿਮਾਹੀ ਇਮਤਿਹਾਨ। ਹਾਂ, ਇਮਤਿਹਾਨ ਦੀ ਘੜੀ ਸੰਧਾਲੀਆ ਸਾਹਿਬ ਤੁਹਾਡੇ ਲਈ ਆਉਣ ਵਾਲੀ ਹੈ। ਕਿਉਂ ਜੀ? ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਸਿੱਧਾ ਹੀ ਭਗਵੰਤ ਮਾਨ ਸਾਹਿਬ ਤੋਂ ਇੱਕ ਸਵਾਲ ਪੁੱਛ ਲਿਆ ਮੁੱਖ ਮੰਤਰੀ ਹੋਰਾਂ ਤੋਂ। ਕਹਿੰਦੇ ਮੈਂ ਸਵਾਲ ਪੁੱਛਦਾ ਹੀ। ਸਵਾਲ ਕੀ ਪੁੱਛਦਾ? ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਸਾਹਿਬ ਜਵਾਬ ਦੇਣ। ਉਹਦਾ ਕਾਰਨ ਹੈ ਇਹ ਨਹੀਂ ਕਿ ਉਹਦੇ ਨਾਲ ਕਿ ਸਥਿਤੀ ਦੇ ਵਿੱਚ ਫਰਕ ਪੈਣਾ ਹੈ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਕੁਝ ਪੁੱਛਦੇ ਹੁੰਦੇ ਆ, ਸਰਕਾਰ ਭਾਵੇਂ ਦੂਸਰੀ ਪਾਰਟੀ ਦੇ ਹੋਵੇ ਭਾਵੇਂ ਉਹਨਾਂ ਦੀ ਆਪਣੀ ਪਾਰਟੀ ਦੇ, ਉਹਨੂੰ ਜਵਾਬ ਘੱਟ ਆਉਂਦਾ ਹੁੰਦਾ। ਕੈਪਟਨ ਸਾਹਿਬ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ, ਜਵਾਬ ਹੀ ਮੰਗਦੇ ਸੀ, ਉਹ ਜਵਾਬ ਦਿੰਦੇ ਕੋਈ ਨਹੀਂ ਸੀ। ਜਦੋਂ ਕੈਪਟਨ ਸਾਹਿਬ ਨੂੰ ਪੱਤਰਕਾਰ ਪੁੱਛਦੇ, ਉਹ ਕਹਿੰਦੇ ਪਤਾ ਨਹੀਂ, ਮੈਂ ਨਹੀਂ ਐਵੇਂ ਹਰ ਕਿਸੇ ਦੀ ਚਿੱਠੀ ਦਾ ਜਵਾਬ ਦਿੰਦਾ ਹੁੰਦਾ। ਹੁਣ ਉਹ ਕਹਿੰਦੇ ਜੀ ਕਿ ਆ ਚੇਅਰਪਰਸਨ ਨਿਯੁਕਤ ਕੀਤੇ ਪਿਛਲੇ ਦਿਨਾਂ 'ਚ। ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਨੇ ਤਾਂ ਪੰਜਾਬ 'ਚ ਜਿਹੜੇ ਚੇਅਰਪਰਸਨ ਨਿਯੁਕਤ ਕੀਤੇ ਉਹਨਾਂ ਦੀ ਮੀਟਿੰਗ ਕੋਈ ਨਾ ਕੀਤੀ। ਰਾਘਵ ਚੱਡਾ ਸਾਹਿਬ ਨੇ ਮੀਟਿੰਗਾਂ ਕਹਿੰਦੇ ਉਹਨਾਂ ਦੇ ਨਾਲ ਕੀਤੀਆਂ, ਜੱਫੀਆਂ ਪਾਪਾ ਫੋਟੋ ਖਿਚਾਈਆਂ, ਥਾਪੀਆਂ ਦਿੱਤੀਆਂ। ਕਹਿੰਦੇ ਮੈਂ ਭਗਵੰਤ ਮਾਨ ਸਾਹਿਬ ਤੋਂ ਪੁੱਛਣਾ ਚਾਹੁੰਦਾ ਕਿ ਇੱਕ ਵਾਰੀ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰ ਦਿਓ ਕਿ ਪੰਜਾਬ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਰਾਘਵ ਚੱਡਾ ਸਾਹਿਬ ਦੀ ਪੋਜੀਸ਼ਨ ਕੀ ਆ, ਉਹਨਾਂ ਦੀ ਸਥਿਤੀ ਕੀ ਹੈ, ਉਹ ਕਿਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਮੁੱਖ ਮੰਤਰੀ ਤੋਂ ਵੀ ਪਹਿਲਾਂ ਜਿਹੜੇ ਚੇਅਰਪਰਸਨ ਬਣਾਏ ਆ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਆ। ਬਾਜਵਾ ਸਾਹਿਬ ਨੇ ਪੁੱਛ ਲਿਆ ਤੇ ਅਸੀਂ ਉਮੀਦ ਕਰਦੇ ਹਾਂ ਜਵਾਬ ਆਵੇ।
ਪਰ ਭਗਵੰਤ ਮਾਨ ਸਾਹਿਬ ਨੇ ਜਰਮਨ ਚਲ ਜਾਣਾ ਕਹਿੰਦੇ ਹਫ਼ਤੇ ਲਈ। ਨਹੀਂ, ਉਹਨਾਂ ਦੀ ਤਾਂ ਤਿਆਰੀ ਆ, ਕਿਉਂਕਿ ਉਹ ਕਹਿੰਦੇ ਵੀ ਉੱਥੋਂ ਖੇਤੀਬਾੜੀ ਨਾਲ ਰਿਲੇਟਡ ਨਵੀਆਂ ਤਕਨੀਕਾਂ, ਮਸ਼ੀਨਾਂ, ਕੰਪਨੀਆਂ ਨਾਲ ਐਗਰੀਮੈਂਟ ਹੋਣਗੇ ਵੀ ਪੰਜਾਬ ਆਓ ਮਹਾਰਾਜ, ਸਾਨੂੰ ਲੋੜ ਹੈ। ਜਰਮਨ ਤਕਨੀਕ ਹੀ ਬੜੀ ਹੈ ਕਹਿੰਦੇ। ਪਰ ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਬਾਜਵਾ ਸਾਹਿਬ ਕਹਿੰਦੇ ਆ ਜੀ, ਦੇਖੋ ਜੇ ਤੇ ਇਸ ਕਰਕੇ ਆ ਵੀ ਮੰਨ ਲਓ ਵੀ ਆਪਾਂ ਵਿਰੋਧੀ ਧਿਰਚਾਂ ਦੇ ਸਰਕਾਰ ਯਾਰ ਹੋਰ ਕੋਈ ਮੁੱਦਾ ਹੈ ਨਹੀਂ, ਆਹ ਨਾ ਫੜ ਲਈਏ ਜੀ, ਜੇ ਤੇ ਉਸ ਹਿਸਾਬ ਨਾਲ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਹੋ ਸਕਦਾ ਵੀ ਅਗਲੇ ਵੀ ਜਵਾਬ ਨਾ ਹੀ ਦੇਣ, ਕਿਉਂਕਿ ਇਹ ਕਿਹੜਾ ਵੀ ਮਤਲਬ ਜ਼ਰੂਰੀ ਹੈ ਵੀ ਤੁਸੀਂ ਕੱਲ੍ਹ ਨੂੰ ਇਹਦੇ ਦੀ RTI ਪਾ ਦੋਗੇ ਵੀ ਹਾਂਜੀ ਮਹਾਰਾਜ ਇਹਦਾ ਜਵਾਬ ਦਿੱਤਾ ਜਾਵੇ, ਕੁਛ ਵੀ ਨਹੀਂ ਹੋ ਸਕਦਾ। ਪਰ ਜੇ ਉਹਨਾਂ ਨੂੰ ਲੱਗਦਾ ਵੀ ਕੁਛ ਨਾ ਕੁਛ ਦਾਲ 'ਚ ਕਾਲਾ, ਵੀ ਮਤਲਬ ਜੇ ਪ੍ਰਸ਼ਾਸਨ ਦੇ ਹਿਸਾਬ ਨਾਲ ਚੱਲਦੇ, ਇੱਕ ਉਹਨਾਂ ਨੇ ਸ਼ਬਦ ਵਰਤਿਆ, ਜੇ ਮੈਂ ਗਲਤ ਨਹੀਂ, ਉਹ ਕਹਿੰਦੇ ਸਰਕਾਰ ਦੇ ਵਿੱਚ ਇੱਕ ਸਰਕਾਰ ਆ, ਵੀ ਜੇ ਸਰਕਾਰ ਦੇ ਵਿੱਚ ਇੱਕ ਸਰਕਾਰ ਵਾਲੀ ਸਥਿਤੀ ਆ ਤੇ ਜ਼ਰੂਰ ਮੇਰੇ ਖਿਆਲ ਨਾਲ ਇਹਦੇ 'ਤੇ ਉਹ ਜਵਾਬ ਦੇ ਕੇ ਆਮ ਆਦਮੀ ਪਾਰਟੀ ਨੂੰ ਕਲੀਅਰ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਫਰਕ ਨਾ ਤੇ ਬਾਜਵਾ ਸਾਹਿਬ ਨੂੰ ਪੈਣਾ, ਨਾ ਆਮ ਆਦਮੀ ਪਾਰਟੀ ਨੂੰ ਪੈਣਾ, ਫਰਕ ਲੋਕ ਮਨਾਂ 'ਚ ਪੈ ਸਕਦਾ। ਕਿਉਂਕਿ ਪਿਛਲੀ ਵਾਰ ਜੇ ਆਪਾਂ ਦੇਖੀਏ ਤਾਂ ਜੇ ਇਸ ਵਕਤ ਕਾਂਗਰਸ ਪਾਰਟੀ ਇੱਥੇ ਪਹੁੰਚੀ ਆ ਜਾਂ ਅਕਾਲੀ ਦਲ ਦੀ ਇਹ ਹਾਲਤ ਜਾਂ BJP ਦਾ ਕੁਝ ਨਹੀਂ ਬਣਿਆ, ਉਹ ਲੋਕ ਮਨਾਂ ਕਰਕੇ ਹੀ ਆ ਵੀ ਲੋਕ ਮਨਾਂ ਦੇ ਵਿੱਚ ਉਹਨਾਂ ਦੇ ਲਈ ਕੋਈ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਉਹਨਾਂ ਨੂੰ ਮੌਕੇ 'ਤੇ ਮਿਲੇ ਨਹੀਂ, ਜਾਂ ਇੱਕ ਪ੍ਰਭਾਵ ਬਣਿਆ ਰਿਹਾ। ਉਹੋ ਹੀ ਪ੍ਰਭਾਵ ਜੇ ਬਣਦਾ 27 ਤੱਕ ਇਹਨਾਂ ਦਾ ਕੁਝ ਬਣ ਗਿਆ ਤੇ ਫਿਰ ਪ੍ਰਭਾਵ ਤੋਂ ਪ੍ਰਭਾਵਹੀਣ ਹੋਣ ਤੱਕ ਸਮਾਂ ਤੇ ਲੱਗਦਾ ਨਹੀਂ। ਨਾ ਪੂਰਾ ਨਹੀਂ ਲੱਗਦਾ। ਸ਼ਬਦ ਵੇਖੋ ਮੈਂ ਵਰਤਿਆ, ਪ੍ਰਭਾਵਹੀਣ। ਨਹੀਂ, ਤੁਸੀਂ ਆ ਜਿੱਡੇ ਵੱਡੇ ਸ਼ਬਦ ਵਰਤ ਰਹੇ ਹੋ, ਮੈਨੂੰ ਲੱਗਦਾ ਤੁਸੀਂ ਕਿਤੇ ਰਾਜਪਾਲ ਲੱਗਣਾ। ਨਹੀਂ, ਸੱਚੀ ਗੱਲ, ਕਿਉਂਕਿ ਆਮ ਤੌਰ ਦੇ ਉੱਤੇ ਰਾਸ਼ਟਰਪਤੀ ਸਾਹਿਬ ਦਾ, ਉਪ ਰਾਸ਼ਟਰਪਤੀ ਸਾਹਿਬ ਦਾ, ਸਪੀਕਰ ਸਾਹਿਬ ਦਾ, ਰਾਜਪਾਲ ਸਾਹਿਬ ਦਾ ਭਾਸ਼ਣ, ਉਹਦੇ ਵਿੱਚ ਬੜੇ ਮਜ਼ਬੂਤ ਐਨ ਤਾਕਤਵਰ ਸ਼ਬਦ ਜਿਹੜੇ ਹੁੰਦੇ ਆ ਉਹਦੇ ਵਿੱਚ, ਮੈਨੂੰ ਲੱਗਦਾ ਤੁਸੀਂ, ਕਿਉਂਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਟਿਕਟ ਦਾ ਤਾਂ ਔਖਾ। ਚਲੋ ਸੰਧਾਵਾਲੀਆ ਸਾਹਿਬ ਨਾਲ ਲੱਗਦੀ ਗੱਲ, ਚਲੋ ਆਪਾਂ ਛੇੜ ਹੀ ਲਈਏ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਨੇ, ਗਿਆਨੀ ਕੇਵਲ ਸਿੰਘ ਹੋਰੀ ਬਹੁਤ ਲੰਬੇ ਸਮੇਂ ਤੋਂ ਸਰਗਰਮ ਨੇ, ਇੱਕ ਵੱਖਰੇ ਤਰੀਕੇ ਦੇ ਨਾਲ ਸਰਗਰਮੀ ਕਰ ਰਹੇ ਆ। ਉਹਨਾਂ ਦਾ ਇੱਕ ਵਿਸ਼ਾ ਚਰਚਾ ਦੇ ਵਿੱਚ ਆਇਆ ਕਿ ਉਹ ਦਿੱਲੀ ਮੈਟਰੋ ਦੇ ਵਿੱਚ ਸਫ਼ਰ ਕਰਨ ਲੱਗੇ ਸੀ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ, ਉਹਨਾਂ ਨੂੰ ਸਫ਼ਰ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਉਹ ਕਿਰਪਾਨ ਧਾਰਨ ਕਰਦੇ ਨੇ ਵੱਡੀ, ਉਹਨਾਂ ਦੇ ਕੋਲੇ ਹੁੰਦੀ ਹਮੇਸ਼ਾ, ਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਇਹ ਲੈ ਕੇ ਨਹੀਂ ਜਾ ਸਕਦੇ ਅੰਦਰ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਉੱਥੇ ਕਿਹੜਾ ਕਿ ਦਿੱਲੀ ਮੈਟਰੋ ਦੀ ਬਾਰੀ ਖੜ ਕੇ ਅੰਦਰ ਚੜ੍ਹ ਜਾਣਾ, ਬਾਰੀ ਜਿਹੜੀ ਖੋਲ੍ਹ ਕੇ, ਉੱਥੇ ਤਾਂ ਬਕਾਇਦਾ ਉਹ ਮਸ਼ੀਨਾਂ ਲੱਗੀਆਂ ਆ, ਉਹ ਤੁਹਾਨੂੰ ਅੰਦਰ ਜਾਣ ਦੇਣਗੀਆਂ, ਉਹ ਖੋਲ੍ਹਣਗੀਆਂ ਤਾਂ ਤੁਸੀਂ ਅੰਦਰ ਵੜਨਾ, ਨਹੀਂ ਤਾਂ ਵੜ ਹੀ ਨਹੀਂ ਸਕਦੇ, ਆਮ ਬੰਦੇ ਦੀ ਐਂਟਰੀ ਹੈ ਨਹੀਂ ਉੱਥੇ। ਗਿਆਨੀ ਕੇਵਲ ਸਿੰਘ ਹੋਰਾਂ ਨੂੰ ਸਫ਼ਰ ਕਰਨ ਤੋਂ ਮਨਾ ਕੀਤਾ। ਦੇਖੋ ਭਾਰਤ ਦੇ ਅੰਦਰ ਹੈ, ਆਪਾਂ ਅੱਗੇ ਗੱਲ ਕਰਦੇ ਹੁੰਦੇ ਸੀ ਫਰਾਂਸ ਦੇ ਹਵਾਈ ਅੱਡਿਆਂ ਦੀ, ਅੰਬੈਸੀ ਦੀ, ਕਿ ਭਾਈ ਉੱਥੇ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਜਾਂ ਜੋ ਵੀ ਹੈ ਨਾ ਸੁਰੱਖਿਆ ਕਾਰਨਾਂ ਦੇ ਕਰਕੇ, ਕਿਉਂਕਿ ਤਾਂ ਭਾਰਤ ਦੇ ਅੰਦਰ ਹੀ ਹੈ। ਇੱਥੇ ਸਾਰਿਆਂ ਨੂੰ ਸਿੱਖ ਭਾਈਚਾਰੇ ਦਾ ਪਤਾ ਹੈ, ਦਿੱਲੀ ਵਾਲਿਆਂ ਨੂੰ ਖਾਸ ਤੌਰ ਤੇ ਪਤਾ ਹੈ, ਉਹ 1984 ਕਰਕੇ ਵੀ ਪਤਾ ਹੈ, ਇਹਦੇ ਤੋਂ ਇਲਾਵਾ ਵੀ ਪਤਾ ਹੈ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬੀ, ਲੱਖਾਂ ਦੀ ਗਿਣਤੀ 'ਚ ਸਿੱਖ ਵਸਦੇ ਆ। ਹੁਣ ਜਦੋਂ ਗਿਆਨੀ ਕੇਵਲ ਸਿੰਘ ਹੋਰਾਂ ਦੇ ਨਾਲ ਇਹ ਵਾਕਿਆ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ, ਉਹਨਾਂ ਨੇ ਵੀ ਕਿਹਾ, ਕਹਿੰਦੇ ਬਹੁਤ ਮਾੜੀ ਗੱਲ ਹੈ, ਅਸੀਂ SGPC ਵੱਲੋਂ ਨਿੰਦਾ ਕਰਦੇ ਹਾਂ ਤੇ ਅਸੀਂ ਠੋਕ ਵਜਾ ਕੇ ਇਸ ਮਸਲੇ ਦੀ ਪੈਰਵਾਈ ਕਰਾਂਗੇ ਕਿ ਭਾਈ ਇਹ ਕਾਰਨ ਹੋਇਆ ਕਿਉਂ। ਇੱਥੋਂ ਤੱਕ ਕਿ ਘੱਟ ਗਿਣਤੀ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਗਈ ਹੈ। ਐਡਵੋਕੇਟ ਨਵਕਿਰਨ ਸਿੰਘ ਹੋਰੀ, ਹੋਰ ਬਹੁਤ ਸਾਰੇ ਸੰਸਥਾਵਾਂ ਦੇ ਨੁਮਾਇੰਦੇ ਉੱਥੇ ਤੱਕ ਵੀ ਅਪੜੇ ਆ ਕਿ ਭਾਈ, ਕਿਉਂਕਿ ਅੱਜ ਕੱਲ੍ਹ ਉਹ ਹੈ ਵੀ ਪੰਜਾਬ ਦੇ ਸੱਜਣ ਨੇ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਨੇ, ਲਾਲਪੁਰਾ ਸਾਹਿਬ, ਹੁਣ ਉਹਨਾਂ ਤੱਕ ਵੀ ਪਹੁੰਚ ਹੋਈ ਹੈ। ਮਾਮਲਾ ਕਲੀਅਰ ਹੋਣਾ ਚਾਹੀਦਾ, ਮਾਮਲਾ ਲਪੇਟਿਆ ਨਹੀਂ ਜਾਣਾ ਚਾਹੀਦਾ ਕਿ ਭਾਈ ਕਿੱਥੇ ਜਾ ਸਕਦੇ ਆ, ਕਿੱਥੇ ਨਹੀਂ ਜਾ ਸਕਦੇ, ਜਿੱਥੇ ਨਹੀਂ ਜਾ ਸਕਦੇ ਉੱਥੇ ਕਿਉਂ ਨਹੀਂ ਜਾ ਸਕਦੇ। ਇਹ ਗੱਲ ਠੀਕ ਆ। ਦੇਖੋ ਇਹ ਜਿੱਦਾਂ ਦੀ ਗੱਲ ਸਾਹਮਣੇ ਆਈ ਨਾ, ਆਉਣੀ ਨਹੀਂ ਸੀ ਚਾਹੀਦੀ। ਜਦੋਂ ਇਹ ਖਬਰ ਮੇਰੇ ਸਾਹਮਣੇ ਆਈ ਨਾ ਤੇ ਮੇਰੇ ਦਿਮਾਗ 'ਚ ਅਚਾਨਕ ਇੱਕ ਪਿਛਲੇ ਦਿਨਾਂ ਦੀ ਖਬਰ ਆ ਗਈ, ਜਦੋਂ ਤੁਹਾਡੇ ਯਾਦ ਹੋਣਾ ਆਪਾਂ ਇੱਥੇ ਵੀ ਜ਼ਿਕਰ ਕੀਤਾ ਸੀ ਕਿ CISF ਦੇ ਕੋਲ ਹੁੰਦੀ ਉਹ ਸਾਰੀ ਸਿਕਿਉਰਿਟੀ ਜੀ। ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਬਕਾਇਦਾ ਵੀ ਜਦੋਂ ਤੁਸੀਂ ਕਿਸੇ ਸਿੱਖ ਨਾਗਰਿਕ ਦੀ ਤਲਾਸ਼ੀ ਲੈਣੀ ਆ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ। ਉਹਦੇ ਵਿੱਚ ਬਕਾਇਦਾ ਉਹਨਾਂ ਨੇ ਉਹ ਸਾਰਾ ਕੁਝ ਦੱਸਿਆ ਸੀ ਵੀ ਕਿਉਂਕਿ ਉਹਨਾਂ ਨੇ ਦਸਤਾਰ ਬੰਨ੍ਹੀ ਹੁੰਦੀ ਹੈ, ਦਸਤਾਰ ਦਾ ਇੱਕ ਸਤਿਕਾਰ ਹੁੰਦਾ, ਤੇ ਤੁਸੀਂ ਜਦੋਂ ਤਲਾਸ਼ੀ ਲੈਣੀ ਆ ਤੇ ਤੁਹਾਡਾ ਉਹ ਜਿਹੜਾ ਯੰਤਰ ਜਿਹਾ ਚੈੱਕ ਕਰਨ ਵਾਲਾ ਹੁੰਦਾ ਉਹਦੇ ਨਾਲ ਟੱਚ ਨਾ ਕਰੇ ਜਾਂ ਤੁਸੀਂ ਹੱਥ ਨਹੀਂ ਲਾਉਣਾ, ਹੈ ਨਾ। ਉਦੋਂ ਲੱਗਦਾ ਸੀ ਵੀ ਦੇਖੋ ਇਸ ਲੈਵਲ ਤੱਕ ਜੇ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਪਹਿਲਾਂ ਕੋਈ ਇੰਸੀਡੈਂਟ ਹੋਇਆ ਹੋਊਗਾ ਜਾਂ ਗਾਂਹ ਨਾ ਹੋਵੇ, ਪ੍ਰੀਕਾਸ਼ਨ ਦੇ ਤੌਰ ਤੇ ਕੀਤਾ ਗਿਆ, ਚੰਗੀ ਗੱਲ। ਪਰ ਦੂਜੀ ਗੱਲ ਇਹ ਵੀ ਜਦੋਂ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ, ਹੁਣ ਗਿਆਨੀ ਕੇਵਲ ਸਿੰਘ ਹੋਰੀ ਕਿਹੜਾ ਵੀ ਆਮ ਸਧਾਰਨ ਬੰਦੇ ਨੇ ਜੀ, ਹੁਣ ਉਹਨਾਂ ਨੂੰ ਜੇ ਰੋਕਿਆ ਗਿਆ ਤੇ ਪਹਿਲੀ ਗੱਲ ਤੇ ਇਹ ਵੀ ਜਿਹੜੇ ਬੰਦੇ ਉੱਥੇ ਲੋਕਲ ਹੋਣਗੇ ਮੌਕੇ ਤੇ, ਜਾਂ ਤੇ ਉਹਨਾਂ ਤੱਕ ਉਹ ਜਾਣਕਾਰੀ ਨਹੀਂ ਹੈਗੀ, ਕਿਉਂਕਿ ਜੇ ਆਪਾਂ ਸੰਵਿਧਾਨਕ ਤੌਰ ਤੇ ਦੇਖਦੇ ਹਾਂ ਤਾਂ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਹੈ, ਜਾਂ ਤੇ ਉਹਨਾਂ ਬੰਦਿਆਂ ਤੱਕ ਇਨਫੋਰਮੇਸ਼ਨ ਨਹੀਂ ਹੈਗੀ, ਜਾਂ ਪਰ ਚਲੋ ਹੁਣ ਜਾਂਚ ਦੇ ਵਿੱਚੋਂ ਸਾਹਮਣੇ ਆਊਗਾ। ਨਹੀਂ ਤਾਂ ਪਿਛਲੇ ਦਿਨੀ ਇੱਕ ਮੇਰੇ ਖਿਆਲ ਨਾਲ ਹੋਰ ਵੀ ਘਟਨਾ ਤੁਹਾਡੇ ਧਿਆਨ 'ਚ ਹੋਣੀ ਆ ਕਿ ਵੱਡੀਆਂ ਅਦਾਲਤਾਂ ਤੱਕ ਪਹੁੰਚ ਕੀਤੀ ਗਈ ਸੀ ਕਿ
ਵੀ ਇਹ ਜਿਹੜਾ ਸ੍ਰੀ ਸਾਹਿਬ ਪਾ ਕੇ ਜਹਾਜ਼ ਦੇ ਵਿੱਚ ਸਫ਼ਰ ਕੀਤਾ ਜਾਂਦਾ ਸਿੱਖਾਂ ਵੱਲੋਂ, ਇਹਦੇ 'ਤੇ ਇਤਰਾਜ਼ ਆ। ਹੁਣ ਉਹਦੇ 'ਚ ਬੰਦੇ ਨੇ ਉਹਦੇ ਕੀ ਸੋਚ ਹੋ ਸਕਦੀ ਕੀ ਨਹੀਂ ਹੋ ਸਕਦੀ, ਹਾਲਾਂਕਿ ਮੇਰਾ ਖਿਆਲ ਉਹ ਪਟੀਸ਼ਨ ਤਾਂ ਖਾਰਜ ਕਰ ਦਿੱਤੀ ਗਈ ਸੀ ਕਿ ਹਿੰਦੂ ਧਰਮ ਨਾਲ ਰਿਲੇਟਡ ਜਿਹੜੇ ਕੁਝ ਇੱਕ ਕਹਿ ਲਓ ਕਿ ਵੀ ਉਹਨਾਂ ਦੇ ਆਪਣੇ ਧਰਮ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ, ਵੀ ਉਹ ਧਾਰਨ ਕਰਕੇ ਅਸੀਂ ਜੇ ਸਫ਼ਰ ਕਰਨਾ ਚਾਹੀਏ ਜਾਂ ਤਾਂ ਸਾਨੂੰ ਵੀ ਇਜਾਜ਼ਤ ਦਿੱਤੀ ਜਾਵੇ, ਜਾਂ ਜੇ ਉਹਦੇ ਵਿੱਚ ਕੋਈ ਝੋਲ ਹੋ ਸਕਦਾ ਤਾਂ ਫਿਰ ਤੁਸੀਂ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਤੁਸੀਂ 6 ਇੰਚੀ ਕਿਰਪਾਨ ਜਿਹੜੀ ਆ ਉਹ ਧਾਰਨ ਕਰਕੇ ਸਫ਼ਰ ਕਰਨ ਦੀ ਇਜਾਜ਼ਤ ਕਿਉਂ ਦਿੰਦੇ ਹੋ। ਹੁਣ ਵੈਸੇ ਤਾਂ ਕਦੀ ਕਿਸੇ ਦੇ ਦਿਮਾਗ 'ਚ ਇਹੋ ਜਿਹੀ ਕੋਈ ਗੱਲ ਆਈ ਨਹੀਂ, ਪਰ ਜਿੱਦਾਂ ਉਸ ਪਟੀਸ਼ਨ ਕਰਤਾ ਦੇ ਜਾਂ ਉਹਦੇ ਪਿੱਛੇ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਦਿਮਾਗ 'ਚ ਕੁਝ ਵੱਖਰੀ ਧਾਰਾ ਹੋਊਗੀ। ਹੋ ਸਕਦਾ ਵੀ ਇਹ ਜਿੱਥੇ ਘਟਨਾ ਵਾਪਰੀ ਹੋਵੇ ਉੱਥੇ ਵੀ ਕੋਈ ਸ਼ਖਸ ਇੱਦਾਂ ਦੇ ਦਿਮਾਗ ਵਾਲਾ ਹੋਵੇ। ਨਹੀਂ, ਕੁਝ ਵੀ ਹੋ ਸਕਦਾ, ਉਹਦੀ ਤਹਿ ਤੱਕ ਜਾਣਾ ਜ਼ਰੂਰੀ ਆ। ਜਿਹੜੀ ਤੁਸੀਂ ਗੱਲ ਕਹੀ ਨਾ ਕਿ ਕੀ ਵਿੱਚ ਕੋਈ ਗੈਪ ਤਾਂ ਨਹੀਂ, ਕੋਈ ਖਲਾ ਤਾਂ ਨਹੀਂ ਕਿ ਉਹਨਾਂ ਤੱਕ ਜਾਣਕਾਰੀ ਨਾ ਆਪਣੀ ਹੋਵੇ, ਜਾਂ ਜਾਣਕਾਰੀ ਕੋਈ ਨਵਾਂ ਬੰਦਾ ਵੀ ਹੋ ਸਕਦਾ, ਪਰ ਇਹਦੀ ਤਹਿ ਤੱਕ ਜਾਣ। ਘੱਟ ਗਿਣਤੀ ਕਮਿਸ਼ਨ, ਦੇਖੋ ਆਪਾਂ ਵਾਰ-ਵਾਰ ਕਹਿੰਦੇ ਹੁੰਦੇ ਆ ਕਿ ਇਸ ਵੇਲੇ 2 ਵੱਡੇ ਸੰਵਿਧਾਨਕ ਅਹੁਦਿਆਂ ਦੇ ਉੱਤੇ ਪੰਜਾਬ ਦੇ ਵਿਅਕਤੀ ਬੈਠੇ ਆ। ਇੱਕ ਪਾਸੇ ਸਾਂਪਲਾ ਸਾਹਿਬ ਨੇ, ਦੂਜੇ ਪਾਸੇ ਲਾਲਪੁਰਾ ਸਾਹਿਬ ਨੇ। ਬਹੁਤ ਕੁਝ ਕੀਤਾ ਜਾ ਸਕਦਾ, ਬਹੁਤ ਕੁਝ ਉੱਪਰਲੇ ਪਾਸੇ ਲਿਆਇਆ ਜਾ ਸਕਦਾ, ਜਿਹੜਾ ਕਿ ਪਹਿਲਾਂ ਹਿੱਲਿਆ ਹੀ ਨਹੀਂ ਸੀ ਕੰਮ, ਉਹਨੂੰ ਤੇਜ਼ ਗਤੀ ਦੇ ਨਾਲ ਤੋਰਿਆ ਜਾ ਸਕਦਾ। ਆਹ ਮੌਕਾ ਹੈ, ਆਹ ਸਮਾਂ। ਹੁਣ ਇੱਥੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦਾ ਬਿਆਨ ਜਿਹੜਾ ਉਸੇ ਵੇਲੇ ਆ, ਦਿੱਲੀ ਦੇ ਵਿੱਚ ਹੀ ਮੈਟਰੋ ਵਾਲੀ ਘਟਨਾ ਘਟੀ ਹੈ। ਅਮਿਤ ਸ਼ਾਹ ਸਾਹਿਬ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ, ਪਰ ਉਹਨਾਂ ਦਾ ਇੱਕ ਬਿਆਨ ਸਾਹਮਣੇ ਆ ਜਿਹਦੇ ਵਿੱਚ ਉਹਨਾਂ ਨੇ ਸਿੱਖ ਗੁਰੂ ਸਾਹਿਬਾਨਾਂ ਦੀ, ਸਿੱਖ ਭਾਈਚਾਰੇ ਦੀ ਬਾਬਾ ਉਸਤਤ ਕੀਤੀ, ਬਹੁਤ ਰੱਜ ਕੇ ਸ਼ਲਾਘਾ ਕੀਤੀ। ਉਹਨਾਂ ਨੇ ਸੰਬੋਧਨ ਕਰਦੇ ਆ ਕਿਹਾ ਕਿ ਭਾਈ ਸਿੱਖ ਗੁਰੂ ਸਾਹਿਬਾਨਾਂ ਦਾ, ਸਿੱਖਾਂ ਦਾ ਤਾਂ ਹਿੰਦੂ ਭਾਈਚਾਰਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹੈ। ਇੱਥੇ ਤੱਕ ਨਹੀਂ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਜੀ ਦੇਖੋ ਕਸ਼ਮੀਰ ਦੇ ਪੰਡਿਤ ਆਏ, ਸਿੱਖ ਗੁਰੂ ਸਾਹਿਬ ਨੇ ਉਹਨਾਂ ਦੇ ਲਈ ਕੁਰਬਾਨੀ ਦਿੱਤੀ ਧਰਮ ਬਚਾਉਣ ਦੇ ਲਈ। ਫਿਰ ਉਹਨਾਂ ਕਿਹਾ ਕਿ ਦੇਖੋ ਇੱਥੇ ਸੀਸਗੰਜ ਸਾਹਿਬ ਹੈ, ਇੱਥੇ ਹੀ ਜਿਹੜਾ ਉਹ ਕੁਰਬਾਨੀ ਦਿੱਤੀ ਗਈ ਸੀ ਉਹਨਾਂ ਵੱਲੋਂ। ਕਿਵੇਂ? ਕਹਿੰਦੇ ਹਿੰਦ ਦੀ ਚਾਦਰ ਐਵੇਂ ਤਾਂ ਨਹੀਂ ਕਿਹਾ ਜਾਂਦਾ, ਜਾਣੀ ਕੱਲੀ ਕੱਲੀ ਗੱਲ ਪੜ੍ਹਦੇ ਨਹੀਂ ਸੀ ਉਹ। ਬਿਲਕੁਲ ਇਦਾਂ ਨਹੀਂ ਸੀ ਕਿ ਉਹਨਾਂ ਨੇ ਕੋਈ ਚੀਜ਼ ਉੱਥੋਂ ਪੜ੍ਹ ਕੇ ਗਈ ਹੋਵੇ, ਸਾਰੀਆਂ ਯਾਦ ਸੀ ਅਮਿਤ ਸ਼ਾਹ ਸਾਹਿਬ ਨੂੰ। ਉਹਨਾਂ ਨੇ ਉੱਥੇ ਗੱਲਾਂ ਕਹੀਆਂ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ। ਉਹ ਕਹਿੰਦੇ ਜੀ ਇਹ ਮੋਦੀ ਸਾਹਿਬ ਦੀ ਸਰਕਾਰ ਨੂੰ ਬਹੁਤ ਵੱਡਾ ਜਾਣੀ ਮੌਕਾ ਮਿਲਿਆ। ਫਿਰ ਉਹਨਾਂ ਨੇ ਫਿਰ ਪੜ੍ਹ ਕੇ ਦੱਸਿਆ ਕਿ ਇਸ ਗੁਰੂ ਸਾਹਿਬਾਨ ਦਾ ਅਸੀਂ ਆਹ ਪੁਰਬ ਕੇਂਦਰ ਸਰਕਾਰ ਨੇ ਮਨਾਇਆ। 7-8 ਦਿਨ ਉਹਨਾਂ ਨੇ ਦੱਸੇ। ਕਹਿੰਦੇ ਜੀ ਇੰਨਾ ਸਤਿਕਾਰ ਜੇ ਅਸੀਂ ਕਰਦੇ ਹਾਂ ਤੁਸੀਂ ਥਾਂ ਵੀ ਨਹੀਂ ਪਾ ਸਕਦੇ ਉਹਦੀ। ਜਾਣੀ ਗੱਲਾਂ ਦੋਨੇ ਪਾਸੇ ਨੇ ਕਿ ਹੁਣ ਕਿੱਧਰਲੇ ਪਾਸੇ ਨਾ ਪ੍ਰੈਕਟੀਕਲੀ ਕੁਛ ਨਾ ਕੁਛ ਹੋ ਜਾਵੇ। ਇਹਦੇ 'ਚ ਮੇਰਾ ਖਿਆਲ ਇੱਕ ਬੇਨਤੀ ਆਪਾਂ ਜ਼ਰੂਰ ਕਰਦੇ ਹਾਂ ਜਿਹੜੇ ਇਸ ਵਕਤ ਸਿੱਖ ਲੀਡਰ ਨੇ ਬੀਜੇਪੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਗਏ ਨੇ, ਭਾਵੇਂ ਸਿਰਸਾ ਸਾਹਿਬ ਦੀ ਗੱਲ ਕਰ ਲਈ, ਦਿੱਲੀ ਬੈਠੇ ਨੇ, ਦਿੱਲੀ ਘਟਨਾ ਵਾਪਰੀ ਜੀ, ਉਹਨਾਂ ਦੀ ਪਹੁੰਚ ਵੀ ਹੈਗੀ ਉੱਪਰ ਤੱਕ, ਫਟਾਫਟ ਸਾਰਾ ਕੁਝ ਕਰਵਾ ਵੀ ਸਕਦੇ ਆ। ਵੀ ਇਹਦੇ ਨਾਲ ਨਾ ਦੇਖੋ ਮੌਕਾ ਮਿਲ ਜਾਂਦਾ ਗੱਲ ਕਰਨ ਵਾਲਿਆਂ ਨੂੰ। ਹੁਣ ਆਪਾਂ ਸੋਸ਼ਲ ਮੀਡੀਆ 'ਤੇ ਮੈਂ ਦੇਖ ਰਿਹਾ ਸੀ, ਇਹਦੇ ਨਾਲ ਹੀ ਉਹ ਚਰਚਾ ਇਹ ਵੀ ਚੱਲਣ ਲੱਗ ਪਈ ਸੀ, ਸਿੱਖਾਂ ਨੂੰ ਇੱਕ ਵਾਰੀ ਫਿਰ ਗੁਲਾਮੀ ਦਾ ਅਹਿਸਾਸ ਕਰਾਇਆ ਦਿੱਲੀ ਨੇ। ਹੁਣ ਦਿੱਲੀ ਦੇ ਗ੍ਰਹਿ ਮੰਤਰੀ ਸਾਹਿਬ ਦੇ ਬਿਆਨ ਤੁਸੀਂ ਹੁਣੇ ਦੱਸੇ, ਘਟਨਾ ਇੱਕ ਵੱਖਰੀ ਵਾਪਰਦੀ ਹੈ ਤੇ ਉਹਨੂੰ ਦੇਖੋ ਗੁੱਸਾ ਹਰੇਕ ਨੂੰ ਆ ਸਕਦਾ, ਹਰੇਕ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਆ ਜੀ, ਉਹ ਵਿਚਾਰ ਉੱਤੇ ਉਹ ਸੋਸ਼ਲ ਮੀਡੀਆ 'ਤੇ ਲਿਖ ਸਕਦਾ, ਪਰ ਉਹ ਡਿਬੇਟ ਇੱਕ ਚੱਲ ਪਈ ਨਾ ਵੱਖਰੀ ਤਰ੍ਹਾਂ ਦੀ। ਇਹ ਨਾ ਚੱਲੇ ਜਾਂ ਅੱਗੇ ਇਨ ਫਿਊਚਰ ਦੇ ਵਿੱਚ ਇਹੋ ਜਿਹਾ ਕੁਛ ਨਾ ਘਟੇ, ਉਹਦੇ ਲਈ ਮੇਰੇ ਖਿਆਲ ਨਾਲ ਜੋ ਬਣਦੀ ਕਾਰਵਾਈ ਜਾਂ ਬਣਦੇ ਸਟੈਪਸ ਨੇ ਹੋਣੇ ਚਾਹੀਦੇ। ਜੇ ਪਿਛਲੇ ਦਿਨਾਂ 'ਚ ਕੋਈ ਵੀਡੀਓ ਜਾਰੀ ਕੀਤੀ ਜਾ ਸਕਦੀ, ਜੇ ਨਹੀਂ ਸਾਰਿਆਂ ਤੱਕ ਪਹੁੰਚੀ ਤੇ ਇੱਕ ਵਾਰ ਫਿਰ ਜਾਰੀ ਕਰ ਦਿੱਤੇ ਜਾਣ ਨਿਰਦੇਸ਼ ਹੈ ਨਾ, ਚਾਹੇ ਉਹ 에ਅਰਪੋਰਟ ਹੋਵੇ, ਚਾਹੇ ਉਹ ਮੈਟਰੋ ਸਟੇਸ਼ਨਸ ਹੋਣ, ਜਾਂ ਹੋਰ ਜਿਹੜੀਆਂ ਵੀ ਥਾਵਾਂ ਨੇ, ਵੀ ਆਹ ਚੀਜ਼ਾਂ ਨੇ, ਇਹ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਨੇ, ਤੁਸੀਂ ਇਹਨਾਂ ਦਾ ਖਿਆਲ ਰੱਖਣਾ। ਇੰਨਾ ਕੀ ਗੱਲ, ਇੰਨੀ ਗੱਲ ਨਹੀਂ, ਬਹੁਤ ਦੂਰ ਤੱਕ ਦਾ ਮਸਲਾ ਨਹੀਂ। ਮੈਂ ਤਾਂ ਕਹਿੰਦਾ ਸੰਧਾਲੀਆ ਸਾਹਿਬ ਇਕੱਲਾ ਸਿੱਖ ਭਾਈਚਾਰਾ ਨਹੀਂ, ਚਾਹੇ ਉਹ ਮੁਸਲਿਮ ਨੇ, ਮੋਦੀ ਨੇ, ਜੈਨੀ ਨੇ, ਈਸਾਈ ਭਾਈਚਾਰੇ ਦੇ ਨੇ, ਸਾਰਿਆਂ ਦੇ ਨਾਲ ਇਦਾਂ ਮਿੱਤਰਤਾਪੂਰਵਕ ਵਿਵਹਾਰ ਹੋਵੇ ਕਿ ਇਹ ਮਸਲਾ ਹੀ ਨਾ ਉੱਠੇ। ਇਧਰਲੇ ਪਾਸੇ ਨੂੰ ਸਾਡੀ ਤਾਕਤ, ਸਾਡਾ ਸਮਾਂ, ਸਾਡੀ ਸ਼ਕਤੀ, ਕੋਈ ਚੀਜ਼ ਜਾਇਆ ਜਾਵੇ ਹੀ ਨਾ। ਹੁਣ ਭੋਰਾ ਅਗਲੇ ਪਾਸੇ ਨੂੰ ਵੱਧਦੇ ਆ। ਸੰਧਾਲੀਆ ਸਾਹਿਬ 2 ਪੰਜਾਬ ਦੇ ਵੱਡੇ ਲੀਡਰ, ਦੋਨੇ ਹੀ ਜੇਲ੍ਹ 'ਚ ਨੇ, ਦੋਸ਼ ਦੋਨਾਂ ਦੇ ਨਹੀਂ ਸਾਬਿਤ ਹੋਏ, ਦੋਨੇ ਅਦਾਲਤੀ ਹਿਰਾਸਤ 'ਚ ਨੇ, ਦੋਵੇਂ ਇੱਕੋ ਸ਼ਹਿਰ ਦੇ ਨੇ। ਇੱਕ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਸਿਮਰਜੀਤ ਸਿੰਘ ਬੈਂਸ, 2 ਵਾਰੀ MP ਦੀ ਇਲੈਕਸ਼ਨ ਵੀ ਲੜੀ ਆ, 3 ਵਾਰੀ MLA ਰਹੇ ਨੇ ਉਹ। ਇਧਰਲੇ ਪਾਸੇ ਉਹਨੇ ਭਾਰਤ ਭੂਸ਼ਣ ਆਸ਼ੂ ਲੀਡਰ ਕਾਂਗਰਸ ਦੇ ਨੇ, ਕੈਬਨਿਟ ਮੰਤਰੀ ਰਹੇ ਨੇ ਤੇ ਤਾਕਤਵਰ ਲੀਡਰ ਮੰਨੇ ਜਾਂਦੇ ਸੀ। ਕਿਹੜੇ ਪਾਸਿਓਂ ਆਪ ਲੋਕ ਅੰਦਾਜ਼ਾ ਲਾਉਣ। ਆਸ਼ੂ ਸਾਹਿਬ ਕਿਉਂਕਿ ਉਹਨਾਂ ਦੇ ਉੱਤੇ ਟੈਂਡਰ ਘੁਟਾਲੇ ਦਾ ਰੌਲਾ ਹੈ, ਟਰਾਂਸਪੋਰਟੇਸ਼ਨ ਲੇਬਰ ਘੁਟਾਲੇ ਦਾ ਰੌਲਾ ਹੈ ਕਿ ਉਹਨਾਂ ਨੇ ਕੁਝ ਨੇੜਲੇ ਬੰਦਿਆਂ ਨੂੰ ਟੈਂਡਰ ਸਪਲਾਈ ਕੀਤੇ, 2000 ਕਰੋੜ ਦੇ ਘੁਟਾਲੇ ਦਾ ਰੌਲਾ ਪੈਂਦਾ। ਕੀਤਾ ਉਹਨਾਂ ਕਿਨੇ ਕੀਤਾ, ਅਦਾਲਤ ਦਾ ਕੰਮ ਹੈ, ਸਾਡਾ ਨਹੀਂ। ਉਹ ਹੁਣ 14 ਦਿਨ ਦੀ ਅਦਾਲਤੀ ਹਿਰਾਸਤ ਦੇ ਵਿੱਚ ਸੀ। ਉਹਨਾਂ ਨੇ ਚਲੋ ਅਦਾਲਤ ਦੇ ਵਿੱਚ ਬੇਨਤੀ ਕੀਤੀ ਜੀ ਮੈਨੂੰ ਹੁਣ ਜ਼ਮਾਨਤ ਦੇ ਦਿਓ, ਪੁੱਛਗਿੱਛ ਕਰ ਲਈ ਹੈ, ਸਿਆਸੀ ਆਧਾਰ ਤੇ ਫਸਾਇਆ ਜਾ ਰਿਹਾ। ਉਹਨਾਂ ਦੇ ਵਕੀਲਾਂ ਨੇ ਵੀ ਤਿਆਰੀ ਪੂਰੀ ਕੀਤੀ ਸੀ, ਕਾਗਜ਼ਾਂ ਦਾ ਥੱਬਾ ਕੋਲ।
ਸਰਕਾਰ ਦੇ ਵਕੀਲ ਵੀ ਕਹਿੰਦੇ ਕਿ ਸਾਡੇ ਤੋਂ ਤਾਕਤਵਰ ਕਾਗਜ਼ਾਂ ਤਾਬਾ ਕੋਲ ਜ਼ਮਾਨਤ ਰੱਦ ਹੋ ਗਈ। ਜਾਣੀ ਕਿ ਭਾਰਤ ਭੂਸ਼ਣ ਆਸ਼ੂ ਸਾਹਿਬ ਨੂੰ ਆਸ ਹੋਣੀ ਹੈ ਕਿ ਹੁਣ ਤਾਂ ਧਰਮਸੋਤ ਸਾਹਿਬ ਨੂੰ ਵੀ ਜ਼ਮਾਨਤ ਮਿਲ ਗਈ, ਗਿਲਜੀਆਂ ਸਾਹਿਬ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ, ਹੁਣ ਤਾਂ ਸਿੰਗਲਾ ਸਾਹਿਬ ਜਿਹੜੇ ਸਾਬਕਾ ਸਿਹਤ ਮੰਤਰੀ ਨੇ ਉਹਨਾਂ ਨੂੰ ਵੀ ਜ਼ਮਾਨਤ ਮਿਲ ਗਈ, ਹੁਣ ਤਾਂ ਮਜੀਠੀਆ ਸਾਹਿਬ ਨੂੰ ਵੀ ਜ਼ਮਾਨਤ ਮਿਲ ਗਈ ਕਿ ਭਾਈ ਸ਼ਾਇਦ ਹੋ ਸਕਦਾ ਜ਼ਮਾਨਤਾਂ ਮਿਲਣ ਦਾ ਸੀਜ਼ਨ ਚੱਲ ਰਿਹਾ ਕਿ ਮੈਨੂੰ ਮਿਲ ਜਾ, ਪਰ ਜ਼ਮਾਨਤ ਰੱਦ ਹੋ ਗਈ। ਭੁਪਿੰਦਰ ਹਨੀ ਉਹਦਾ ਨਾਂ ਨਹੀਂ ਲਿਆ। ਕਿਹਨਾਂ ਦਾ? ਭੁਪਿੰਦਰ ਹਨੀ। ਦੇਖੋ ਮੈਂ ਫੇਰ ਕਹਿਣਾ ਕਿ ਕਈ ਬੰਦੇ ਕੱਚੇ ਜਾ ਹੋਈ ਜਾਂਦੇ ਆ, ਤੁਸੀਂ ਫਿਰ ਉਧਰ ਨੂੰ ਲੈ ਜਾਂਦੇ ਗੱਲ। ਤੇ ਮੈਂ ਤਾਂ ਗਣਾਉਣ ਹੀ ਲੱਗਿਆ ਸੀ। ਨਹੀਂ ਪਰ ਚਲੋ ਗੱਲ ਇਹ ਆ ਵੀ ਦੇਖੋ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਜਿਵੇਂ ਅਦਾਲਤੀ ਹਿਰਾਸਤ ਦੇ ਵਿੱਚ ਲੀਡਰ ਸਾਹਿਬਾਨ ਗਏ ਉਸੇ ਤਰ੍ਹਾਂ ਹੀ ਤਰਤੀਬਵਾਰ ਹੀ ਉਹ, ਕਿਉਂਕਿ ਲਗਾਤਾਰ ਵਕੀਲ ਸਾਹਿਬ ਵੱਲੋਂ ਵੀ ਤਿਆਰੀ ਕੀਤੀ ਜਾਂਦੀ ਹੈ। ਐਂਡ ਮੈਨੂੰ ਲੱਗਦਾ ਇਹਦਾ ਵੀ ਇੱਕ ਪ੍ਰੋਸੈਸ ਹੁੰਦਾ ਨਾ ਵੀ ਤੁਸੀਂ ਆਪਣੇ ਵੱਲੋਂ ਕਾਗਜ਼ ਦਾਖਲ ਕਰਦੇ ਹੋ, ਉੱਥੇ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਚੀਜ਼ਾਂ ਹੁੰਦੀਆਂ ਨੇ, ਫਿਰ ਉੱਥੋਂ ਹੋ ਸਕਦਾ ਵੀ ਦੂਸਰੀ ਧਿਰ ਆਪਣੇ ਵੱਲੋਂ ਇਤਰਾਜ਼ ਲਾ ਦੇਵੇ, ਫਿਰ ਜੱਜ ਸਾਹਿਬ ਦੇਖਦੇ ਨੇ ਵੀ ਨਹੀਂ ਜੀ ਇਹਦੇ ਹਿਸਾਬ ਨਾਲ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਹੁਣ ਅੱਧੀ ਗੱਲ ਦਾ ਪਤਾ ਲੱਗ ਜਾਂਦਾ, ਅਗਲੀ ਵਾਰ ਉਹਦਾ ਜਵਾਬ ਲੈ ਕੇ ਚਲੇ ਜਾਂਦੇ ਨੇ। ਹੋ ਸਕਦਾ ਪਹਿਲੀ ਵਾਰ 25% ਕੰਮ ਹੋ ਜੇ, ਫਿਰ 50 ਹੋ ਜੇ, ਫਿਰ 75 ਹੋ ਜੇ, ਚੌਥੀ ਪੰਜਵੀਂ ਵਾਰ ਜਦੋਂ 100% ਕੰਮ ਹੋ ਜਾਂਦਾ ਫਿਰ ਜ਼ਮਾਨਤ ਮਿਲ ਜਾਂਦੀ। ਇਸ ਕੇਸ ਦੇ ਵਿੱਚ ਵੀ ਹੋ ਸਕਦਾ ਵੀ ਥੋੜ੍ਹਾ ਲੰਮਾ ਸਮਾਂ ਲੱਗ ਜਾਵੇ, ਪਰ ਗੱਲ ਇਹ ਆ ਵੀ ਜਿਹੜਾ ਬੰਦਾ ਨਿਰਦੋਸ਼ ਹੈ ਉਹਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਪਰ ਜੇ ਵਾਕਈ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਘਟਿਆ ਵਾਪਰਿਆ, ਉਹਦੇ ਲਈ ਜਿਹੜਾ ਬੰਦਾ ਭਾਵੇਂ ਕੋਈ ਬਹੁਤ ਵੱਡੇ ਅਹੁਦੇ ਵਾਲਾ ਹੋਵੇ ਭਾਵੇਂ ਛੋਟੇ ਵਾਲਾ ਹੋਵੇ, ਉਹਦੇ ਲਈ ਬਣਦੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਗਾਂਹ ਤੋਂ ਕੰਨ ਹੋ ਜਾਣ, ਹੈ ਨਾ। ਕਿਉਂਕਿ ਇੱਕ ਤੁਸੀਂ ਗੋਲਡੀ ਬਰਾੜ ਹੋਰਾਂ ਵਾਲੀ, ਗੋਲਡੀ ਕੰਬੋਜ ਹੋਰਾਂ ਵਾਲੀ ਉਦਾਹਰਨ ਦਿੱਤੀ। ਕੱਲ੍ਹ ਆਪਾਂ 2 ਮੰਤਰੀਆਂ ਦੀ ਗੱਲ ਕਰੀ ਜਾਂਦੇ ਵੀ ਉਹਨਾਂ ਨੂੰ ਸੇਵਾ ਕੇਂਦਰ ਲੱਭ ਕੇ ਜਾਣਾ ਪਿਆ ਵੀ ਯਾਰ ਉੱਥੇ ਏਡੀ ਕੀ ਗੱਲ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਿੱਥੇ ਕਿਤੇ ਵੀ ਘਟਦੀਆਂ ਵਾਪਰਦੀਆਂ ਨੇ, ਜੇ ਉਹਨਾਂ ਨੂੰ ਇਸ ਤਰ੍ਹਾਂ ਥੋੜ੍ਹਾ ਬਹੁਤ ਦਬਕਾ ਰਹੂਗਾ ਤੇ ਕੰਮ ਸਹੀ ਹੋ ਜਾਊਗਾ, ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਨਹੀਂ ਔਖਾ ਹੋ ਜਾਂਦਾ। ਬਾਕੀ ਸੰਧਾਵਾਲੀਆ ਸਾਹਿਬ ਸਮੇਂ ਦੇ ਗੇੜ ਦਾ ਨਹੀਂ ਕੋਈ ਥਾਂ ਨਹੀਂ ਪਾ ਸਕਦਾ। ਤੁਸੀਂ ਦੇਖੋ ਕੋਈ ਸਮਾਂ ਹੁੰਦਾ ਸੀ ਲੋਕ ਬੈਂਸ ਸਾਹਿਬ ਤੋਂ ਅਧਿਕਾਰੀ ਡਰਦੇ ਹੁੰਦੇ ਸੀ ਕਿ ਯਾਰ ਸਿਮਰਜੀਤ ਸਿੰਘ ਬੈਂਸ ਹੋਰੀ ਆ ਗਏ, ਉਹਨਾਂ ਦਾ ਕੰਮ ਦਫ਼ਤਰ ਖੋਲ੍ਹੇ ਸੀ, ਬੜਾ ਵਧੀਆ ਚੱਲਦਾ ਸੀ, ਲੋਕ ਜਾਂਦੇ ਸੀ ਤੇ ਆਮ ਹੀ ਕਿਹਾ ਜਾਂਦਾ ਸੀ ਯਾਰ ਉਹ ਮਿਲਦੇ ਸਾਰਿਆਂ ਨੂੰ, ਦੋਨੇ ਬੈਂਸ ਭਰਾ, ਕਿ ਆਮ ਲੋਕਾਂ ਦੀ ਪਹੁੰਚ ਹੈ, ਕਿਸੇ ਨੇ ਕੋਈ ਫਾਰਮ ਭਰਾਉਣਾ, ਕਿਸੇ ਦਾ ਕੰਮ ਨਹੀਂ ਹੁੰਦਾ, ਉੱਥੇ ਜਾ ਵੜੋ, ਆਪ ਨਹੀਂ ਮਿਲਣਗੇ, ਕੋਈ ਨਾ ਕੋਈ ਨੁਮਾਇੰਦਾ ਹੋਊਗਾ, ਤੁਹਾਨੂੰ ਆਪ ਟੈਲੀਫੋਨ ਕਰਕੇ ਦੱਸਣਗੇ ਕਿ ਭਾਈ ਆ ਤੁਹਾਡਾ ਕੰਮ ਇੰਨੀ ਤਰੀਕ ਨੂੰ ਹੋਣਾ, ਕਾਗਜ਼ ਤੁਹਾਡਾ ਇੰਨੀ ਤਰੀਕ ਨੂੰ ਬਣ ਜਾਣਾ, ਇੱਥੇ ਆ ਕੇ ਲੈ ਜਾਓ, ਇੱਥੇ ਦਸਤਖਤ ਕਰ ਦਿਓ, ਕਿ ਖੱਜਲ ਨਹੀਂ ਹੋਣ ਦਿੰਦੇ ਲੋਕਾਂ ਨੂੰ। ਇਹੀ ਸੀ। ਹੁਣ ਤੁਸੀਂ ਦੇਖੋ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਐਸੇ ਸਾਲ ਜਨਵਰੀ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਬਿਆਨ ਆਏ ਕਿ ਸਾਡੇ ਤੋਂ ਬਿਨਾਂ ਨਹੀਂ ਪੰਜਾਬ ਦੀ ਸਰਕਾਰ ਬਣ ਸਕਦੀ, ਅਸੀਂ ਐਤਕੀ ਤੈਅ ਕਰਾਂਗੇ ਕਿ ਸਰਕਾਰ ਕਿਹਦੀ ਹੋਏਗੀ। ਲੋਕਾਂ ਨੂੰ ਐਂ ਵੀ ਲੱਗਦਾ ਸੀ ਕਿ 40-50 ਸੀਟਾਂ ਤੇ ਚੋਣ ਲੜ ਰਹੇ ਆ, 5-7 ਸੀਟਾਂ ਨੂੰ ਹੱਥ ਪੈ ਗਿਆ, ਜੇ ਕਿਸੇ ਦੀ ਵੀ ਸਰਕਾਰ ਨਾ ਬਣੀ ਕੋਈ ਪਤਾ ਨਹੀਂ ਹੁੰਦਾ, ਵੱਡਾ ਦਾ ਲੱਗਣ ਲੱਗੇ ਵੀ। ਪਰ ਹੁਣ ਹਾਲਾਤ ਕੀ ਨੇ? ਜਬਰ ਜਨਾਹ ਦੇ ਦੋਸ਼ ਲੱਗੇ ਆ, ਜੇਲ੍ਹ ਦੇ ਵਿੱਚ ਨੇ, ਜ਼ਮਾਨਤ ਦੀ ਅਰਜ਼ੀ ਲਾਈ, ਫੇਰ ਰੱਦ ਹੋ ਗਈ। ਪਰਿਵਾਰ ਦੇ ਕੁਝ ਇੱਕ ਮੈਂਬਰਾਂ ਦੇ ਉੱਤੇ ਵੀ ਦੋਸ਼ ਇਸੇ ਮਸਲੇ ਤੇ ਲੱਗਦੇ ਆ। ਹੁਣ ਜਦੋਂ ਸਥਿਤੀ ਇੱਥੇ ਤੱਕ ਆ ਗਈ, ਉਹਨਾਂ ਦੀ ਪਾਰਟੀ ਦਾ ਕੀ ਬਣੂਗਾ? ਕਿਉਂਕਿ ਲੀਡਰ ਲੈ ਦੇ ਕੋਈ 2 ਹੀ ਸੀਗੇ, ਦੋਨੋਂ ਹੀ ਬੈਂਸ ਭਰਾ, ਤੇ ਹੁਣ ਪਾਰਟੀ ਕਿੱਥੇ ਨੂੰ ਸਿਆਸੀ ਤੌਰ ਤੇ ਭਵਿੱਖ ਕੀ ਹੈ? ਦੋਵੇਂ ਇਲੈਕਸ਼ਨ ਹਾਰ ਗਿਆ, ਜ਼ਮਾਨਤਾਂ ਜ਼ਬਤ ਹੋ ਗਈਆਂ, ਸਮੇਂ ਦੇ ਗੇੜ ਦਾ ਕੋਈ ਪਤਾ ਨਹੀਂ। ਇਹ ਦੇਖੋ ਸਮੇਂ ਦਾ ਗੇੜ ਹੀ ਹੈ ਨਾ ਵੀ ਕਦੀ ਤੇ ਕਹਿੰਦੇ ਵੀ ਦੇਖੋ ਕਿੰਨੇ ਦਹਾਕੇ ਲਗਾਤਾਰ ਜੀ ਸਾਰੇ ਭਾਰਤ ਤੇ ਉਸ ਪਾਰਟੀ ਦਾ ਰਾਜ ਹੁੰਦਾ ਸੀ, ਉਸ ਪਾਰਟੀ ਦੇ ਪਰਿਵਾਰ ਦੇ ਮੈਂਬਰ ਹੀ ਕੋਈ ਨਾ ਕੋਈ ਵੱਡੀ ਗੱਦੀ ਤੇ ਬੈਠਦਾ ਸੀ। ਉਸੇ ਪਾਰਟੀ ਦੇ ਹੁਣ ਗਾਂਹ ਵਾਲੇ ਮੈਂਬਰ ਰਾਹੁਲ ਗਾਂਧੀ ਸਾਹਿਬ, ਉਹ ਇਸ ਵਕਤ ਭਾਰਤ ਜੋੜੋ ਯਾਤਰਾ ਕਰ ਰਹੇ ਆ। ਐਂਡ ਭਾਰਤ ਜੋੜੋ ਯਾਤਰਾ ਦੇ ਵਿੱਚ ਉਹ ਲਗਾਤਾਰ ਜਿਵੇਂ ਸਫ਼ਰ ਤੈਅ ਕਰਦੇ ਆ ਰਹੇ ਆ, ਉਹਦੇ ਵਿੱਚ ਅੱਜ ਨਵੀਂ ਗੱਲ ਦਾ ਇੱਕ ਪੌੜਾ ਪੈ ਗਿਆ, ਕਿਉਂਕਿ ਬੀਜੇਪੀ ਵਾਲੇ ਪਾਸੋਂ ਇੱਕ ਟਵੀਟ ਕੀਤਾ ਗਿਆ, ਇੱਕ ਫੋਟੋ ਜਿਹੜੀ ਉਹ ਰਾਹੁਲ ਗਾਂਧੀ ਸਾਹਿਬ ਦੀ, ਇੱਕ ਬਿਲਕੁਲ ਡਿੱਟੋ ਉਸੇ ਤਰ੍ਹਾਂ ਦੀ ਟੀ-ਸ਼ਰਟ ਦੀ, ਮੇਰਾ ਖਿਆਲ ਬਰਬਰੀ ਬ੍ਰਾਂਡ ਦੀ ਉਹ ਟੀ-ਸ਼ਰਟ ਆ, 41-42 ਹਜ਼ਾਰ ਉਹਦਾ ਮੁੱਲ ਲਿਖਿਆ, ਨਾਲ ਉਹਨਾਂ ਨੇ ਸਕਰੀਨਸ਼ਾਟ ਵੀ ਪਾਇਆ ਵੀ ਆਹ ਦੇਖੋ ਇਸ ਟੀ-ਸ਼ਰਟ ਨੂੰ ਜੇ ਤੁਸੀਂ ਲੈਣਾ ਤੇ 41-42 ਹਜ਼ਾਰ ਦੀ ਆ। ਉਹ ਕਹਿੰਦੇ ਵੀ 41-42 ਹਜ਼ਾਰ ਦੀ ਟੀ-ਸ਼ਰਟ ਪਾ ਕੇ ਤੇ ਰਾਹੁਲ ਗਾਂਧੀ ਸਾਹਿਬ ਗਰੀਬਾਂ ਦੀ ਗੱਲ ਕਰਨ ਤੁਰੇ ਨੇ। ਸੰਧਾਲੀਆ ਸਾਹਿਬ ਮੈਨੂੰ ਇੱਕ ਪਹਿਲਾਂ ਮੇਰੇ ਗਿਆਨ 'ਚ ਵਾਧਾ ਕਰੋ ਤੁਸੀਂ, ਯਾਨੀ ਵੀ ਮੈਨੂੰ ਨਹੀਂ ਪਤਾ ਵੀ ਆ ਜਿਹੜੀ ਕੰਪਨੀ ਤੁਸੀਂ ਕਹੀ ਆ ਜਾਂ ਸਾਡੇ ਲਈ ਤਾਂ ਚੈੱਕ ਜਿਹਾ ਕੱਪੜਾ, ਇੱਕ ਵੱਡੀਆਂ ਡੱਬੀਆਂ ਵਾਲਾ ਕੱਪੜਾ ਆ, ਜਾਨੀ ਉਹ ਹੈ ਹੁੰਦਾ ਕੀ ਆ? ਦੇਖੋ ਉਹੀ ਬ੍ਰਾਂਡ ਆ, ਬਸ ਉਹਨੇ ਦਾ ਹੀ ਮੁੱਲ ਆ, ਬਸ ਡੱਬੀਆਂ ਦਾ ਹੀ ਸਮਾਨ ਸੌਦਾ ਉਹੀ ਆ। ਉਹ ਮੁੱਲ ਵੀ ਤਾਂ ਜੇ ਰੀਜਨਲ ਆ, ਤੇ ਜੇ ਆਪਾਂ ਲੁਧਿਆਣਿਓਂ ਲੈ ਲੈਣਾ ਲੈ ਫਿਰ ਕੁੜਤਾ ਪਜਾਮਾ ਵੀ ਆਪਾਂ ਸਵਾ ਸਕਦੇ ਉਹੋ ਜਿਹੇ ਕੱਪੜੇ ਦੇ। ਹੁਣ ਹੋਰ ਸੁਣੋ ਤੁਸੀਂ, ਮੈਂ ਇੱਕ ਵਾਰੀ ਇੱਥੇ ਵੱਡੇ ਸ਼ਹਿਰ ਦੇ ਵਿੱਚ ਕਹਿੰਦੇ ਜੀ ਉੱਥੇ ਉਹ ਸੜਕ ਦੇ ਉੱਤੇ ਬੜੇ ਸ਼ਾਪਿੰਗ ਮਾਲ ਆ, ਆਪਾਂ ਉਸ ਸੜਕ ਤੇ ਘੁੰਮ ਕੇ ਆਉਨੇ ਆ, ਸੜਕ ਤੇ ਹੀ ਘੁੰਮਣਾ ਹੁੰਦਾ, ਅੰਦਰ ਤਾਂ ਵੜ ਨਹੀਂ ਸਕਦੇ ਆਪਾਂ ਜਿੰਨਾ ਰੇਟ ਹੈ। ਉਹ ਜੀ ਉਹ ਵੀ ਉਹ ਆਹ ਦੁਕਾਨ ਬੜਾ ਵੱਡਾ ਬ੍ਰਾਂਡ ਹੈ, ਉਹ ਇੱਕ ਪੰਛੀ ਜਾਣੀ, ਮੈਂ ਕਿਹਾ ਵੀ ਉੱਥੇ ਲੱਗੀ ਟੀ-ਸ਼ਰਟ ਜੀ ਆ ਬਹੁਤ ਮਹਿੰਗੀ ਜਾਣੀ ਭਾਰਤ ਦੇ 10,000 ਰੁਪਏ ਦੀ,
ਮੈਂ ਉਹ ਹੈਂਗਰ ਜਿਹਾ ਚੋਂ ਲਾ ਕੇ ਦੇਖੀ, ਉਹ ਇੱਕੋ ਹੀ ਰੰਗ ਅੱਗੇ ਇੱਕੋ ਹੀ ਰੰਗ ਮੂਹਰੇ, ਇੱਥੇ ਕਮਾੜੀ ਜੀ ਕੁਛ ਬਣਿਆ ਆ, ਉਹ ਇੱਕ ਪੰਛੀ ਉਹਦਾ ਲੋਗੋ ਸੀ, ਇੰਨਾ ਛੋਟਾ ਵੀ ਨਿਗਾਹ ਦੀਆਂ ਐਨਕਾਂ ਲਾ ਕੇ ਦੇਖਣਾ ਪਵੇ। ਮੈਂ ਕਿਹਾ ਕਹਿੰਦੇ ਇਹਦਾ ਹੀ ਮੁੱਲ ਆ। ਅਰੇ ਇਹੋ ਹੀ ਤੇ ਰੌਲਾ, ਸਧਾਰਨ ਕੱਪੜਾ। ਮੈਂ ਕਿਹਾ ਜੀ ਇਹੀ ਤੇ ਗੱਲ ਹੈ ਬਸ। ਅੱਜ ਕੱਲ ਜਿਹੜੀਆਂ ਚੀਜ਼ਾਂ ਮਹਿੰਗੀਆਂ ਨੇ ਉਹ ਮਹਿੰਗੀਆਂ ਨੇ, ਇਸੇ ਕਰਕੇ ਤਾਂ ਅਗਲੇ ਨੇ ਕਾਲਰ ਦੇ ਵਿੱਚੋਂ ਮਾੜਾ ਜਿਹਾ ਲੱਭਾ ਵੀ ਇੱਥੇ ਚੈੱਕ ਜਿਹਾ ਕੱਪੜਾ ਲੱਗਾ ਹੀ। ਹੁਣ ਸੰਧਾਲੀਆ ਸਾਹਿਬ ਇੱਥੇ ਹੀ ਆ ਜਾਂਦੇ ਆ, ਤੁਸੀਂ ਦੱਸੋ ਜਾਨੀ 40, 41 ਤੇ 42 ਹਜ਼ਾਰ ਦੀ ਇੱਕ ਟੀ-ਸ਼ਰਟ। ਕਾਂਗਰਸੀਆਂ ਨੇ ਵੀ ਕਿਹਾ, ਕਹਿੰਦੇ 10-10 ਲੱਖ ਦੇ ਸੂਟ ਤੱਕ ਗੱਲ ਜਾਊਗੀ। ਤੁਸੀਂ ਮਹਿੰਗਾਈ ਦੀ ਗੱਲ ਕਰੋ, ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੋ, ਤੁਸੀਂ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਵੰਡੀਆਂ ਪਾਉਣ ਵਾਲੇ ਮੁੱਦੇ ਤੇ ਗੱਲ ਕਰੋ, ਸਾਡੇ ਨਾਲ ਇੱਧਰ ਨਾ ਜਾਓ, ਨਹੀਂ ਤਾਂ ਅਸੀਂ ਆਹ ਗੱਲ ਕਰਾਂਗੇ। ਨਹੀਂ ਉਹ ਕਹਿੰਦੇ ਜੇ ਲੀੜਿਆਂ ਤੇ ਆਉਣਾ, ਲੀੜਾ 10 ਲੱਖ ਦੀ, ਐਨਕ 1.5 ਲੱਖ ਦੀ ਕਰਾਂਗੇ ਕਹਿੰਦੇ ਅਸੀਂ। ਦੇਖੋ ਜੇ ਕਾਰਨ ਇਹ ਆ ਵੀ ਮੈਨੂੰ ਲੱਗਦਾ ਕਾਂਗਰਸ ਪਾਰਟੀ ਵਾਲੇ ਜੋ ਮਰਜ਼ੀ ਆਖੀ ਜਾਣ, ਅਗਲਿਆਂ ਜਿੱਥੇ ਠੇਪੀ ਲਾਉਣੀ ਹੋ ਲਾ ਲਈ। ਮੈਨੂੰ ਅੱਜ ਇੱਕ ਗੱਲ ਕਲੀਅਰ ਹੋ ਗਈ ਕਿ ਲੀਡਰਾਂ ਨੂੰ ਸੱਚੀ ਸਿਕਿਉਰਿਟੀ ਦੀ ਲੋੜ ਆ। ਲੀਡਰਾਂ ਦੀ ਸਿਕਿਉਰਿਟੀ ਨਹੀਂ ਵਾਪਸ ਲੈਣੀ ਚਾਹੀਦੀ, ਕਿਉਂਕਿ ਇੱਥੇ ਹਾਲਾਤ ਇਹ ਆ, ਨਲਕੇ ਦਾ ਹੈਂਡਲ ਨਹੀਂ ਕੋਈ ਛੱਡਦਾ। ਜਿਹੜੇ ਬੰਦੇ ਨੇ 41,000 ਦੀ ਟੀ-ਸ਼ਰਟ ਪਾਈ ਹੈ ਜਾਂ ਐਨਕਾਂ ਤੇ ਸੂਟ ਜਿਹੜਾ ਕੋਟ ਪੈਂਟ ਜਿਹੜਾ, ਜੇ 11,50,000 ਰੁਪਏ ਦਾ ਸਿਕਿਉਰਿਟੀ ਤੇ ਚਾਹੀਦੀ ਹੈ, ਕੋਈ ਲਾਗ ਲੈ ਜੂ। ਇਹ ਵੀ ਗੱਲ ਠੀਕ ਹੈ। ਨਹੀਂ ਪਰ ਇੱਕ ਗੱਲ ਸੋਚਣ ਵਾਲੀ ਆ ਵੀ ਦੇਖੋ, ਜੇ ਤੇ ਇਹਨਾਂ ਯਾਤਰਾਵਾਂ ਦੇ ਨਾਲ ਜਾਂ ਇਹਨਾਂ ਬ੍ਰਾਂਡਾਂ ਦੇ ਨਾਲ ਜਾਂ ਮਹਿੰਗੇ ਕੱਪੜਿਆਂ ਦੇ ਨਾਲ ਕੋਈ ਹੱਲ ਹੁੰਦਾ ਹੋਵੇ ਤੇ ਫਿਰ ਹੁਣ ਤੱਕ ਹੋ ਜਾਣਾ ਹੈ। ਨਹੀਂ ਹੁੰਦਾ ਹੱਲ ਕਿਉਂ ਨਹੀਂ ਹੁੰਦਾ? ਤੁਸੀਂ ਦੇਖੋ ਇੱਕ ਯਾਤਰਾ ਤੋਂ ਬਾਅਦ पौनी कांग्रेस कहना भी राहुल जी को अध्यक्ष बनाएंगे हम, राहुल जी ही अध्यक्ष हो सकते हैं। कांग्रेस पार्टी को इस निगार से ऊपर ले जाने का कार्य सिर्फ राहुल गांधी जी कर सकते हैं। नहीं तो राहुल गांधी जी ने पूछ लिया, वो पता कहते हाँ जी, वो कहते अजे नहीं मैं दसना भी मैं प्रधान बनना कि नहीं बनना, टाइम आउण ते दसांगा। कई फुੱਫੜ इदां दे हुंदे आ विआह दे विच, मिलनी उन्होंने पता, उन्होंने 100 रुपया कढ़ के पहले ऊपर जेब च पाया हुंदा कि मिलनी तो करनी है, माड़ी जी अड़ के करनी। नहीं रहन दो, मैनू रहन दो। ਉਹਨਾਂ ਤੋਂ ਹੀ ਕਰਾ ਲਓ ਜਿਨ੍ਹਾਂ ਨੂੰ ਪਹਿਲਾਂ ਕਾਟ ਦੇ ਕੇ ਆਏ ਆ। ਸਾਡੇ ਤਾਂ ਕਾਟ ਵੀ ਕਿਸੇ ਦੇ ਹੱਥ ਭੇਜ ਦਿੱਤਾ ਨਾ। ਫੁੱਫੜ ਵੱਡਾ ਹੋਵੇ, ਤੁਸੀਂ ਆਪ ਨਾ ਹੋ, ਸਾਰਾ ਟੱਬਰ ਤੁਹਾਨੂੰ ਆਉਣਾ ਚਾਹੀਦਾ ਹੈ। ਭੁੱਲ ਗਿਆ ਜਦੋਂ ਮੈਂ ਇੱਥੇ ਤੁਹਾਡੇ ਉਦੋਂ ਤੂੜੀ ਢੋਣ ਆਇਆ ਸੀ ਗੱਡੇ ਦੇ ਉੱਤੇ, ਕੁੱਪ ਬੰਨਣ ਨੂੰ ਤੁਹਾਨੂੰ ਵਿਹੜੇ ਨਹੀਂ ਸੀ ਲੱਭਦੇ, ਮੈਂ ਪਿੰਡੋਂ ਲੈ ਕੇ ਆਇਆ ਆਪਣੇ। ਨਹੀਂ ਚਲੋ ਗੱਲਾਂ ਠੀਕ ਹੈ, ਪਰ ਇਹ ਗੱਲ ਹੈਗੀ ਹੁਣ ਰਾਹੁਲ ਗਾਂਧੀ ਸਾਹਿਬ ਦਾ ਇਹ ਬਿਆਨ ਵੀ ਮਤਲਬ ਮੈਂ ਪ੍ਰਧਾਨ ਬਣਨਾ ਕਿ ਨਹੀਂ ਬਣਨਾ ਇਹ ਮੈਂ ਟਾਈਮ ਤੇ ਦੱਸੂਗਾ, ਫਿਰ ਜੇ ਮੈਂ ਨਹੀਂ ਵੀ ਬਣਨਾ ਤੇ ਹੋਰ ਆਪਾਂ ਅੱਗੇ ਕਿਵੇਂ ਚੱਲਣਾ ਇਹ ਵੀ ਦੱਸਿਆ ਜਾਊਗਾ। ਹੁਣ ਪਿਛਲੇ ਦਿਨੀ ਆਪਾਂ ਮੇਰਾ ਖਿਆਲ ਮਨੀਸ਼ ਤਿਵਾੜੀ ਹੋਰਾਂ ਦੀ ਗੱਲ ਕਰਦੇ ਸੀ, ਉਹ ਕਹਿੰਦੇ ਮਹਾਰਾਜ ਵੋਟਾਂ ਦੇ ਰੱਖ ਲੀਆਂ 17 ਨੂੰ, ਪਾਉਣੀਆਂ ਕਿ ਨਹੀਂ ਉਹ ਲਿਸਟਾਂ ਦੱਸ ਦਿਓ। ਵੀ ਕਹੀਏ ਕਿਸੇ ਨੂੰ ਜਾ ਕੇ। ਹੁਣ ਤੁਸੀਂ ਦੇਖੋ ਵੀ ਲੀਡਰ ਤੇ ਅਜੇ ਵੋਟਰਾਂ ਦੇ ਬਾਰੇ ਪਤਾ ਕਰਦੇ ਫਿਰਦੇ ਆ ਤੇ ਇਧਰ ਵੋਟ ਪਾਉਣੀ ਜਿਹਨੂੰ ਉਹਦੇ ਬਾਰੇ ਨਹੀਂ ਅਜੇ ਪਤਾ ਲੱਗਣ ਡਿਆ, ਤੇ ਫਿਰ ਜੋੜੋ ਯਾਤਰਾ ਦੇ ਵਿੱਚ ਇਹ ਨਾ ਹੋਵੇ ਕੁਝ ਹੋਰ ਖਿਲ ਰਿਹਾ ਫਿਰੇ ਮਗਰ। ਤੁਸੀਂ ਇਹ ਦੇਖੋ, ਕਹਿੰਦੇ ਆ ਜਾਂ ਤਾਂ ਬੀਬੀ ਸੋਨੀਆ ਗਾਂਧੀ ਆਪ ਪ੍ਰਧਾਨ ਬਣਨਗੇ, ਮੁਰੇ ਕਿਸੇ ਨੇ ਖਲੋਣਾ ਨਹੀਂ, ਜਾਂ ਰਾਹੁਲ ਗਾਂਧੀ ਬਣ ਕੇ, ਜਾਂ ਇੱਕ ਤੀਸਰੇ ਬੰਦੇ ਦਾ ਨਾਂ ਚਰਚਾ 'ਚ ਹੈ, ਅਸ਼ੋਕ ਗਹਿਲੋਤ, ਰਾਜਸਥਾਨ ਦੇ ਮੁੱਖ ਮੰਤਰੀ ਹੈ। ਹੁਣ ਮੈਨੂੰ ਐਂ ਲੱਗਦਾ ਕਿ ਭਾਈ ਜੇ ਤੀਸਰਾ ਉਸ ਬੰਦੇ ਦਾ ਨਾਂ ਕਹਿੰਦੇ ਜੀ ਗਾਂਧੀ ਪਰਿਵਾਰ ਦੇ ਬੜੇ ਨੇੜਲੇ ਬੰਦੇ ਆ, ਫਿਰ ਮੈਨੂੰ ਚੇਤਾ ਆਇਆ ਦੋ ਬੰਦਿਆਂ ਦਾ। ਪਿਛਲੇ ਦਿਨੀ ਸਭ ਤੋਂ ਪਹਿਲਾਂ ਮਲਿਕਾਰਜੁਨ ਖੜਗੇ ਸਾਹਿਬ ਨੇ ਕਿਹਾ ਸੀ ਰਾਹੁਲ ਗਾਂਧੀ ਤੋਂ ਕਾਬਲ ਪ੍ਰਧਾਨ ਨਹੀਂ ਕਹਿੰਦੇ ਹੋ ਸਕਦਾ, ਰਾਹੁਲ ਗਾਂਧੀ ਹੀ ਪ੍ਰਧਾਨ ਬਣਨੇ ਚਾਹੀਦੇ ਆ, ਮੈਂ ਕਹਿੰਦੇ ਵਕਾਲਤ ਕਰਦਾ। ਫਿਰ ਗਹਿਲੋਤ ਸਾਹਿਬ ਨੇ ਕਿਹਾ ਸੀ, ਕਹਿੰਦੇ ਕੋਈ ਸ਼ੱਕ ਹੈ ਯਾਰ ਰਾਹੁਲ ਗਾਂਧੀ ਤੋਂ ਬਿਨਾਂ ਪ੍ਰਧਾਨਗੀ ਦੇ ਬਾਰੇ ਕਿਸੇ ਨੂੰ ਸੋਚਿਆ ਹੀ ਨਹੀਂ ਜਾ ਸਕਦਾ। ਯਾਨੀ ਇੱਕ ਹੁੰਦਾ ਨਾ ਕਿ ਭਾਈ ਇਹ ਬੰਦਾ ਵਿਸ਼ਵ ਕੱਪ ਜਿੱਤਿਆ, ਓਲੰਪਿਕ 'ਚੋਂ ਸੈਕੰਡ ਆਇਆ, ਏਸ਼ੀਆ ਕੱਪ 'ਚ ਇਹਨੇ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ, ਕਾਮਨਵੈਲਥ ਖੇਡਾਂ ਦੇ ਵਿੱਚ ਸਾਰੇ ਹੀ ਪਿਛਾੜ ਦਿੱਤੇ, ਤੇ ਕਿਉਂ ਨਾ ਹੁਣ ਆਪਾਂ ਇੱਧਰਲੇ ਪਾਸੇ ਜਿਹੜੀ ਵਰਲਡ ਦੀ ਇੱਕ ਟੀਮ ਬਣਨੀ ਉਹਦਾ ਕੈਪਟਨ ਵੀ ਇਸੇ ਬੰਦੇ ਨੂੰ ਬਣਾ ਦਈਏ। ਯਾਨੀ ਮਲਿਕਾਰਜੁਨ ਖੜਗੇ ਤੇ ਅਸ਼ੋਕ ਗਹਿਲੋਤ ਨੇ ਤਾਂ ਐਂ ਕਿਹਾ ਜਿੱਦਾਂ ਰਾਹੁਲ ਗਾਂਧੀ ਦੇ ਕਾਰਜਕਾਲ ਦੇ ਵਿੱਚ ਕਾਂਗਰਸ ਪਾਰਟੀ ਕਦੇ ਹਾਰੀ ਨਹੀਂ ਹੁੰਦੀ। ਨਹੀਂ ਤੇ ਉਹਨਾਂ ਨੂੰ ਨਾ ਗਿਣਤੀ ਆਉਂਦੀ ਹੋਗੀ ਜਾਂ ਤਾਂ ਹੁਣ ਤਾਂ ਹੀ ਤੇ ਲੋਕ ਕਹਿੰਦੇ ਵੀ ਯਾਰ 39 ਚੋਣਾਂ ਉਹ ਹਾਰੇ ਨੇ ਪ੍ਰਧਾਨਗੀ ਦੇ ਵਿੱਚ, 49 ਚੋਂ 39। ਹੁਣ ਉਸ ਹਿਸਾਬ ਨਾਲ ਵੇਖਿਆ ਜਾਵੇ ਤੇ ਆਪਣੇ 33 ਗਲਾ ਪਾਸ ਕਰਕੇ ਦਿੰਦੇ ਹੁੰਦੇ ਆ, ਇਹ ਤਾਂ ਮੈਨੂੰ ਲੱਗਦਾ ਗ੍ਰੇਸ ਮਾਰਕਾਂ ਮੂਕਾਂ ਨਾਲ ਵੀ ਗੱਲ ਨਹੀਂ ਬਣਦੀ। ਨਹੀਂ ਔਖਾ ਹੋ ਜਾਣਾ ਜੀ ਕੰਮ, ਭੋਰਾ ਕੁ ਔਖਾ ਹੋ ਜਾਣਾ, ਬਹੁਤਾ ਔਖਾ ਤਾਂ ਨਹੀਂ ਹੋਣਾ। ਚਲੋ ਬਾਕੀ ਸੰਧਾਵਲੀਆ ਸਾਹਿਬ ਹੁਣ ਆਪਾਂ ਨਹੀਂ, ਪਰ ਟੀ-ਸ਼ਰਟ ਕਦੋਂ ਲੈ ਕੇ ਦੇਣੀ ਉਹ ਭਰਾ ਨੂੰ? ਮੈਂ ਪਤਾ ਕੀ ਸੋਚਦਾ, ਮੈਂ ਉਧਰ ਗਿਆ ਨਹੀਂ, ਮੈਂ ਕਿਹਾ ਵੀ ਅੱਜ ਤੁਹਾਡੇ ਸਾਹਮਣੇ ਨਵੇੜਾ ਹੋ ਜਾਣਾ, ਇੱਕ ਚੀਜ਼ ਮੰਗੀ ਤੁਹਾਡੇ ਸਾਹਮਣੇ, ਭਰਾ ਮੈਨੂੰ ਵੇਚ ਦੇ ਕਿਤੇ। ਅੱਜ ਮੇਰਾ 41,000 ਦਿੰਦਾ, ਮੇਰਾ 41,000 ਦੇ ਕੇ ਮੈਨੂੰ ਲੈ ਜਾਓ ਭਾਈ, ਪੱਠਾ ਦੱਸਾ ਕਰ ਨੂੰ ਭਰਾ ਨੂੰ ਟੀ-ਸ਼ਰਟ ਲੈ, ਭਾ ਦਾ ਨੰਗ ਢਕੀ ਹੈ। ਮੈਂ ਮੈਨੂੰ ਇੱਕ ਗੱਲ ਦੱਸਿਓ ਸੰਧਾਲੇ ਸਾਹਿਬ, ਜੇ 41,000 ਵੀ ਰਹਿਣਾ ਅਗਲਾ 41,000 ਬਣਦਾ, ਲੋਕ ਪਤਾ ਕਿ ਬਣਦਾ ਤਾਂ ਹੈ ਨਹੀਂ, ਇਹਦੇ ਚ ਦੇ ਦਿੰਦੇ ਆ ਟੀ-ਸ਼ਰਟ, ਕਿਸ਼ਤਾਂ ਕਰ ਲਓ, ਤੁਹਾਡੇ ਮੂੰਹ ਨੂੰ ਦੇ ਜਾਣਾ ਕਿਸੇ ਨਾ ਕਿਸੇ ਨੇ। ਚਲੋ ਵੇਖੋ ਕੋਈ ਕੀ ਪਤਾ ਹੁੰਦਾ ਕਿਹੋ ਜਿਹਾ। ਇੱਕ ਹੋਰ ਸੁਣੋ ਸੰਧਾਲੀਆ ਸਾਹਿਬ, ਮੈਨੂੰ ਇੰਨਾ ਵੀ ਪਤਾ ਹੈ ਤੁਸੀਂ ਲੀਡਰ ਟੈਪ ਬੰਦੇ ਆ, ਜਦੋਂ ਤੁਹਾਨੂੰ ਪਤਾ ਲੱਗਾ ਨਾ ਮੰਗਲਵਾਰ ਤੁਹਾਨੂੰ ਟੀ-ਸ਼ਰਟ ਮਿਲਣੀ ਹੈ, ਤੁਸੀਂ ਸੋਮਵਾਰ ਨੂੰ ਉਹਦਾ 45,000 ਦਾ ਸੌਦਾ ਪਹਿਲਾਂ ਕਿਤੇ ਗਾਂਹ ਕਰ ਲੈਣਾ, ਬਿਆਨੇ ਤੇ ਵੇਚ ਦੇਣੀ ਗਾਂਹ। ਨਹੀਂ ਇਦਾਂ ਨਹੀਂ, ਬਿਲਕੁਲ ਨਹੀਂ, ਤੁਸੀਂ ਭਾਵੇਂ ਵੀਰਵਾਰ ਚੈੱਕ ਕਰਾ ਲਿਓ।
ਮੈਂ ਸੋਚਦਾ ਸੀ ਕਿ 41,000 ਦੀ ਟੀ-ਸ਼ਰਟ ਆਮ ਹੀ ਉੱਥੇ ਸੈਕੰਡ ਹੈਂਡ ਜੇ ਏਸੀ ਲੈਣਾ ਹੋਵੇ ਨਾ, ਮੇਰੇ ਕੋਲ 10,000 ਦਾ ਮਿਲ ਜਾਂਦਾ, ਕਿ ਥੱਲੇ ਹੀ ਮਿਲ ਜਾਂਦਾ। ਇੰਨੇ ਕੁ ਤਾਂ ਆਉਂਦੇ ਹੋਣਾ। ਹਾਂ, ਜਾਣੀ ਵੀ ਉਹ 'ਚ ਏਸੀ ਲੱਗਾ, ਉਹ 'ਚ ਹੀਟਰ ਲੱਗਾ, ਉਹ ਕਲਰ ਤੋਂ ਮੈਲੀ ਨਹੀਂ ਹੁੰਦੀ, ਉਹ ਆਪੇ ਹੀ ਧੁੱਲ ਜਾਂਦੀ ਆ, ਜਾਂ ਉਹਦਾ ਕੱਪੜਾ ਜਿਹੜਾ ਸੁੰਗੜਦਾ ਨਹੀਂ, ਜਾਂ ਉਹ ਪਾ ਲਈਏ ਤਾਂ ਭੁੱਖ ਨਹੀਂ ਲੱਗਦੀ, ਜਾਂ ਉਹ ਪਾ ਲਈਏ ਤਾਂ ਟੱਬਰ 'ਚੋਂ ਇੱਕ ਅੱਧਾ GDC ਬਣ ਜਾਂਦੀ। ਜਿਹੜੀ ਪਤਾ ਤਾਂ ਲੱਗੇ ਨਾ ਵੀ ਉਹ 'ਚ 41,000 ਦਾ ਹੈ ਕੀ। 41,000 ਦਾ ਇਹ ਆ ਵੀ ਜਿੰਨਾ ਕੁ ਮੈਨੂੰ ਪਤਾ ਵੀ ਇੱਕ ਸੜਕ ਤੇ ਕੰਢੇ ਕਿਸੇ ਨੇ ਰੇਹੜੀ ਲਾਉਣੀ ਹੋਵੇ ਨਾ, ਆਮ ਸਧਾਰਨ ਕੋਈ ਸ਼ਾਮ ਨੂੰ ਕੋਈ ਟਿੱਕੇ, ਕੋਈ ਬਰਗਰ, ਕੋਈ ਸਮੋਸਾ, ਕੋਈ ਦੂਜਾ, 40,000 ਉਹਦੇ ਤੇ ਨਹੀਂ ਲੱਗਦਾ, ਤੇ ਉਹ ਰੋਟੀ ਤੇ ਪੈ ਜਾਂਦਾ ਟੱਬਰ। ਤੇ ਅਗਲੇ ਨੇ ਟੀ-ਸ਼ਰਟ ਪਾਈ ਹੈ, ਸਵੇਰੇ ਪਾਲਣੇ, ਰਾਤ ਨੂੰ ਧੋ ਲੈਣੀ। ਉਹ ਕਹਿੰਦੇ ਹੁਣ ਇਹ ਧੁੱਪ ਗਈ, ਹੁਣ ਦੁਬਾਰਾ ਨਹੀਂ ਪਾਉਣੀ। ਇੱਕ ਹੋਰ ਗੱਲ ਮੈਨੂੰ ਲੱਗਦੀ ਹੈ ਸੰਧਾਵਾਲੀਆ ਸਾਹਿਬ, ਰਾਹੁਲ ਗਾਂਧੀ ਹੋਰਾਂ ਨੇ ਖਰੇ ਉਹ 41,000 ਦੀ ਟੀ-ਸ਼ਰਟ ਪਾ ਕੇ ਪਿਛਲੇ ਦਿਨੀ ਗੁਜਰਾਤ 'ਚ ਅਨਾਉਂਸਮੈਂਟ ਕੀਤੀ ਹੋਣੀ ਆ, ਅਸੀਂ ਗੈਸ ਸਿਲੰਡਰ 500 ਦਾ ਦੇਵਾਂਗੇ। ਮੈਨੂੰ ਇਹ ਗੱਲ ਹੋਰ ਚੇਤੇ ਆਉਂਦੀ ਸੀ। ਇਹ ਗੱਲ ਹੈਗੀ ਕਾਂਗਰਸ ਪਾਰਟੀ ਦੇ ਨਾ, ਇਹ ਗੱਲ ਪੱਕੀ ਆ। ਕਈ ਲੀਡਰਾਂ ਨੇ ਆਖਿਆ ਹੋਣਾ, ਉਹ ਗੁਰੂ ਕਿੱਡਾ ਵਧੀਆ ਕੁੜਤੇ ਪਜਾਮੇ ਨਾਲ ਕੰਮ ਚੱਲਣ ਡਿਆ, ਕਿੰਨੇ ਸਲਾਹ ਦਿੱਤੀ ਟੀ-ਸ਼ਰਟ। ਪਹਿਲਾਂ ਉਹ ਘੇਰੋ ਬੰਦਾ ਇੱਕ ਮੈਨੂੰ ਹੋਰ ਲੱਗਦਾ, ਮੈਂ ਸੋਚਦਾ ਸੀ ਕਿ ਜੇ 10 ਲੱਖ ਦੇ ਸੂਟ ਦੀ ਗੱਲ ਚੱਲਦੀ ਹੈ, ਕਰੋੜ ਦੀ ਕਾਰ ਆਮ ਹੀ ਲੀਡਰਾਂ ਕੋਲ, 41,000 ਦੀ ਟੀ-ਸ਼ਰਟ ਦੀ ਗੱਲ, 1.5 ਲੱਖ ਦੀ ਐਨਕ ਦੀ ਗੱਲ, ਸਾਨੂੰ ਨਹੀਂ ਪਤਾ ਉਹ ਹੈਗੀਆਂ ਕਿ ਨਹੀਂ ਹੈਗੀਆਂ ਚੀਜ਼ਾਂ। ਪਰ ਉਸ ਦੇਸ਼ ਦੇ ਵਿੱਚ ਜਿੱਥੇ ਅਜੇ ਹੁਣੇ ਐਲਾਨ ਹੁੰਦਾ ਸੀ ਅਸੀਂ ਹਰ ਘਰ ਦੇ ਵਿੱਚ ਬੱਤੀ ਪਹੁੰਚਾਤੀ, ਉਸ ਦੇਸ਼ ਦੇ ਵਿੱਚ ਐਲਾਨ ਹੁੰਦਾ ਸੀ ਜਿੱਥੇ ਕਿਹਾ ਜਾਂਦਾ ਅਸੀਂ 5 ਲੱਖ ਹੋਰ ਲੋਕਾਂ ਨੂੰ 2 ਰੁਪਏ ਕਿਲੋ ਕਣਕ ਜਾਂ ਆਟਾ ਦੇਵਾਂਗੇ। ਜਾਣੀ ਉਸ ਦੇਸ਼ ਦੇ ਵਿੱਚ ਤੁਸੀਂ ਇਹ ਦੇਖੋ ਕਿ ਆਮ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਤੇ ਲੀਡਰਾਂ ਦੇ ਵਿਚਾਲੇ ਪਾੜਾ ਕਿੰਨਾ, ਤੇ ਇੰਨੇ ਪਾੜੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੀਡਰ ਆਮ ਲੋਕਾਂ ਦੀ ਸਮੱਸਿਆ ਸਮਝਦੇ ਹੋਣਗੇ। ਨਾ, ਬਿਲਕੁਲ ਨਹੀਂ ਸਮਝਦੇ ਹੋਣਗੇ। ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਅੱਗੇ ਆਪਾਂ ਜ਼ਿਕਰ ਕਰਦੇ ਸੀ ਨਾ ਵੀ ਜਿਹੜੇ ਤੁਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕੀਤੀ, ਉਹਨਾਂ ਦੀ 6-7 ਹਜ਼ਾਰ ਤਨਖਾਹ ਹੁੰਦੀ। ਤੁਸੀਂ ਫੇਰ ਬੰਦੇ ਨੂੰ ਕੱਚਾ ਜਿਹਾ ਕਰਨਾ ਪਏਗਾ। ਮੈਂ ਤਾਂ ਕਹਿੰਦਾ ਵੀ ਸੱਤੂ ਸ਼ੀਕ 42, ਯਾਨੀ ਕਿ ਅੱਧੇ ਸਾਲ ਦੀ ਤਨਖਾਹ ਬਣਦੀ ਹੈ 42,000। ਨਹੀਂ, ਗੱਲ ਤੁਹਾਡੀ ਠੀਕ ਹੈ। ਹਾਂਜੀ, ਤੇ ਅੱਧੇ ਸਾਲ ਉਹਨੇ ਨਿਆਣੇ ਪਾਲਣੇ, ਉਹਨੇ ਆਟਾ ਦਾਲ ਸਭ ਕੁਝ ਤੇਰੇ ਨੇ ਲਿਆਉਣਾ, ਤੇ ਫਿਰ ਉਹਦੀ ਘਰ ਦੀ ਗੱਡੀ ਚੱਲਣੀ ਹੈ। ਮੈਨੂੰ ਤੇ ਇਹ ਵੀ ਲੱਗਦਾ ਸੰਧਾਲੀਆ ਸਾਹਿਬ, ਜੇ ਮੰਨ ਲਓ ਕਿ 41 ਦਾ ਟੀ-ਸ਼ਰਟ, ਸਾਡੇ ਤਾਂ ਨਹੀਂ ਟੱਬਰ ਦਾ ਜੀ ਕਰਨਾ ਉਹਨੂੰ ਧੋਣ ਨੂੰ, ਹੱਥ ਹੀ ਨਹੀਂ ਪਾਉਣਾ ਕਿਸੇ ਨੇ। ਨਹੀਂ, ਆਪਣੇ ਤੇ ਆਮ ਘਰਾਂ 'ਚ ਹੁੰਦਾ, ਜੇ ਕੋਈ ਮਹਿੰਗੀ ਚੀਜ਼ ਲੈ ਆਵੇ, ਮੰਨ ਲਓ ਹੋਰ ਕੁਝ ਹੋਵੇ ਨਾ, ਆਪ ਹੀ ਮਹਿੰਗੀ ਲਿਆਂਦੇ ਹੋਣਗੇ, ਤੇ ਉਹਦੇ 'ਚ ਆਖਣਾ ਵੀ ਇਹਦੇ 'ਚ ਕਿਤੇ ਇਹਨਾਂ ਨੂੰ ਚਾਹ ਪਿਆਣੇ, ਉਦੋਂ ਕੱਢ ਸਟੀਲ ਦੇ ਗਲਾਸ ਨੂੰ, ਇਹ ਕੋਈ ਆਏ ਗਏ ਨਹੀਂ ਰੱਖਦੇ ਆ। ਇਹ ਵੀ ਅਜੇ ਆਏ ਗਏ ਨੂੰ ਵੀ ਰੱਖ ਦਿੱਤੇ ਆ, ਭੈਣ ਜੀ ਆ ਮੁੰਡੇ ਨਿਆਣੇ ਨੂੰ ਮਾੜੀ ਜਿਹਾ ਪਰੇ ਰੱਖਿਓ, ਕੱਪ ਮਹਿੰਗੇ ਭਾਅ ਦਾ, ਟੁੱਟ ਨਾ ਜਾਵੇ। ਚਲੋ ਦੇਖੋ ਜੀ, ਕਾਰਨ ਹੈ ਵੀ ਇਹ ਸਿਆਸਤ ਆ, ਕਾਰਨ ਹੈ ਵੀ ਜੋ ਰਾਹੁਲ ਗਾਂਧੀ ਸਾਹਿਬ ਕਰ ਰਹੇ ਨੇ, ਜੋ ਉਹਨਾਂ ਨੇ ਮੁੱਦਾ ਰੱਖਿਆ, ਉਹ ਤੋਂ ਅਗਲਿਆਂ ਨੇ ਕਿਸੇ ਨਾ ਕਿਸੇ ਪਾਸੇ ਥੜਕਾਉਣਾ ਸੀ। ਅਗਲਿਆਂ ਨੂੰ ਟੀ-ਸ਼ਰਟ ਦਾ ਮੁੱਦਾ ਲੱਭ ਗਿਆ। ਹੁਣ ਇਹ ਕਿੰਨੇ ਦਿਨ ਚੱਲਦਾ ਉਹ ਟਾਈਮ ਦੱਸੂ। ਯਾਤਰਾ ਤੇ ਜੇ ਬਹੁਤ ਦਿਨ ਚੱਲਣੀ ਹੈ। ਨਹੀਂ, ਯਾਤਰਾ ਚੱਲਣੀ ਹੈ। ਉਧਰਲੇ ਪਾਸੇ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਗੋਲਡੀ ਬਰਾੜ ਹੋਰਾਂ ਦਾ ਜ਼ਿਕਰ ਚੱਲਦਾ ਸੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ। ਮਈ ਦੇ ਆਖਰੀ ਹਫ਼ਤੇ ਤੋਂ ਪਹਿਲਾਂ ਕੋਈ ਪਤਾ ਨਹੀਂ ਸੀ ਕਿਸੇ ਨੂੰ ਕਿ ਇਹ ਕੋਈ ਸ਼ਖਸ ਦੁਨੀਆ ਤੇ ਹੈ, ਜੇ ਹੈ ਤਾਂ ਕੌਣ ਹੈ, ਕਿੱਥੇ ਹੈ। ਹੁਣ ਕੱਲਾ ਜੇ ਕੋਈ ਬੰਦਾ ਸਾਹ ਵੀ ਲੈਂਦਾ ਤਾਂ ਉਹ ਖਬਰ ਬਣਦੀ ਹੈ। ਹੁਣ ਖਬਰ ਸਭ ਤੋਂ ਪਹਿਲਾਂ ਕੀ ਆਈ ਕਿ ਗੋਲਡੀ ਬਰਾੜ ਨੇ ਦਿੱਤੀ ਗਵਾਹਾਂ ਨੂੰ ਧਮਕੀ। ਕਾਂਗਰਸੀ ਲੀਡਰ ਦੇ ਕਤਲ ਦੇ ਕੇਸ ਵਿੱਚ ਗਵਾਹੀ ਨਾ ਦੇਣ ਲਈ ਬਣਾਇਆ ਦਬਾਅ। ਸਿੱਧੂ ਮੂਸੇਵਾਲੇ ਵੱਲ ਨਿਗਾਹ ਗਈ ਕਿ ਭਾਈ ਸਿੱਧੂ ਮੂਸੇਵਾਲੇ ਨੇ ਕਾਂਗਰਸ ਤੋਂ ਚੋਣ ਲੜੀ, ਮੁੜ ਕੇ ਕਤਲ ਹੋਇਆ, ਹੁਣ ਅਦਾਲਤ ਦੇ ਵਿੱਚ ਚਲਾਨ ਵੀ ਪੇਸ਼ ਹੋਇਆ, ਵੀ ਗੱਲ ਉਹ ਪਰ ਬਾਅਦ 'ਚ ਹੋਰ ਨਿਕਲੀ। ਪਿਛਲੇ ਸਾਲ 2021 'ਚ ਇੱਕ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਜਿਹੜੇ ਨੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਸੀ, ਗੁਰਲਾਲ ਭਲਵਾਨ ਮੇਰਾ ਖਿਆਲ ਹੈ, ਜੇ ਮੈਂ ਗਲਤ ਨਾ ਹੋਵਾਂ, ਉਹਨਾਂ ਦਾ ਕਤਲ ਹੋਇਆ ਸੀ। ਉਹਦੇ ਪਿੱਛੇ ਵੀ ਦੋਸ਼ ਇਹਨਾਂ ਦੇ ਉੱਤੇ ਲੱਗਦਾ। ਹੁਣ ਉਸ ਮਸਲੇ ਦੇ ਉੱਤੇ ਕਹਿੰਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਟੈਲੀਫੋਨ ਆਏ ਆ ਕਿ ਭਾਈ ਲੱਤਾਂ ਤੜਾਉਣੀਆਂ ਹੀ, ਉਹ ਮਾਰੇ ਜਾ ਸਕਦੇ, ਉਸ ਤੋਂ ਬਾਅਦ ਕਈ ਮਾਰੇ ਜਾ ਸਕਦੇ, ਤੁਸੀਂ ਬਚ ਜਾਓਗੇ, ਖਬਰਦਾਰ ਜੇ ਕੋਈ ਬੰਦਾ ਗਵਾਹੀ ਦੇਣ ਗਿਆ। ਹੁਣ ਅਗਲਿਆਂ ਨੇ ਸ਼ਿਕਾਇਤਾਂ ਕੀਤੀਆਂ, ਹੁਣ ਲੱਭਦੇ ਫਿਰਦੇ ਆ ਕਿ ਭਾਈ ਉਹ ਈਮੇਲ ਕਿੱਥੋਂ ਆਈ ਸੀ ਜਾਂ ਟੈਲੀਫੋਨ ਕਿੱਥੋਂ ਆਇਆ ਸੀ। ਪਰ ਤੁਸੀਂ ਦੇਖੋ ਇਹਦੇ ਨਾਲ ਸਿੱਧਾ ਕੀ ਜੁੜਦਾ ਹੈ ਕਿ ਅੱਜ ਇਹ ਕੇਸ ਗਵਾਹੀਆਂ ਤੇ ਗਿਆ, ਇਹਦੇ ਗਵਾਹਾਂ ਨੂੰ ਧਮਕੀਆਂ, ਭਲਕ ਨੂੰ ਦੂਜਾ ਸਿੱਧੂ ਮੂਸੇਵਾਲਾ ਕੇਸ ਗਵਾਹਾਂ ਤੱਕ ਜਾਊਗਾ। ਇਹਦਾ ਮਤਲਬ ਹੈ ਕਿ ਧਮਕੀਆਂ ਉਹਨਾਂ ਨੂੰ ਵੀ ਮਿਲਣਗੀਆਂ। ਬਾਕੀ ਪਤਾ ਲੱਗਾ ਕਿ ਜਿੰਨੇ ਵੀ ਬੰਦੇ ਵੱਖ-ਵੱਖ ਕੇਸਾਂ 'ਚ ਇਨਵੋਲਵ ਨੇ ਉਹਨਾਂ ਨੂੰ ਵਿਦੇਸ਼ ਦੇ ਵਿੱਚੋਂ ਭਾਰਤ ਲਿਆਉਣ ਦੇ ਲਈ ਪ੍ਰਕਿਰਿਆ ਭੁਰਕ ਤੇਜ਼ ਕਰਤੀ ਗਈ ਹੈ। ਨਹੀਂ, ਚਲੋ ਚੰਗੀ ਗੱਲ ਹੈ ਵੀ ਜੇ ਸਰਕਾਰਾਂ ਆਪਣੇ ਤੌਰ ਤੇ ਲੱਗੀਆਂ। ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਹੋਰੀ, ਉਹਨਾਂ ਫਿਰ ਬੇਨਤੀ ਕੀਤੀ। ਉਹ ਕਹਿੰਦੇ ਦੇਖੋ ਜੇ ਤੇ ਇਹੋ ਕੁਛ ਹੀ ਚੱਲਦਾ ਰਹਿਣਾ ਵੀ ਮਤਲਬ ਅੱਜ ਇੱਕ ਪੁੱਤ ਮਾਰਿਆ ਗਿਆ, ਕੱਲ੍ਹ ਨੂੰ ਕਿਸੇ ਹੋਰ ਦਾ ਧੀ ਪੁੱਤ ਮਾਰਿਆ ਜਾਵੇ, ਉਹਦੇ ਬਦਲੇ ਲਿਆ ਆਖੇ ਜੀ ਅਸੀਂ ਫਲਾਣੇ ਦਾ ਬਦਲਾ ਲੈ ਲਿਆ, ਉਦੋਂ ਬਾਅਦ ਫਿਰ ਉਹ ਕੰਮ ਚੱਲ ਪਵੇ ਤੇ ਉਦੋਂ ਆਖੇ ਜੀ ਹੁਣ ਅਸੀਂ ਇਹਦਾ ਬਦਲਾ ਫਲਾਣੇ ਕੋਲੋਂ ਲੈ ਲਿਆ।
ਉਹ ਕਹਿੰਦੇ ਵੀ ਗੱਲ ਇਹ ਆ ਵੀ ਜਿਹੜਾ ਵੀ ਬਦਲਾਖੋਰੀ ਵਾਲਾ ਇਹ ਕੰਮ ਚੱਲ ਪਿਆ, ਇਹਦੇ 'ਚ ਮਰਨਾ ਤੇ ਕਿਸੇ ਨਾ ਕਿਸੇ ਦਾ ਧੀ ਪੋਤੀ ਹੈ ਨਾ। ਉਹ ਕਹਿੰਦੇ ਵੀ ਆਹ ਜਿਹੜਾ ਕੰਮ ਹੈ ਇਹ ਬੰਦ ਹੋਣਾ ਚਾਹੀਦਾ। ਜਦ ਤੱਕ ਤੁਸੀਂ ਇਹ ਬੰਦ ਨਹੀਂ ਕਰਦੇ ਉਨੀ ਦੇਰ ਤੱਕ ਤੁਸੀਂ ਇਹ ਮੰਨੋ ਵੀ ਆਪਾਂ ਇੱਥੇ ਸ਼ਾਂਤੀ ਲੈਵਾਂਗੇ, ਆਪਾਂ ਸਾਰੇ ਮਸਲੇ ਹੱਲ ਕਰ ਲਾਂਗੇ, ਉਹ ਨਹੀਂ ਜੀ ਹੋਣੀ। ਹਾਂ ਨਹੀਂ ਠੀਕ ਹੈ ਜੀ, ਉਹ ਜ਼ਰੂਰੀ ਹੈ। ਆਪਾਂ ਉਧਰਲੇ ਪਾਸੇ ਨੂੰ ਜਾਣੀ ਬੰਦ ਹੀ ਹੋਣਾ ਚਾਹੀਦਾ, ਗੱਲ ਫੇਰ ਸਰਦੀ ਹੈ। ਹੁਣ ਬਲਕੌਰ ਸਿੰਘ ਹੋਰਾਂ ਨੇ, ਕਿਉਂਕਿ ਪਿਛਲੇ ਦਿਨੀ ਵਿਦੇਸ਼ ਗਏ ਸੀ, ਉਹਨਾਂ ਦੀਆਂ ਕੁਝ ਵੀਡੀਓ ਹੋਰ ਘੁੰਮ ਰਹੀਆਂ, ਉਹਦੇ ਵਿੱਚ ਉਹਨਾਂ ਨੇ 2 ਗੱਲਾਂ ਕਹੀਆਂ। ਦੇਖੋ ਸੰਧਾਲੀਆ ਸਾਹਿਬ, ਕਈ ਗੱਲਾਂ ਦੇ ਉੱਤੇ ਧਿਆਨ ਸਾਨੂੰ ਕੇਂਦਰਿਤ ਕਰਨਾ ਪਊਗਾ। ਉਹ ਕਹਿੰਦੇ ਪਹਿਲੀ ਗੱਲ ਹੈ ਕਿ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰਾ ਪੁੱਤ ਮਰ ਗਿਆ, ਉਹਦਾ ਕਤਲ ਕੀਤਾ, 125 ਗੋਲੀ ਉਹਦੇ ਸੀਨੇ 'ਚ ਮਾਰੀ, 6 ਫੁੱਟ 3 ਇੰਚ ਦਾ ਸੀ, ਸਾਰੀ ਦੁਨੀਆ ਉਹਨੂੰ ਪਿਆਰ ਕਰਦੀ ਸੀ। ਪਰ ਕਹਿੰਦੇ ਕੋਈ ਬੰਦਾ ਕੱਲ੍ਹ ਨੂੰ ਕਿਸੇ ਹੋਰ ਦਾ ਕਤਲ ਇਸ ਕਰਕੇ ਨਾ ਕਰ ਦਿਓ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਬਦਲਾ ਲੈਣਾ, ਕਹਿੰਦੇ ਅਸੀਂ ਨਹੀਂ ਲੈਣਾ ਇੱਦਾਂ। ਸਾਡਾ ਨਾਂ ਲੈ ਕੇ, ਸਾਡੇ ਟੱਬਰ ਦਾ ਨਾਂ ਲੈ ਕੇ ਇਹ ਕੰਮ ਨਾ ਕਰਿਓ। ਮੈਂ ਨਹੀਂ ਚਾਹੁੰਦਾ ਕਿ ਜੇ ਇਸ ਸੰਤਾਪ 'ਚੋਂ ਸਾਡਾ ਟੱਬਰ ਗੁਜ਼ਰ ਰਿਹਾ, ਕੋਈ ਹੋਰ ਮਾਂ ਬਾਪ ਵੀ ਇਸੇ ਸੰਤਾਪ 'ਚੋਂ। ਕਹਿੰਦੇ ਬਿਲਕੁਲ ਨਹੀਂ, ਤੁਹਾਡੀਆਂ ਆਪਸ 'ਚ ਦੁਸ਼ਮਣੀਆਂ ਤੁਸੀਂ ਬਾਹਰ ਕੱਢੋ, ਸਾਡੇ ਟੱਬਰ ਦਾ ਜਾਂ ਸਾਡੇ ਮੁੰਡੇ ਦਾ ਨਾਂ ਨਹੀਂ ਵਰਤਣਾ। ਚੰਗਾ ਹੋਇਆ ਉਹਨਾਂ ਨੇ ਕਹਿ ਦਿੱਤਾ, ਨਹੀਂ ਤਾਂ ਕਈ ਨੇ ਤੀਜੇ ਇੱਕ ਦਿਨ ਟਾਈਪ ਕਰਕੇ 4 ਅੱਖਰ ਅਸੀਂ ਲਵਾਂਗੇ ਸਿੱਧੂ ਮੂਸੇਵਾਲੇ ਦਾ ਬਦਲਾ। ਪਰ ਦੂਸਰੀ ਗੱਲ ਉਹਨਾਂ ਨੇ ਇੱਕ ਹੋਰ ਕਹਿਤੀ, ਉਹ ਕਹਿੰਦੇ ਜੀ ਦੇਖੋ ਕਿਸੇ ਨੇ 15,000 ਲਿਆ, ਕਿਸੇ ਨੇ ਲੱਖ ਰੁਪਈਆ ਲਿਆ, ਮੁੰਡੇ ਤੇ ਗੋਲੀਆਂ ਚਲਾਤੀਆਂ। ਉਹ ਕਹਿੰਦੇ ਮੈਂ ਤਾਂ ਇਹ ਵੀ ਕਹਿਣਾ ਕਿ ਆ ਗੋਲੀਆਂ ਚਲਾਉਣ ਵਾਲਿਆਂ ਦਾ ਕੋਈ ਨਹੀਂ ਫੜਿਆ ਕਿ ਨਹੀਂ ਫੜੇ, ਮਾਸਟਰਮਾਈਂਡ ਫੜੋ। ਪਰ ਜਿਹੜੇ ਉਹਨਾਂ ਨੇ ਅਗਲੇ ਸ਼ਬਦ, ਉਹ ਕਹਿੰਦੇ ਜੀ ਫਿਲਮ ਇੰਡਸਟਰੀ ਤੇ ਕਬੱਡੀ ਤੇ ਉਹਨਾਂ ਦਾ ਕਬਜ਼ਾ, ਜਿਨ੍ਹਾਂ ਦੇ ਕੱਪੜੇ ਚਿੱਟੇ ਨੇ ਪਰ ਦਿਲ ਕਾਲੇ ਨੇ, ਜਿਹੜੇ ਮਾਸਟਰਮਾਈਂਡ ਨੇ, ਕਹਿੰਦੇ ਉਧਰਲੇ ਪਾਸੇ ਨੂੰ ਨਹੀਂ ਅਜੇ ਕੋਈ ਜਾ ਰਿਹਾ, ਉਧਰਲੇ ਪਾਸੇ ਨੂੰ ਜਾਣਾ ਪਊਗਾ ਤੁਹਾਨੂੰ, ਨਹੀਂ ਤਾਂ ਮੈਂ ਤੁਰ ਪੈਣਾ। ਇਹ ਦੇਖੋ ਇਹ ਇਸ਼ਾਰਾ ਉਹਨਾਂ ਨੇ ਮੇਰਾ ਖਿਆਲ ਦੂਜੀ ਤੀਜੀ ਵਾਰ ਕੀਤਾ, ਇਸ ਤੋਂ ਪਹਿਲਾਂ ਵੀ ਕੀਤਾ ਸੀਗਾ। ਹੁਣ ਦੇਖੋ ਜੇ ਤੇ ਇਹਦਾ ਕੋਈ ਨਾ ਕੋਈ ਹੱਲ ਹੋ ਜਾਵੇ ਤੇ ਚੰਗੀ ਗੱਲ ਆ, ਨਹੀਂ ਤੇ ਮੈਨੂੰ ਲੱਗਦਾ ਵੀ ਜਿੱਧਰ ਨੂੰ ਕੰਮ ਤੁਰ ਪਿਆ ਇਹ ਨਾ ਹੋਵੇ ਹੋਰ ਖਲਾਰਾ ਪਵੇ। ਬਾਕੀ ਚਲੋ ਆਸ ਕਰਦੇ ਹਾਂ ਵੀ ਇਹ ਕੰਮ ਜਿੰਨੀ ਛੇਤੀ ਨਜਿੱਠਿਆ ਜਾਵੇ ਚੰਗਾ, ਤੇ ਨਜਿੱਠਣਾ ਤੇ ਸਰਕਾਰਾਂ ਨੇ ਆ, ਤੇ ਸਰਕਾਰਾਂ ਦਾ ਧਿਆਨ ਕਹਿੰਦੇ ਵੀ ਹੁਣ ਗਾਂ ਹੋਰ ਨਾ ਸੂਬਿਆਂ 'ਚ ਇਲੈਕਸ਼ਨ ਵਾਲੇ ਪਾਸੇ ਵੀ ਹੈਗਾ। ਮੈਂ ਨਾਲ ਜੁੜਦੀ ਇਹ ਗੱਲ ਕਰ ਲਵਾਂ, ਕਿਉਂਕਿ ਤੁਸੀਂ ਜਿਹੜਾ ਪਹਾੜਾਂ ਨੂੰ ਚੱਲੇ ਸੀ ਨਾ। ਨਹੀਂ ਮੈਂ ਨਹੀਂ, ਬੰਦੇ ਗਏ ਨੇ, ਮੈਂ ਜ਼ਿਕਰ ਹੀ ਕਰਨਾ ਕਿਉਂਕਿ ਤੁਹਾਡਾ ਗਰਮੀ ਜੀ ਕਰਦਾ ਮੈਂ ਪਹਾੜਾਂ ਤੇ ਚੱਲ ਜਾਵਾਂ। ਨਾ ਉਹ ਜਿਹੜੇ ਪਹਾੜਾਂ 'ਚ ਗਏ ਸੀ ਮੁੜ ਕੇ ਲੱਭੇ ਹੀ ਨਹੀਂ। ਹੁਣ ਸਿੱਧੂ ਮੂਸੇਵਾਲੇ ਦੀ ਚਰਚਾ ਚੱਲਦੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਛੋਟੀ ਵੀਡੀਓ, ਬਹੁਤੀ ਵੱਡੀ ਨਹੀਂ। ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਪਹਿਲਾਂ ਕਹਿੰਦੇ ਆ ਕਿ ਦੇਖੋ ਅਸੀਂ ਪੰਜਾਬ ਦੀ ਧਰਤੀ ਤੇ SYL ਨਹੀਂ ਬਣਨ ਦੇਣੀ। ਅਕਾਲੀ ਦਲ ਦਾ ਪਹਿਲਾਂ ਵੀ ਸਟੈਂਡ ਸਪਸ਼ਟ ਰਿਹਾ, ਹੁਣ ਵੀ ਸਪਸ਼ਟ ਹੈ। ਅਸੀਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰ ਚੁੱਕੇ ਹਾਂ, ਇਹ ਮੁੱਦਾ ਖਤਮ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ। ਅਸੀਂ ਜਾਨਾਂ ਵਾਰਨ ਨੂੰ ਕਹਿੰਦੇ ਤਿਆਰ ਹਾਂ, ਪਰ SYL ਨਹੀਂ ਬਣਨ ਦਿੰਦੇ। ਇਹ ਵੀਡੀਓ ਹੈ ਤੇ ਪਿੱਛੇ ਥੋੜੇ ਸੈਕਿੰਡ ਪਾਣੀ ਕੀ ਤੁਪਕਾ ਨਹੀਂ ਦਿੰਦੇ, ਸਿੱਧੂ ਮੂਸੇਵਾਲੇ ਦਾ ਗੀਤ ਜਿਹੜਾ ਕਿ ਬੈਨ ਕੀਤਾ ਜਾ ਚੁੱਕਾ ਭਾਰਤ ਦੇ ਵਿੱਚ YouTube ਤੇ, ਇੱਕ ਪੋਰਸ਼ਨ ਉਹਦਾ ਪਿੱਛੇ ਲਾਇਆ ਹੈ। ਜਾਣੀ ਕਿ ਹਰ ਇੱਕ ਧਿਰ ਕੋਸ਼ਿਸ਼ ਕਰ ਰਹੀ ਹੈ ਕਿ ਭਾਈ ਆਪਾਂ ਇਸ ਚੀਜ਼ ਦਾ ਆਸਰਾ ਲੈ ਕੇ ਅਗਲੇ ਪਾਸੇ ਨੂੰ ਵਧੀਏ। ਪਰ ਜਿਸ ਤਰੀਕੇ ਅਕਾਲੀ ਦਲ ਕਹਿੰਦਾ ਕੁਰਬਾਨੀਆਂ ਦੇਵਾਂਗੇ, ਚੰਦੂ ਮਾਇਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਜਾਗੋ ਪੰਜਾਬ ਮੁਹਿੰਮ ਚੱਲੂਗੀ, ਪੰਜਾਬ ਦੇ ਕੱਲੇ ਪਿੰਡ ਜਾਵਾਂਗੇ, ਕੱਲਾ ਦਰ ਖੜਕਾਵਾਂਗੇ, SYL ਨਹੀਂ ਬਣ ਦਿੰਦੇ। ਨਹੀਂ ਪਰ ਪੰਜਾਬ ਵਾਲਿਆਂ ਦੇ ਕੀ ਕਸੂਰ 'ਚ ਵੀ ਸੁੱਤੇ ਟਾਲਣੇ ਜਿਹੜੇ, ਆਹੋ ਵੀ ਉਹਨਾਂ ਦਾ ਤਾਂ ਹੈ ਨਹੀਂ ਵੀ ਮੰਨ ਲਓ ਵੀ ਆਪਾਂ ਕਿਸੇ ਪਿੰਡ ਚੱਲ ਜਾਈਏ, ਉਹਨਾਂ ਦਾ ਸਤਿਕਾਰ ਹੈ। ਪਰ ਮੇਰੇ ਕੁਦਰਤੀ ਦਿਮਾਗ 'ਚ ਸਵਾਲ ਆਇਆ ਵੀ ਮੰਨ ਲਓ ਆਪਾਂ ਪਿੰਡ ਚੱਲ ਗਏ ਕਿਸੇ ਉਹ ਬਾਰਡਰ ਵਾਲੇ ਪਾਸੇ ਜਾ ਵੜੇ, ਮਾਝੇ ਜਾਏ ਭਾਊ ਜੀ ਘਰੇ ਹੀ ਜੇ, ਹਾਂ ਜੀ ਘਰੇ ਹੀ ਹੈ, ਆਇਓ ਮਾੜਾ ਫਿਰ, ਹਾਂ ਜੀ ਦੱਸੋ। ਉਦੋਂ ਫਿਰ ਤੁਸੀਂ ਸਾਈਨ ਕਰ ਰਹੇ ਆ SYL ਨਹਿਰ ਲਈ, ਅਸੀਂ ਤਾਂ ਆਏ ਤੁਹਾਡੇ ਘਰੇ। ਜੇ ਤਾਂ ਇਹ ਗੱਲ ਆ ਫਿਰ ਤਾਂ ਉਦੋਂ 2 ਕਰੋੜ ਰੁਪਈਆ ਤੁਸੀਂ ਰਿਸੀਵ ਕੀਤਾ ਸੀ। ਜੇ ਤਾਂ ਲੋਕਾਂ ਦਾ ਕਸੂਰ ਆ ਫਿਰ ਤਾਂ ਲੋਕਾਂ ਦੇ ਘਰਾਂ ਜਾਈਏ। ਤੇ ਜੇ ਆਪਾਂ ਨੂੰ ਲੱਗਦਾ ਵੀ ਹਾਂ ਵੀ ਇਹ ਕਿਤੇ ਉੱਪਰਲੀਆਂ ਪਹੁੰਚਾਂ ਦੀ ਗੱਲਬਾਤ ਆ, ਜਿੱਥੇ ਜਾ ਕੇ ਦਰ ਖੜਕਾਉਣ ਦੀ ਲੋੜ ਆ, ਤਾਂ ਮੇਰਾ ਖਿਆਲ ਉੱਧਰ ਨੂੰ ਤੁਰਨਾ ਚਾਹੀਦਾ। ਮੈਂ ਤਾਂ ਬੇਨਤੀ ਕਰਦਾ ਨਹੀਂ ਗੱਲ ਤੁਹਾਡੀ ਹੱਲ ਹੋਣਾ ਚਾਹੀਦਾ ਵੀ ਜੇ ਆਪਾਂ ਸਿਆਸਤ ਚਮਕਾਉਣੀ ਹੈ ਮੁੱਦਾ ਲੈ ਕੇ, ਫਿਰ ਤਾਂ ਇੰਨੇ ਸਾਲਾਂ ਤੋਂ ਚਮਕਾਈ ਜਾ ਰਹੀ ਹੈ। ਨਹੀਂ ਮੈਂ ਤਾਂ ਸੰਧਾਵਾਲੀਆ ਸਾਹਿਬ ਇੱਕ ਮੋਟੀ ਜੀ, ਕਿਉਂਕਿ ਤੁਹਾਡੇ ਜਿੰਨੀ ਤਾਂ ਨਹੀਂ, ਸਾਨੂੰ ਬੁੱਧੀ ਤੇ ਵਿਵੇਕ ਮਹਾਰਾਜ ਨੇ ਬਖਸ਼ਿਆ। ਵਧੀਆ ਰਗੜ ਦੋ ਗਰੀਬ ਨੂੰ ਇੱਕ ਨਾ ਫੜ ਕੇ। ਮੈਂ ਤਾਂ ਇਹ ਕਹਿਣਾ ਕਿ ਜੇ ਸਾਡੀਆਂ ਸਿਆਸੀ ਪਾਰਟੀਆਂ ਸੱਚੀਆਂ, ਖਰੀਆਂ, ਸੁੱਚੀਆਂ, ਐਨ ਨਿੱਗਰ ਨੇ, ਜਿੱਦਾਂ ਉਹ ਕਹਿੰਦੇ ਨਾ ਕਿ ਅਸੀਂ ਐ, ਮੈਂ ਕਹਿੰਦਾ ਕਾਂਗਰਸ ਪਾਰਟੀ ਵਾਲੇ ਆਪਦਾ ਪੰਜਾਬ ਦਾ ਪ੍ਰਧਾਨ, ਆਪਦਾ ਹਰਿਆਣੇ ਦਾ ਪ੍ਰਧਾਨ ਐਂ ਬਿਠਾ ਲੈਣ, ਆਮ ਆਦਮੀ ਪਾਰਟੀ ਵਾਲੇ ਆਪਦਾ ਪੰਜਾਬ ਦਾ ਪ੍ਰਧਾਨ ਤੇ ਹਰਿਆਣੇ ਦਾ ਪ੍ਰਧਾਨ ਬਿਠਾ ਲੈਣ, ਇੱਦਾਂ ਹੀ ਭਾਜਪਾ ਵਾਲੇ ਬਿਠਾ ਲੈਣ। ਅਕਾਲੀ ਦਲ ਕੋ ਵੀ ਹੈਗੇ ਆ, ਪੰਜਾਬ ਦੇ ਪ੍ਰਧਾਨ ਵੀ ਹੈ, ਤੇ ਉਧਰਲੇ ਪਾਸੇ ਹਰਿਆਣੇ 'ਚ ਉਹਨਾਂ ਦੀ ਇਕਾਈ ਹੈ, ਉਹਨਾਂ ਨੂੰ ਬਿਠਾ ਲੈਣ। ਸਾਰੀਆਂ ਹੀ ਧਿਰਾਂ, ਕੋਈ ਵੀ ਧਿਰ ਬਾਕੀ ਨਾ, ਤੇ ਉੱਥੇ ਸਾਰਿਆਂ ਤੋਂ ਪੁੱਛ ਲੈਣ ਜੀ ਤੁਹਾਡਾ ਸਟੈਂਡ ਕੀ ਹੈ। ਆਪਾਂ ਫਿਰ ਦੇਖਾਂਗੇ ਕਿਸੇ ਪਾਰਟੀ ਦਾ ਇੱਕ ਸਟੈਂਡ ਹੈਗਾ, ਯਾਨੀ ਹਰ ਇੱਕ ਧਿਰ ਦੇ ਕੋਲੇ ਪੰਜਾਬ ਦੇ ਵਿੱਚ ਵੀ ਨੁਮਾਇੰਦਗੀ ਆ, ਹਰਿਆਣੇ 'ਚ ਵੀ ਨੁਮਾਇੰਦਗੀ ਆ।
ਜਾਣੀ ਕੋਈ ਧਿਰ ਤਾਂ ਸਾਫ਼ ਹੋਵੇ ਨਾ ਇਸ ਮਸਲੇ ਤੇ। ਹੂੰ ਪੰਜਾਬ ਕੋ ਪਾਣੀ ਹੈ ਨਹੀਂ, ਇਹ ਪੱਥਰ ਤੇ ਲਕੀਰ ਵਰਗੀ ਗੱਲ ਹੈ। ਕਿਉਂਕਿ ਜੇ ਪੰਜਾਬ ਕੋ ਪਾਣੀ ਹੋਵੇ ਤਾਂ ਅਸੀਂ ਨਹਿਰਾਂ ਸਾਰੇ ਪੰਜਾਬ 'ਚ ਕੱਢ ਦਈਏ। ਅਸੀਂ ਕਾਹ ਤੋਂ ਲੱਖਾਂ ਟਿਊਬਵੈੱਲ ਲਾ ਕੇ ਪੰਜਾਬ ਦਾ ਪਾਣੀ ਥੱਲੇ ਨੂੰ ਵਾਰਦੇ। ਪਰ ਜਿਨ੍ਹਾਂ ਨੇ ਫੈਸਲੇ ਕਰਨੇ ਆ, ਜਿਨ੍ਹਾਂ ਨੇ ਪੈਸੇ ਦੇਣੇ ਜਾਂ ਪੈਸੇ ਲੈਣੇ ਆ, ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਵੋਟਾਂ ਲੈਣੀਆਂ, ਦੂਜਿਆਂ ਤੇ ਦੋਸ਼ ਲਾਈ ਜਾਂਦੇ, ਆਪਦੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਇਹਨਾਂ ਨੂੰ ਢੰਗ ਹੀ ਨਹੀਂ ਆਉਂਦਾ। ਬਸ ਆਹੀ ਆਪਾਂ ਬੇਨਤੀ ਕਰਦੇ ਵੀ ਦੇਖੋ, ਜੇ ਤੇ ਸਿਆਸਤ ਮਕਾਉਣੇ, ਅੱਗੇ ਵੀ ਆਪਾਂ ਜ਼ਿਕਰ ਕੀਤਾ ਵੀ ਇਹ ਮੁੱਦੇ ਉਹ ਨੇ ਜਿਹੜੇ ਮਤਲਬ ਭੜੋਲੇ 'ਚ ਦਾਣੇ ਵਰਗੇ ਆ ਜੀ, ਵੀ ਜਦੋਂ ਮਰਜ਼ੀ ਬਸ ਥੋੜੇ ਦਾਣੇ ਵਿੱਚੋਂ ਕੱਢੇ, ਛੱਜ 'ਚ ਪਾਏ ਤੇ ਛੱਟਣੇ ਸ਼ੁਰੂ। ਵੀ ਜੇ ਤੇ ਇਦਾਂ ਰੱਖਣਾ ਕੰਮ, ਫਿਰ ਆਪਾਂ ਇਹ ਮੰਨ ਕੇ ਚੱਲੀ ਵੀ ਮੈਂ ਬਹੁਤਾ ਨਹੀਂ, ਇੱਕ ਪੀੜ੍ਹੀ ਦੇ ਲੀਡਰਾਂ ਦੀ ਲੰਘ ਗਈ ਇਸ ਕੰਮ 'ਚ, ਦੂਜੀ ਚੱਲਦੀ ਪਈ ਆ, ਗਾਂ ਆਉਂਦੀਆਂ 1-2 ਪੀੜ੍ਹੀਆਂ ਉਹਨਾਂ ਨੇ ਹੋਰ ਲੰਘਾਉਣੀਆਂ, ਇਦਾਂ ਤੇ ਉਹਨਾਂ ਦੇ ਜੀ ਸਦਕੇ ਲੰਘਾਈ ਜਾਣ। ਪਰ ਇੱਕ ਗੱਲ ਪੱਕੀ ਆ ਵੀ ਆ ਕਿਸਾਨ ਅੰਦੋਲਨ ਵੇਲੇ ਬਥੇਰੀਆਂ ਸੁੱਟ ਕੇ ਵੇਖੀਆਂ ਸੀ ਤੀਲਾਂ, ਵੀ ਲੱਗਦੀ ਆ ਕਿ ਲੋਕ ਨਹੀਂ ਲੜੇ। ਤੇ ਜੇ ਲੋਕਾਂ ਦੀ ਉਸ ਏਕੇ ਨੂੰ ਅਜੇ ਤੱਕ ਵੀ ਨਹੀਂ ਲੋਕਾਂ ਨੇ ਸਮਝਿਆ ਜਾਂ ਲੀਡਰਾਂ ਨੇ ਨਹੀਂ ਸਮਝਿਆ, ਤੇ ਫਿਰ ਉਹਨਾਂ ਲਈ ਸੋਚਣ ਦੀ ਘੜੀ ਹੈ। ਨਹੀਂ ਘੜੀ ਹੈ ਜੀ, ਹੁਣ ਪਹਾੜਾਂ ਨੂੰ ਚੱਲੋ। ਨਹੀਂ ਅਸੀਂ ਨਹੀਂ ਗਏ ਨੇ ਬੰਦੇ, ਹਿਮਾਚਲ ਨੂੰ ਗਏ ਨੇ, ਸਿਸੋਦੀਆ ਸਾਹਿਬ ਗਏ ਨੇ, ਨਾਲ ਮੁੱਖ ਮੰਤਰੀ ਸਾਹਿਬ ਚਲ ਗਏ। ਕਿਉਂਕਿ ਗੱਲ ਆ ਕਿਹੜੇ ਪੰਜਾਬ ਵਾਲੇ, ਫੇਰ ਠੀਕ ਨੇ, ਉਹਨਾਂ ਕੋ ਮੁੱਖ ਮੰਤਰੀ ਵੀ ਹੁਣ 2 ਆ। ਨਹੀਂ ਮੁੱਖ ਮੰਤਰੀ ਮਤਲਬ ਇੱਥੋਂ ਵਾਲੇ ਪੰਜਾਬ ਵਾਲੇ। ਹੁਣ ਹਿਮਾਚਲ ਦੇ ਵਿੱਚ ਵੀ ਇਲੈਕਸ਼ਨਾਂ ਨੇ, ਤੇ ਮੁੱਦਾ ਭਾਵੇਂ ਗੁਜਰਾਤ ਚਲੇ ਜਾਣ, ਭਾਵੇਂ ਆ ਹਰਿਆਣੇ ਆਏ ਸੀ ਕੇਜਰੀਵਾਲ ਸਾਹਿਬ, ਜਾਂ ਹੁਣ ਹਿਮਾਚਲ ਚਲ ਗਏ, ਗੱਲ ਸਿੱਖਿਆ ਦੀ ਕਰਦੇ ਆ। ਪਿਛਲੇ ਦਿਨੀ ਤਾਂ ਮੇਰਾ ਖਿਆਲ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ 14,000 ਸਮਥਿੰਗ ਸਕੂਲਾਂ ਦੀ ਗੱਲ ਕੀਤੀ ਸੀ, ਉਹਨਾਂ ਨੂੰ ਅਪਗ੍ਰੇਡ ਕਰਨਾ, ਉਦੋਂ ਕੇਜਰੀਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀ, ਮਹਾਰਾਜ ਵੀ ਇੰਨੇ 10 ਲੱਖ ਪਲੱਸ ਸਕੂਲ ਨੇ ਮਹਾਰਾਜ, ਉਹਨਾਂ ਦੇ ਲਈ ਕੰਮ ਕਰਨ ਦੀ ਲੋੜ ਆ, 14,000 ਨਾਲ ਕੀ ਬਣਨਾ। ਇਹਦਾ ਮਤਲਬ ਸਿੱਖਿਆ ਤੇ ਸਿਹਤ, ਉਹ ਉਹਨਾਂ ਨੂੰ ਲੱਗਦਾ ਵੀ ਇਹ ਐਸੀ ਚੀਜ਼ ਹੈ ਜਿੱਥੇ ਅਸੀਂ ਖੇਡ ਸਕਦੇ ਹਾਂ। ਹੁਣ ਹਿਮਾਚਲ ਜਾ ਕੇ ਵੀ ਉਹਨਾਂ ਨੇ ਉਹ ਗੱਲ ਕੀਤੀ, ਉਹ ਕਹਿੰਦੇ ਹਿਮਾਚਲ ਦੀ ਸਿੱਖਿਆ ਪ੍ਰਣਾਲੀ ਦਾ ਤਾਂ ਬੇੜਾ ਹੀ ਗਰ ਕਰ ਦਿੱਤਾ। ਕਹਿੰਦੇ ਇਹ ਤਾਂ ਸਾਨੂੰ ਦਿਓ, ਕਹਿੰਦੇ ਮੌਕਾ ਇੱਕ ਵਾਰ, ਵੇਖਿਓ ਫਿਰ ਅਸੀਂ ਕਿੱਦਾਂ ਮਤਲਬ ਕੀ ਕਹਿੰਦੇ ਸਾਖਰਤਾ ਮੁਹਿੰਮ ਚਲਾਉਣੀ। ਸਾਖਰਤਾ ਮੁਹਿੰਮ, ਫਿਰ ਮੈਂ ਸ਼ਬਦ ਇਹੋ ਕਿੱਥੋਂ ਕੱਢਿਆ? ਨਹੀਂ ਤੁਸੀਂ ਸ਼ਬਦ ਉੱਥੋਂ ਕੱਢਿਆ। ਹੁਣ ਤਾਂ ਚਲੋ ਪ੍ਰਿੰਟਿੰਗ ਜਾਂ ਜਿਹੜਾ ਪੇਂਟ ਕਰਕੇ ਲਿਖਦੇ ਹੋ ਵਧੀਆ, ਅੱਗੇ ਛਾਪਾ ਜਿਹਾ ਹੁੰਦਾ ਸੀ, ਉਹ ਜਾਣੀ ਸਾਰੇ ਨਹੀਂ ਸੀ, ਵਿੱਚ ਉਹ ਕੱਟ ਹੁੰਦੇ ਸੀ, ਉਹਦੇ ਹੁੰਦੇ ਸਾਖਰਤਾ ਮੁਹਿੰਮ, ਹਰ ਇੱਕ ਬੱਚਾ ਹੋਵੇ ਸਾਖਰ, ਇਦਾਂ ਕੁਛ, ਹਰ ਇੱਕ ਬਾਲਗ ਵੀ ਹੋਵੇ ਸਾਖਰ, ਲਿਖਿਆ ਹੁੰਦਾ ਸੀ। ਹੁਣ ਤਾਂ ਚੇਤਾ ਭੁੱਲ ਗਿਆ, ਪਰ ਪੁਰਾਣੀਆਂ ਗੱਲਾਂ ਆ ਸੰਧਾਲੀਆਂ ਤੁਹਾਡੇ ਵੇਲੇ ਦੀਆਂ। ਹਾਂ ਮੇਰੇ ਵੇਲੇ ਨਹੀਂ, ਉਦੋਂ ਤੋਂ ਹੀ ਵੱਡੇ ਹੁੰਦੇ ਸੀ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਆ, ਉੱਥੇ ਨਾ ਇੱਕ ਇਲਜ਼ਾਮ ਲਾਇਆ, ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਨਾ, ਮੌਕਾ ਆ ਗਿਆ ਅੱਜ ਖਿਡਾਰੀ ਆਵੇ ਕਰ ਹੌਸਲਾ ਗੱਜ ਮੈਦਾਨ ਅੰਦਰ, ਜਿੱਤ ਹਾਰ ਉਸ ਮਾਲਕ ਦੇ ਹੱਥ ਹੁੰਦੀ, ਹੋਣਾ ਹੌਸਲਾ ਹੋਣਾ ਚਾਹੀਦਾ ਹਰ ਇਨਸਾਨ ਅੰਦਰ, ਕੁਛ ਇਦਾਂ ਦੀ ਗੱਲ ਸੀ। ਮੈਂ ਕਹਿੰਦਾ ਕਿ ਹੁਣ ਮੌਕਾ ਆ ਗਿਆ ਜੀ। ਹੁਣ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਐ ਧਰਤੀ ਮਾਂ ਨੂੰ ਟੇਕਣ, ਮੱਥਾ ਪੱਟ ਤੇ ਮਾਰਨ, ਥਾਪੀ ਮੁੜ ਕੇ ਐ ਕਰਕੇ ਤਾਂ ਰੇਡ ਪਾ ਦੇਣ। ਮਨੀਸ਼ ਸਿਸੋਦੀਆ ਸਾਹਿਬ ਨੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮੰਡੀ ਦੇ ਵਿੱਚ ਸੰਬੋਧਨ ਕਰਦਿਆਂ ਇੱਕ ਇਲਜ਼ਾਮ ਲਾਇਆ। ਉਹ ਕਹਿੰਦੇ ਜੀ ਦੇਖੋ ਇੱਥੇ ਇੱਕ ਸਕੂਲ ਹੈ, ਉਹ ਸਕੂਲ ਨੂੰ ਢਾਉਣ ਜਾ ਰਹੀ ਹੈ ਸਰਕਾਰ, ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਾਇਆ। ਕਾਹਦੇ ਲਈ? ਕਿਉਂਕਿ ਕਹਿੰਦੇ ਇੱਕ MLA ਸਾਹਿਬ ਦੀ ਨੂੰ ਪਾਰਕਿੰਗ ਚਾਹੀਦੀ 4-5 ਮੰਜ਼ਲੀ ਉੱਥੇ, ਵੀ ਸਕੂਲ ਢਾ ਦੇਣਾ, ਉਹਨਾਂ ਲਈ ਪਾਰਕਿੰਗ ਬਣਾਉਣੀ ਆ ਕਾਰਾਂ ਪਾਰਕ ਕਰਨ ਨੂੰ, ਕਿਉਂਕਿ ਉਹਨਾਂ ਦਾ ਹੋਰ ਲਾਗੇ ਬਿਜ਼ਨਸ ਬੜਾ। ਨਾ ਸਾਨੂੰ ਉਸ MLA ਦਾ ਪਤਾ, ਨਾ ਸਾਨੂੰ ਉਹਨਾਂ ਦੇ ਕਾਰੋਬਾਰ ਦਾ ਪਤਾ, ਨਾ ਸਾਨੂੰ ਸਕੂਲ ਦਾ ਪਤਾ, ਤੇ ਨਾ ਢਾਉਣ ਵਾਲਿਆਂ ਦਾ ਪਤਾ। ਪਰ ਹਜ਼ਾਰਾਂ ਲੋਕਾਂ ਦੇ ਸਾਹਮਣੇ ਕੈਮਰੇ ਚੱਲਦਿਆਂ ਮਨੀਸ਼ ਸਿਸੋਦੀਆ ਸਾਹਿਬ ਨੇ 4 ਸ਼ਬਦਾਂ ਦੀ ਵਰਤੋਂ ਕੀਤੀ। ਕਹਿੰਦੇ ਸ਼ਰਮ ਹੋਣੀ ਚਾਹੀਦੀ ਹੈ, ਮੈਂ ਤੁਹਾਨੂੰ ਲਾਨਤ ਭੇਜਦਾ, ਇਦਾਂ ਦੇ ਸ਼ਬਦ। ਜੇ ਤਾਂ ਮਨੀਸ਼ ਸਿਸੋਦੀਆ ਸਾਹਿਬ ਝੂਠ ਬੋਲਦੇ ਆ, ਮੈਂ ਕਹਿੰਦਾ ਕਿ ਸਵੇਰੇ ਉਹਨਾਂ ਦੇ ਉੱਤੇ ਮਾਣਹਾਨੀ ਦਾ ਦਾਅਵਾ ਚਾਹੀਦਾ ਠੋਕ ਕੇ, ਕਿ ਭਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਜੈਰਾਮ ਠਾਕੁਰ ਹੋਰਾਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਹ ਛੋਟਾ ਇਲਜ਼ਾਮ ਨਹੀਂ ਹੈ ਕਿ ਭਾਈ ਸਕੂਲ ਢਾ ਕੇ ਉੱਥੇ ਪਾਰਕਿੰਗ ਬਣਾਉਣ ਨੂੰ ਫਿਰਦੇ ਆ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਰਕਿੰਗ ਦੀ ਘਾਟ ਹੈ, ਆਪਾਂ ਵੀ ਕਹਿੰਦੇ ਹੁੰਦੇ ਟੂਰਿਜ਼ਮ ਵਧਾਉਣਾ, ਪਾਰਕਿੰਗ ਵਧਾਓ, ਪਰ ਸਕੂਲ ਨੂੰ ਢਾ ਕੇ ਨਹੀਂ। ਜੇ ਨਹੀਂ ਮਾਣਹਾਨੀ ਦਾ ਦਾਅਵਾ ਕੀਤਾ ਜਾਊਗਾ, ਇਹਦਾ ਮਤਲਬ ਕਿ ਸਿਸੋਦੀਆ ਸਾਹਿਬ ਸੱਚ ਬੋਲਦੇ ਆ। ਦੂਸਰਾ, ਜ਼ਰੂਰੀ ਨਹੀਂ ਕਿ ਜੇ ਇਦਾਂ ਦੀ ਕੋਈ ਯੋਜਨਾ ਹੈ ਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਸੂਬਾ ਸਰਕਾਰ ਦਾ ਕਸੂਰ ਹੋਵੇ। ਹੋ ਸਕਦਾ MLA ਸਾਹਿਬ ਆਪਣੇ ਤੌਰ ਤੇ ਕਰ ਦੇਣ, ਪਾਰਟੀ ਚੋਂ ਕੱਢ ਦਿਓ ਠਾ ਕਰਕੇ ਬੰਦਾ, ਪਾਰਟੀ ਚੋਂ ਕੱਢ ਦੇਣਾ ਚਾਹੀਦਾ, ਇਲੈਕਸ਼ਨ ਦਾ ਸਿਰ ਤੇ ਹੈ। ਤੇ ਜੇ ਦੋਨੇ ਚੀਜ਼ਾਂ ਨਹੀਂ ਕਰਦੇ, ਫਿਰ ਕਿਤੇ ਨਾ ਕਿਤੇ ਭਾਈ ਅਗਲਿਆਂ ਦਾ ਹੱਥ ਉੱਪਰ ਹੋ ਜਾਣਾ, ਇਲਜ਼ਾਮ ਵੱਡਾ, ਮਨ ਪਟਾਂ ਦੀ ਥਾਪੀ ਟੇਕ ਕੇ ਧਰਤੀ ਮਾਂ ਨੂੰ ਮੱਥਾ ਚੱਲ ਜਾਣ ਅੱਗੇ ਨੂੰ। ਨਹੀਂ ਚਲੇ ਜਾਣ, ਗੱਲਾਂ ਠੀਕ ਨੇ ਤੁਹਾਡੀਆਂ ਸਾਰੀਆਂ, ਪਰ ਕਾਰਨ ਆ ਨਾ ਹੁਣ ਇਹ ਜਿਸ ਹਿਸਾਬ ਨਾਲ ਪੇਚਾ ਇਸ ਵਕਤ ਪਿਆ। ਹੁਣ ਤੁਸੀਂ ਦੇਖੋ ਵੀ ਜਦੋਂ ਪਿਛਲੇ ਦਿਨ CBI ਦੀ ਰੇਡ ਪਈ, FED ਵਾਲੀ ਰੇਡ ਪਈ, ਹੋਰ ਕਈ ਕੁਛ ਹੋਇਆ, ਉਸ ਤੋਂ ਬਾਅਦ ਇਹ ਲੱਗਦਾ ਵੀ ਸ਼ਾਇਦ ਇਹ ਬੰਦੇ ਥੋੜੀ ਯਾਰ ਹੁਣ ਗੱਲ ਘਟਾਉਣਗੇ ਜੀ। ਪਰ ਮੈਨੂੰ ਲੱਗਦਾ ਜਿੱਦਣ ਦੀ ਰੇਡ ਪਈ ਉਦੋਂ ਦੇ ਬੰਦੇ ਹੋਰ ਤਿੱਖੇ ਹੋ ਗਏ ਸਗੋਂ। ਉਹ ਕਹਿੰਦੇ ਜਿੰਨੇ ਕੁ ਦਿਨ ਬਾਹਰ ਹੈਗੇ ਆ, ਜਿੰਨੇ ਦਿਨ ਬਾਹਰ ਹੈਗੇ ਉਹਨਾਂ ਦੇ ਗੇੜ ਤੇ ਗੇੜਾ ਰੱਖੀਏ ਵੀ ਉਹ ਕਦੀ ਪੰਜਾਬ, ਕਦੀ ਹਰਿਆਣੇ, ਕਦੀ ਗੁਜਰਾਤ, ਕਦੀ ਉਦੋਂ ਬਾਅਦ ਫਿਰ ਹਿਮਾਚਲ। ਇਹ ਜਿਸ ਹਿਸਾਬ ਨਾਲ ਸਿਸੋਦੀਆ ਸਾਹਿਬ ਨੇ ਮੈਨੂੰ ਲੱਗਦਾ ਗੇੜਾ ਰੱਖਿਆ, ਇਹਦੇ ਤੋਂ ਤੇ ਇਹ ਜਾਪਦਾ ਵੀ
ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਪਣੇ ਤੌਰ ਤੇ ਜੋ ਕੁਝ ਕਰ ਸਕਦੇ ਸੀ ਉਹ ਲੋਕਾਂ ਤੱਕ ਪਹੁੰਚਣ ਲੱਗ ਪਿਆ। ਤੇ ਜੇ ਇਸੇ ਤਰ੍ਹਾਂ ਪਹੁੰਚਦਾ ਰਿਹਾ, ਆਪਾਂ ਨੂੰ ਹੁਣ ਨਹੀਂ ਕਹਿ ਸਕਦੇ ਵੀ ਗੁਜਰਾਤ 'ਚ ਕੀ ਹੋਣਾ ਜਾਂ ਉਧਰ ਹਿਮਾਚਲ 'ਚ ਕੀ ਹੋਣਾ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੋਊਗਾ ਵੀ ਜ਼ਮੀਨ ਥੋੜ੍ਹੀ ਥੋੜ੍ਹੀ ਬਾਕੀਆਂ ਦੀ ਖਿਸਕਦੀ ਹੈ ਤੇ ਸਾਡੇ ਨਾਲ ਲੋਕ ਜੁੜਦੇ ਨੇ, ਤਾਂ ਹੀ ਇੱਦਾਂ ਕਰ ਰਹੇ। ਨਹੀਂ ਲੱਗਦਾ, ਸੰਭਾਵਨਾ ਇਹ ਹੈ ਜੀ। ਦੂਸਰਾ ਸੰਧਾਲੀਆ ਸਾਹਿਬ ਇਹ ਵੀ ਹੈ ਕਿ ਐਤਕੀ ਹਿਮਾਚਲ ਦੀ ਚੋਣ ਨਿਰਪੱਖ ਹੋਵੇ। ਨਿਰਪੱਖ ਇਹ ਨਹੀਂ ਕਿ ਵੋਟਾਂ ਸਹੀ ਤਰੀਕੇ ਪੈਣ, ਭਾਸ਼ਣ ਸਹੀ ਤਰੀਕੇ ਦੇ। ਹੁਣ ਐਵੇਂ ਨਾ ਇਲਜ਼ਾਮਬਾਜ਼ੀਆਂ, ਹੁਣ ਮੁੜ ਕੇ ਮਾਫੀਆਂ ਮੂਫੀਆਂ ਮੰਗਣ ਦਾ ਕੋਈ ਫਾਇਦਾ ਨਹੀਂ। ਕੇਜਰੀਵਾਲ ਸਾਹਿਬ ਨੇ ਵੀ ਮੰਗ ਲਈ ਸੀ ਮਾਫੀਆ ਕਰੀ, ਉਧਰਲੇ ਪਾਸੇ ਨੂੰ ਨਾ ਤੁਰਿਆ ਜਾਵੇ ਤਾਂ ਵਧੀਆ। ਦੂਸਰਾ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੱਕ ਵਿਧਾਇਕ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ, ਅਮਰਗੜ੍ਹ ਤੋਂ ਜਿੱਤੇ ਆ। ਉਹਨਾਂ ਦੇ ਘਰੇ ਰੇਡ ਸੀ ਈਡੀ ਦੀ, ਇਨਫੋਰਸਮੈਂਟ ਡਾਇਰੈਕਟੋਰੇਟ ਦੀ। 14 ਘੰਟੇ ਰੇਡ ਚੱਲੀ ਹੈ ਜੀ, ਕਈ ਟਿਕਾਣਿਆਂ ਤੇ, ਉਹਨਾਂ ਦੇ ਸਾਥੀਆਂ ਦੇ ਟਿਕਾਣਿਆਂ ਤੇ, ਕਿਉਂਕਿ ਕਿਹਾ ਜਾਂਦਾ ਕਿ ਉਹਨਾਂ ਦੇ ਵਿਦਿਅਕ ਸੰਸਥਾਵਾਂ ਨੇ, ਉਹਨਾਂ ਦੀਆਂ ਫੈਕਟਰੀਆਂ ਨੇ, ਉਹਨਾਂ ਦੀਆਂ ਹੋਰ ਕਈ ਕੁਛ। ਹੁਣ ਪਤਾ ਲੱਗਾ ਕਿ 32-33 ਲੱਖ ਰੁਪਈਆ ਕੈਸ਼ ਬਰਾਮਦ ਹੋਇਆ। ਕੁਝ ਦਸਤਾਵੇਜ਼ ਉਹ ਨਾਲ ਲੈ ਗਿਆ, ਗੱਜਣ ਮਾਜਰਾ ਸਾਹਿਬ ਦਾ ਮੋਬਾਈਲ ਫੋਨ, ਉਹਨਾਂ ਦੇ ਭਰਾ ਦਾ ਮੋਬਾਈਲ ਫੋਨ ਨਾਲ ਲੈ ਗਏ ਅਗਲੇ। ਕੁਝ ਹੋਰ ਰਿਕਾਰਡ ਜਿਹੜੇ ਉਹਨਾਂ ਨੇ ਜ਼ਬਤ ਕਰ ਲਏ ਨੇ, ਉਹਨਾਂ ਦੇ ਬਿਆਨ ਜਿਹੜੇ ਲੈ ਕੇ ਲਿਖ ਕੇ ਥੱਲੇ ਦਸਤਖਤ ਕਰਵਾ ਕੇ ਅਗਲੇ ਗਏ। 14 ਘੰਟੇ ਥੋੜੇ ਨਹੀਂ ਹੁੰਦੇ। ਗੱਜਣ ਮਾਜਰਾ ਸਾਹਿਬ ਨੂੰ ਪੁੱਛਿਆ ਜੀ 14 ਘੰਟੇ 30-32 ਲੱਖ 33 ਲੱਖ ਕਹਿੰਦੇ ਜੀ ਕੈਸ਼ ਮਿਲਿਆ? ਉਹ ਕਹਿੰਦੇ ਹਾਂਜੀ। ਕਹਿੰਦੇ ਜੀ ਸਾਡੇ ਕਾਰੋਬਾਰਾਂ ਦੀ ਪੇਮੈਂਟ ਆ, ਕਾਰੋਬਾਰ ਨੇ, ਕਾਰੋਬਾਰਾਂ ਤੋਂ ਪੇਮੈਂਟ ਆਈ ਹੈ, ਕਾਰੋਬਾਰਾਂ ਦੀ ਪੇਮੈਂਟ ਘਰੇ ਪਈ ਸੀ, ਮੈਨੂੰ ਕੋਈ ਬੰਦਾ ਦਬਾ ਨਹੀਂ ਸਕਦਾ, ਜੋ ਕਰਦੇ ਆ ਠੀਕ ਕਰਦੇ ਆ। ਨਹੀਂ ਦੇਖੋ, ਗੱਲ ਇਹ ਆ ਵੀ ਜਿਸ ਹਿਸਾਬ ਨਾਲ ਪਹਿਲਾਂ ਜਦੋਂ ਰੇਡਾਂ ਪਈਆਂ ਸੀ ਉਦੋਂ ਵੀ ਗੱਜਣ ਮਾਜਰਾ ਸਾਹਿਬ ਦਾ ਇਹੀ ਸਟੈਂਡ ਸੀ, ਹੁਣ ਜੇ ਰੇਡਾਂ ਪਈਆਂ ਤੇ ਉਸ ਤੋਂ ਬਾਅਦ ਵੀ ਸਟੈਂਡ ਇਹੀ ਹੈ। ਹੁਣ ਦੇਖੋ, ਮੈਨੂੰ ਲੱਗਦਾ ਵੀ ਸੱਚ ਝੂਠ ਕੀ ਹੈ ਤਾਂ ਬਾਅਦ 'ਚ ਟਾਈਮ ਪਤਾ ਲੱਗੂਗਾ, ਪਰ ਇੱਕ ਗੱਲ ਹੈਗੀ ਆ ਵੀ ਉਹਨਾਂ ਦਾ ਸਟੈਂਡ ਇਸ ਤਰ੍ਹਾਂ ਲੈਣਾ, ਉਸ ਤੋਂ ਬਾਅਦ ਪਾਰਟੀ ਵਾਲੇ ਪਾਸਿਓਂ ਮੈਂ ਜੇ ਲਗਭਗ ਉਹਨਾਂ ਦੀ ਪਿੱਠ ਤੇ ਖੜਨਾ, ਕਿਉਂਕਿ ਕੋਈ ਇਹੋ ਜਿਹਾ ਬਿਆਨ ਤਾਂ ਆਇਆ ਨਹੀਂ ਵੀ ਅਸੀਂ ਜਾਂਚ ਕਰਾਵਾਂਗੇ, ਅਸੀਂ ਕੱਢਾਂਗੇ, ਜੇ ਕਰਾਂਗੇ ਉਹ ਕਰਾਂਗੇ। ਦੂਸਰੇ ਪਾਸੇ ਇਹੋ ਜਿਹੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਆਲਰੇਡੀ ਰੇਡਾਂ ਦਾ ਪੈਣਾ, ਭਾਵੇਂ ਉਹ CBI ਦੀ ਹੋਵੇ, ਭਾਵੇਂ ED ਦੀ ਹੋਵੇ, ਉਹਦੇ ਤੋਂ ਲੋਕ ਮਨਾਂ ਦੇ ਵਿੱਚ ਜਿਹੜਾ ਪ੍ਰਭਾਵ ਜਿਹਾ ਪੈ ਗਿਆ ਵੀ ਹਾਂਜੀ ਇਸ ਤਰ੍ਹਾਂ ਦਾ ਢੰਗ ਤਰੀਕਾ ਸ਼ਾਇਦ ਕੋਈ ਦਬਾਅ ਦੇ ਲਈ ਵਰਤਿਆ ਜਾਂਦਾ ਸੀ। ਉਹਦੇ 'ਚ ਸੱਚ ਕੀ ਹੈ ਝੂਠ ਕੀ ਉਹ ਵੱਖਰੀ ਗੱਲ ਹੈ, ਪਰ ਮੈਨੂੰ ਲੱਗਦਾ ਹੁੰਦਾ ਸਿਆਸਤ ਜਿਹੜੀ ਉਹ ਬਹੁਤਾ ਕਰਕੇ ਪ੍ਰਭਾਵ ਦੇ ਸਿਰ ਤੇ ਚੱਲਦੀ ਹੈ ਵੀ ਕਿਹੜੇ ਬਿਆਨ ਦਾ, ਕਿਹੜੀ ਗਤੀਵਿਧੀ ਦਾ ਲੋਕਾਂ ਦੇ ਜਾਂ ਵੋਟਰਾਂ ਦੇ ਮਨਾਂ 'ਤੇ ਪ੍ਰਭਾਵ ਕੀ ਪੈਂਦਾ। ਜੇ ਪ੍ਰਭਾਵ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਫਿਲਹਾਲ ਤਾਂ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੂੰ ਕੋਈ ਬਹੁਤਾ ਫਰਕ ਹੈ ਨਹੀਂ। ਨਹੀਂ ਦੇਖੋ, ਅਸੀਂ ਤਾਂ ਇਹ ਵੀ ਕਹਿੰਦੇ ਹਾਂ ਕਿ ਜੇ ਕੋਈ ਗਲਤੀ ਕਰੇ, ਆਪਾਂ ਕਿਹਾ ਨਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਰਵਾਈ ਕਰਦੇ ਆਪਣੇ ਬੰਦੇ ਤੇ। ਆਮ ਆਦਮੀ ਪਾਰਟੀ ਦੀ ਵੀ ਡਿਊਟੀ ਬਣਦੀ ਹੈ ਕਿ ਭਾਈ ਜੇ ਤੁਹਾਡੇ ਕਿਸੇ ਬੰਦੇ ਦੇ ਉੱਤੇ CBI ED ਦੀ ਰੇਡ ਹੁੰਦੀ, ਤੁਸੀਂ ਇੰਟਰਨਲ ਆਪਣੇ ਪੱਧਰ ਤੇ ਜਾਂਚ ਪੜਤਾਲ ਕਰੋ ਜਿੰਨੀ ਕੁ ਬਣਦੀ ਹੈ, ਤੇ ਉਹਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋ। ਬਾਕੀ ਸੰਧਾਲੀਆ ਸਾਹਿਬ, 1-25 ਤਰੀਕ ਨੂੰ ਨਾ ਬਹੁਤ ਵੱਡਾ ਸਮਾਗਮ ਹੈ ਹਰਿਆਣੇ 'ਚ, ਹੈ ਚੌਧਰੀ ਦੇਵੀ ਲਾਲ ਹੋਰਾਂ ਨੂੰ ਸਮਰਪਿਤ ਹੁੰਦਾ ਹੈ, ਚੌਟਾਲਾ ਪਰਿਵਾਰ ਕਰਾਉਂਦਾ ਹੈ। ਓਮ ਪ੍ਰਕਾਸ਼ ਚੌਟਾਲਾ ਹੋਰਾਂ ਨੇ ਚੇਚੇ ਫੋਨ ਕੀਤੇ ਐਤਕੀ, ਵੱਡੇ ਬਾਦਲ ਸਾਹਿਬ ਨੂੰ ਫੋਨ ਕੀਤਾ ਕਿ ਸਿਹਤ ਤਾਂ ਤੁਹਾਡੀ ਠੀਕ ਹੈ, ਢਿੱਲੀ ਮੱਠੀ ਰਹਿੰਦੀ ਉਮਰ ਦੇ ਹਿਸਾਬ ਨਾਲ, ਮੈਨੂੰ ਤਾਂ ਆਪ ਪਤਾ, ਕਹਿੰਦੇ ਹਾਣੀ ਨੇ, ਪਰ ਤੁਸੀਂ ਆਉਣਾ ਹੈ, ਜ਼ਰੂਰ ਆਉਣਾ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਾਲ ਲਿਆਉਣਾ ਹੈ। 2-4 ਪਾਰਟੀ ਦੇ ਹੋਰ ਵੱਡੇ ਲੀਡਰ ਜੇ ਨਾਲ ਆ ਜਾਵਣ ਤਾਂ ਬਹੁਤ ਚੰਗਾ ਹੈ। ਪਤਾ ਹੀ ਲੱਗਿਆ ਕਿ 25 ਤਰੀਕ ਨੂੰ, ਕਿਉਂਕਿ ਜਦੋਂ ਸਤੰਬਰ ਦੀ 25 ਹੋ ਜਾਣੀ ਹੈ ਨਾ, ਤਾਂ 1.25 ਸਾਲ ਰਹਿ ਜਾਣਾ, 1.5 ਸਾਲ ਲੋਕ ਸਭਾ ਦੀਆਂ ਚੋਣਾਂ 'ਚ, ਹਰਿਆਣੇ ਦੀਆਂ ਵੋਟਾਂ ਆਉਣ ਵਾਲੀਆਂ। ਪਤਾ ਲੱਗਾ ਕਿ ਚੌਟਾਲਾ ਪਰਿਵਾਰ ਦੀ ਹੁਣ ਪੂਰੀ ਕੋਸ਼ਿਸ਼ ਹੈ ਕਿ ਮਮਤਾ ਬੈਨਰਜੀ ਵੀ ਪਹੁੰਚਣ। ਯਤਨ ਉਹਨਾਂ ਦਾ ਹੈਗਾ ਕਿ ਸ਼ਰਦ ਪਵਾਰ ਵੀ ਆ ਜਾਣ, ਯਤਨ ਉਹਨਾਂ ਦਾ ਹੈਗਾ ਕਿ ਕਾਮਰੇਡ ਵੀ ਆ ਜਾਣ, ਯਤਨ ਉਹਨਾਂ ਦਾ ਹੈਗਾ ਕਿ ਬਿਹਾਰ ਦਾ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਆ ਜਾਏ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਆ ਜਾਏ। ਯਤਨ ਤਾਂ ਕਹਿੰਦੇ ਉਹ ਕਰਦੇ ਨਵੀਨ ਪਟਨਾਇਕ ਦੇ ਬਾਰੇ ਵੀ ਆ। ਕਈ ਹੋਰ ਲੀਡਰ ਨੇ ਵੱਖ-ਵੱਖ ਸਿਆਸੀ ਧਿਰਾਂ ਦੇ ਜਿਹੜੇ ਆਪੋ ਆਪਣੇ ਸੂਬੇ ਦੇ ਵਿੱਚ ਵਧੀਆ ਪਹੁੰਚ ਰੱਖਦੇ ਆ ਕਿ ਭਾਈ ਆਪਾਂ ਸੱਦੀਏ। ਫਾਰੂਕ ਅਬਦੁੱਲਾ ਸਾਹਿਬ ਦੀ ਵੀ ਚਰਚਾ ਹੈ ਕਿ ਜੇ 12-15 ਪਾਰਟੀਆਂ ਦੇ ਲੀਡਰ ਚੌਟਾਲਾ ਪਰਿਵਾਰ 25 ਤਰੀਕ ਨੂੰ ਹਰਿਆਣੇ ਦੇ ਵਿੱਚ ਚੌਧਰੀ ਦੇਵੀ ਲਾਲ ਦੇ ਸਮਰਪਿਤ ਜਿਹੜੀ ਪ੍ਰੋਗਰਾਮ ਹੋਣ ਜਾ ਰਿਹਾ ਹੈ ਉੱਥੇ ਇਕੱਠ ਕਰਨ 'ਚ ਕਾਮਯਾਬ ਹੋ ਗਿਆ ਤਾਂ ਹੋ ਸਕਦਾ ਕੋਈ ਦੂਸਰਾ ਤੀਸਰਾ ਮੋਰਚੇ ਦਾ ਮੁੱਢ ਨੈਸ਼ਨਲ ਪੱਧਰ ਤੇ ਵੱਜੇ। ਨਹੀਂ ਵੱਧ ਸਕਦਾ, ਪਰ ਇਹ ਤੁਸੀਂ ਕੇਜਰੀਵਾਲ ਸਾਹਿਬ ਦਾ ਜੇ ਜ਼ਿਕਰ ਕੀਤਾ ਨਹੀਂ, ਉਹ ਆਉਂਦੇ ਆ ਕਿ ਨਹੀਂ ਆਉਂਦੇ, ਕਿਉਂਕਿ ਉਹ ਤਾਂ ਹੁਣੇ ਆ ਕੇ ਗਏ ਉਸੇ, ਹੈ ਨਾ, ਉਹ ਆਉਂਦੇ ਆ ਕਿ ਨਹੀਂ ਆਉਂਦੇ ਉਹਦੇ ਤੇ ਵੀ ਧਿਆਨ ਹੋਣਾ, ਕਿਉਂਕਿ ਪਿਛਲੇ ਦਿਨੀ ਜਿਸ ਹਿਸਾਬ ਨਾਲ ਸਰਗਰਮੀ ਬਿਹਾਰ ਤੋਂ ਚੱਲ ਕੇ ਨਤੀਸ਼ ਕੁਮਾਰ ਹੋਰਾਂ ਕੀਤੀ ਸੀ, ਉਹਦੇ ਤੋਂ ਲੱਗਦਾ ਸੀ ਵੀ ਨਤੀਸ਼ ਕੁਮਾਰ ਹੋਰੀ ਇੱਕ ਤਰ੍ਹਾਂ ਨਾਲ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ, ਤੇ ਆਮ ਤੌਰ 'ਤੇ ਜਦੋਂ ਕਿਤੇ ਹੋਰ ਗੁਣਾ ਨਾ ਪੈਂਦਾ ਹੋਵੇ ਫਿਰ ਕਹਿੰਦੇ ਚੱਲ ਯਾਰ ਸਾਡੀ ਫੇਦੇ ਤੇ ਸਹਿਮਤੀ ਹੈ। ਪਰ ਹੁਣ ਚੌਧਰੀ ਦੇਵੀ ਲਾਲ ਹੋਰਾਂ ਦੇ ਉਸ ਦਿਨ ਦੇ ਮੌਕੇ 'ਤੇ ਜਿੱਦਾਂ ਸਾਰੀਆਂ ਪੋਲੀਟੀਕਲ ਪਾਰਟੀਆਂ, ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ BJP ਦੇ ਵਿਰੋਧ 'ਚ ਨੇ, ਉਹਨਾਂ ਤੱਕ ਪਹੁੰਚ ਕੀਤੀ ਗਈ ਹੈ। ਤਾਂ ਦੋ ਪ੍ਰਭਾਵ ਰੱਖਣ ਵਾਲੀਆਂ ਪਾਰਟੀਆਂ ਮੇਜਰ, ਇੱਕ ਕਾਂਗਰਸ ਪਾਰਟੀ ਤੇ ਦੂਸਰੀ ਆਮ ਆਦਮੀ ਪਾਰਟੀ, ਉਹਨਾਂ ਨੂੰ ਸੱਦਾ ਪੱਤਰ ਜਾਂਦਾ ਕਿ ਨਹੀਂ ਜਾਂਦਾ, ਉਹਨਾਂ ਦੀ ਗੱਲ ਬਣਦੀ ਕਿ ਨਹੀਂ ਬਣਦੀ, ਜਾਂ ਜੇ ਉਹ ਬਾਹਰ ਰਹਿ ਜਾਂਦੀਆਂ ਨੇ, ਇਹ ਆਪਣੇ ਤੌਰ 'ਤੇ ਵੱਖਰਾ ਕੋਈ ਮੋਰਚਾ ਬਣਾ ਲੈਂਦੀਆਂ ਨੇ, ਤੇ ਫਿਰ ਜੇ ਆਪਾਂ ਇਹ ਆਖੀਏ ਵੀ ਉੱਪਰ 2024 'ਚ ਜਾ ਕੇ ਮੁਕਾਬਲਾ
2 ਕੋਨਾ ਹੋਊਗਾ, 3 ਕੋਨਾ ਹੋਊਗਾ ਕਿ 4 ਕੋਨਾ ਹੋਊਗਾ, ਇਹ ਟਾਈਮ ਨਹੀਂ ਦੱਸਣਾ। ਦੇਖੋ ਮੈਨੂੰ ਜੇ ਸੱਦਾ ਭੇਜਣਗੇ ਵੀ ਤਾਂ ਮੈਨੂੰ ਕੋਈ ਆਸ ਨਹੀਂ ਕਿ ਅਰਵਿੰਦ ਕੇਜਰੀਵਾਲ ਹੋਰੀ ਉਸ ਸਮਾਗਮ 'ਚ ਸ਼ਾਮਲ ਹੋਣ। ਉਹਦਾ ਕਾਰਨ ਕੀ ਹੈ? ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਹਿਸਾਬ ਕਿਤਾਬ ਲਾ ਲਿਆ ਕਿ ਜਦੋਂ ਮੈਂ ਗੱਠਜੋੜ ਕਰਦਾ ਮੈਂ ਘਾਟੇ 'ਚ ਜਾਂਦਾ। ਕਾਂਗਰਸ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਸੀ, ਤੋੜਨ ਦੇ ਵਿੱਚ ਲਾਹਾ ਮਿਲਿਆ, ਮੁੜ ਕੇ ਸਰਕਾਰ ਬਣੀ 2 ਵਾਰੀ ਲਗਾਤਾਰ। ਪੰਜਾਬ 'ਚ ਬੈਂਸ ਭਰਾਵਾਂ ਦੇ ਨਾਲ ਸਮਝੌਤਾ ਕੀਤਾ ਸੀ, ਪਾਰਟੀ 20 ਤੋਂ ਉੱਪਰ 21 ਨਹੀਂ ਹੋ ਸਕੀ। ਐਤਕੀ ਇਕੱਲੇ ਇਲੈਕਸ਼ਨ ਲੜੀ ਆ, 92 ਜਿੱਤੇ ਆ। ਬਹੁਤ ਸੰਭਾਵਨਾ ਲੱਗਦੀ ਸੀ ਕਿ ਅਰਵਿੰਦ ਕੇਜਰੀਵਾਲ ਕਿੱਧਰ ਨੂੰ ਜਾਣਗੇ। ਜਦੋਂ ਗੋਆ ਦੀ ਵਿਧਾਨ ਸਭਾ ਚੋਣ ਸੀ, ਉੱਥੇ ਇੱਕ ਪਾਸੇ ਕਾਂਗਰਸ ਸੀ, ਦੂਜੇ ਪਾਸੇ ਭਾਜਪਾ ਸੀ, ਤੀਸਰੇ ਪਾਸੇ 2 ਛੋਟੀਆਂ ਧਿਰਾਂ ਸੀ। ਇੱਕ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਦੂਸਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ। ਆਧਾਰ ਦੋਨਾਂ ਕੋ ਸੀਗਾ ਤੇ ਸਿਆਸੀ ਐਕਸਪਰਟ ਕਹਿੰਦੇ ਸੀ, ਮਾਹਿਰ ਕਹਿੰਦੇ ਸੀ, ਹਿੰਦੀ 'ਚ ਵਿਸ਼ੇਸ਼ੱਗ, ਉਹ ਕਹਿੰਦੇ ਸੀ ਕਿ ਭਾਈ ਜੇ ਦੋਨੇ ਧਿਰਾਂ ਰਲ ਜਾਣ ਤਾਂ ਬਰਾਬਰ ਦੀ ਟੱਕਰ ਹੈ। ਦੋਨੇ ਧਿਰਾਂ ਦੇ ਰਲਣ ਦੇ ਵੀ ਚਾਂਸ ਬਣਦੇ ਸੀ। ਦੋਨੇ ਧਿਰਾਂ ਕਾਂਗਰਸ ਤੇ ਭਾਜਪਾ 'ਚੋਂ ਬੰਦੇ ਖਿੱਚ ਵੀ ਲਿਆਉਂਦੇ, ਪਰ ਇਕੱਠੀਆਂ ਨਹੀਂ ਹੋਈਆਂ ਕਿਉਂਕਿ ਦੋਵੇਂ ਧਿਰਾਂ ਦੀਆਂ ਸਿਆਸੀ ਤੌਰ ਦੇ ਉੱਤੇ ਚਾਹਨਾ ਜਿਹੜੀ ਹੈ ਨਾ, ਇੱਛਾ ਬਹੁਤ ਵੱਡੀ ਹੈ। ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਪਤਾ ਸੀ ਕਿ ਭਾਈ ਜੇ ਮੈਂ ਮਮਤਾ ਬੈਨਰਜੀ ਹੋਰਾਂ ਦੇ ਨਾਲ ਗੱਠਜੋੜ ਕਰੂੰਗਾ ਤੇ ਸਾਰਿਆਂ ਕੋਲੇ ਪ੍ਰਭਾਵ ਜਾਊਗਾ। ਉਹ ਤਾਂ ਕਹਿੰਦੇ ਆ ਕਿ ਭਾਈ ਸਾਰੇ ਹੀ ਮਾੜੇ ਨੇ, ਪਰਿਵਰਤਨ ਲਿਆਓ ਤਾਂ ਇਧਰਲੇ ਪਾਸੇ ਨੂੰ ਲਿਆਓ। ਇਸ ਕਰਕੇ ਮੈਨੂੰ ਕੋਈ ਆਸ ਨਹੀਂ, ਕਿਉਂਕਿ ਹਰਿਆਣਾ ਵੈਸੇ ਵੀ ਕੇਜਰੀਵਾਲ ਸਾਹਿਬ ਦਾ ਆਪਣਾ ਸੂਬਾ ਹੈ। ਉਹ ਵੈਸੇ ਵੀ ਬਹੁਤ ਵਾਰੀ ਕਹਿ ਚੁੱਕੇ ਆ ਕਿ ਸਾਰੇ ਹੀ ਮਾੜੇ ਆ। ਚੌਟਾਲਿਆਂ ਨੇ ਰਾਜ ਕੀਤਾ, ਕਾਂਗਰਸ ਨੇ ਰਾਜ ਕੀਤਾ, ਭਾਜਪਾ ਦਾ ਰਾਜ ਹੈ। ਤੇ ਉਸ ਪਾਰਟੀ ਦੀ ਸਟੇਜ ਤੇ ਜੇ ਜਾਣਗੇ, ਜੋ ਉਸ ਪਰਿਵਾਰ ਦੇ ਸਟੇਜ ਦੇ ਉੱਤੇ ਜਾਣਗੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ, ਤਾਂ ਮੈਨੂੰ ਲੱਗਦਾ ਕਿ ਆਪਣੀ ਜਿਹੜੀ ਤੇਲ ਦੇਣ ਵਾਲੀ ਗੱਲ ਹੀ ਹੈ। ਨਹੀਂ, ਉਹਦੇ ਅਸਾਰ ਘੱਟ ਨੇ ਕਿਉਂਕਿ ਉੱਥੇ ਜਿਸ ਹਿਸਾਬ ਨਾਲ ਬਾਕੀ ਪਾਰਟੀਆਂ ਜੁੜਦੀਆਂ ਪਈਆਂ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਉਹਨਾਂ ਦੇ ਨਾਲ ਏਟ ਖੜਕਾ ਤੇ ਹੈਗਾ ਹੀ ਆ। ਬਾਕੀ ਚਲੋ ਇਹ ਤਾਂ ਹੁਣ ਪ੍ਰਭਾਵ ਉਦੋਂ ਪਤਾ ਲੱਗਣਾ ਵੀ ਕੀ ਬਣਦਾ ਕੀ ਨਹੀਂ ਬਣਦਾ, ਪਰ ਆਪਣੇ ਤੌਰ ਤੇ ਤਿਆਰੀਆਂ ਹਰੇਕ ਨੇ ਸ਼ੁਰੂ ਕਰਤੀਆਂ ਜੀ। ਤੇ ਬਾਕੀ ਹੁਣ ਆਪਣੇ ਵੀ ਲਗਭਗ ਜਾਣ ਦਾ ਵੇਲਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਇੱਕ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ ਜੀ, ਤੁਸੀਂ ਯਾਦ ਰੱਖਦੇ ਹੋ। ਤੇ ਫਿਲਹਾਲ ਕੱਲ੍ਹ ਮਿਲਾਂਗੇ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।